हाँ जी दोस्तों। सो ਅੱਜ ਆਪਾਂ ਹੁਣ ਮਾਡਰਨ ਹਿਸਟਰੀ ਦਾ ਇੱਕ ਟੈਸਟ ਡਿਸਕਸ ਕਰਨ ਜਾ ਰਹੇ ਹਾਂ। ਸਾਡੀ ਐਪ ਤੇ ਇਹ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਅਵੇਲੇਬਲ ਹੈ ਜੀ। ਤੁਸੀਂ ਉੱਥੇ ਜਾ ਕੇ ਟੈਸਟ ਨੂੰ ਅਟੈਂਪਟ ਕਰ ਸਕਦੇ ਹੋ। ਇਹਦੇ ਕੁਝ ਕੁਐਸਚਨ ਜਿਹੜੇ ਹੈ ਉਹ ਆਪਾਂ ਪੂਰੇ ਟੈਸਟ ਦੇ ਇਸ ਦੇ ਅੱਜ ਆਪਾਂ ਡਿਸਕਸ ਕਰਾਂਗੇ। ਸੋ ਪਹਿਲਾ ਕੁਐਸਚਨ ਗਾਂਧੀ ਜੀ ਨੂੰ ਲੈ ਕੇ ਹੈ। ਤਿੰਨ ਸਟੇਟਮੈਂਟਸ ਨੇ, ਦੱਸਣੀ ਹੈ ਕਿ ਇਹਨਾਂ ਚੋਂ ਕਿਹੜੀ ਠੀਕ ਹੈ। ਪਹਿਲੀ ਸਟੇਟਮੈਂਟ ਹੈ ਕਿ ਗਾਂਧੀ ਜੀ ਨੇ ਇੰਡੀਅਨਸ ਵਾਸਤੇ ਸਾਊਥ ਅਫਰੀਕਾ ਦੇ ਵਿੱਚ ਕਾਫੀ ਕੰਮ ਕੀਤਾ। ਗਾਂਧੀ ਜੀ ਐਕਟਿਵਲੀ ਫੌਟ ਫॉर ਇੰਡੀਅਨਸ ਇਨ ਦਾ ਸਾਊਥ ਅਫਰੀਕਾ। ਤਾਂ ਬਿਲਕੁਲ ਸਟੇਟਮੈਂਟ ਸਹੀ ਹੈ ਜੀ। ਜਿਨ੍ਹਾਂ ਨੇ ਕਲਾਸਿਸ ਲਗਾਈਆਂ ਤੁਹਾਨੂੰ ਪਤਾ ਹੈ, ਹਿਸਟਰੀ ਤੁਸੀਂ ਪੜ੍ਹੀ ਹੈ ਕਿ 1893 ਤੋਂ ਲੈ ਕੇ ਗੁਜਰਾਤ ਦੇ ਵਪਾਰੀ ਸੀਗੇ ਦਾਤਾ ਅਬਦੁੱਲਾ, ਉਹਨਾਂ ਦਾ ਕੇਸ ਲੜਨ ਵਾਸਤੇ ਗਾਂਧੀ ਜੀ ਸਾਊਥ ਅਫਰੀਕਾ ਗਏ, ਉੱਥੇ ਰਹੇ ਜੀ 1915 ਤੱਕ ਰਹੇ। ਸੋ ਗਾਂਧੀ ਦੇ 20 ਸਾਲ ਦੀ ਜ਼ਿੰਦਗੀ ਸਾਊਥ ਅਫਰੀਕਾ ਦੀ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਦਾ ਇੱਕ ਅੱਛਾ ਖਾਸਾ ਪਾਰਟ ਹੈ। ਇਹਨੂੰ ਡਿਟੇਲ ਵਿੱਚ ਆਪਾਂ ਆਪਦੇ ਰੈਗੂਲਰ ਕੋਰਸ ਵਿੱਚ ਤੁਹਾਨੂੰ ਮੈਂ ਪੜ੍ਹਾ ਵੀ ਰੱਖਿਆ ਜੀ। ਸੋ ਇਹ ਸਟੇਟਮੈਂਟ ਬਿਲਕੁਲ ਠੀਕ ਹੈ। ਗਾਂਧੀ ਜੀ ਰਿਟਰਨ ਆਏ 1915, ਬਿਲਕੁਲ ਠੀਕ ਹੈ ਜੀ। 9 ਜਨਵਰੀ 1915, ਇਹ ਤੁਹਾਨੂੰ ਡੇਟ ਵੀ ਪਤਾ ਹੈ, 9 ਜਨਵਰੀ 1915 ਗਾਂਧੀ ਜੀ ਵਾਪਿਸ ਆਏ। ਇਸੇ ਕਰਕੇ 9 ਜਨਵਰੀ ਨੂੰ ਆਪਣੇ ਇੱਥੇ NRA ਡੇ ਵੀ ਬਣਾਇਆ ਜਾਂਦਾ ਹੈ। ਸੋ ਰੋਲਟ ਸੱਤਿਆਗ੍ਰਹਿ ਵਾਜ਼ ਹਿਜ਼ ਫਸਟ ਮੂਵਮੈਂਟ ਇਨ ਇੰਡੀਆ। ਇਹ ਸਟੇਟਮੈਂਟ ਗਲਤ ਹੈ। ਰੋਲਟ ਜਿਹੜਾ ਹੈ ਸੱਤਿਆਗ੍ਰਹਿ, ਰੋਲਟ ਐਕਟ ਆਉਣ ਤੋਂ ਬਾਅਦ ਹੋਇਆ 1919 ਦੇ ਵਿੱਚ, ਜਦਕਿ ਗਾਂਧੀ ਜੀ ਦੀ ਜਿਹੜੀ ਪਹਿਲੀ ਮੂਵਮੈਂਟ ਰਹੀ ਹੈ ਉਹ ਰਹੀ ਹੈ ਚੰਪਾਰਨ ਸੱਤਿਆਗ੍ਰਹਿ। ਗਾਂਧੀ ਜੀ 1915 ਚ ਆਏ, ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਪ੍ਰਯਾਸ ਦੇ ਨਾਲ ਆਏ। ਗੋਪਾਲ ਕ੍ਰਿਸ਼ਨ ਗੋਖਲੇ ਕਾਂਗਰਸ ਦੇ ਲੀਡਰ, ਜਿਨ੍ਹਾਂ ਨੂੰ ਗਾਂਧੀ ਦਾ ਪੋਲੀਟੀਕਲ ਗੁਰੂ ਵੀ ਕਿਹਾ ਜਾਂਦਾ ਹੈ। ਗਾਂਧੀ ਜੀ ਨੇ ਤਕਰੀਬਨ ਸਾਲ ਡੇਢ ਸਾਲ ਦੇ ਕਰੀਬ ਸਿਰਫ ਇੰਡੀਆ ਦੀ ਯਾਤਰਾ ਕੀਤੀ। ਆਪਾਂ ਇਹ ਸਾਰਾ ਕਰ ਰੱਖਿਆ ਜੀ। ਲੇਕਿਨ 1917 ਤੱਕ ਆਉਂਦੇ ਉਸ ਸਮੇਂ ਚੰਪਾਰਨ, ਜਿਹੜਾ ਕਿ ਅੱਜ ਬਿਹਾਰ ਦਾ ਇੱਕ ਡਿਸਟ੍ਰਿਕਟ ਵੀ ਹੈ, ਚੰਪਾਰਨ ਦੇ ਵਿੱਚ ਇੱਕ ਵਿਅਕਤੀ ਸੀਗੇ ਰਾਜਕੁਮਾਰ ਸ਼ੁਕਲਾ, ਜ਼ਮੀਂਦਾਰ ਸੀ ਉੱਥੋਂ ਦੇ। ਉਹਨਾਂ ਨੂੰ ਲੱਗਿਆ ਕਿ ਅੰਗਰੇਜ਼ਾਂ ਨੇ ਬਹੁਤ ਗਲਤ ਤਰੀਕੇ ਨਾਲ ਟੈਕਸਿਸ ਲਗਾ ਰੱਖਿਆ, ਔਰ ਪੂਰਾ ਮਸਲਾ ਸੀਗਾ ਇੰਡੀਗੋ ਦਾ। ਇੰਡੀਗੋ ਜਿਹੜਾ ਹੈ ਨੀਲ ਦੀ ਖੇਤੀ ਹੁੰਦੀ ਸੀ, ਉਹਦੇ ਉੱਤੇ ਜ਼ਮੀਨ ਬੰਜਰ ਹੋਣ ਦੇ ਬਾਵਜੂਦ ਟੈਕਸ ਦੀ ਡਿਮਾਂਡ ਕੀਤੀ ਜਾ ਰਹੀ ਸੀਗੀ। ਸੋ ਡਿਟੇਲ ਟੌਪਿਕ ਹੈ, ਇਹ ਆਪਾਂ ਕਲਾਸ ਵਿੱਚ ਵੀ ਤੁਹਾਨੂੰ ਅੱਛੇ ਤਰੀਕੇ ਨਾਲ ਕਰਦੇ ਹਾਂ, ਤੁਸੀਂ ਡਿਟੇਲ ਪੜ੍ਹੀ ਹੀ ਹੈ। ਚੰਪਾਰਨ ਸੱਤਿਆਗ੍ਰਹਿ, ਉਸ ਤੋਂ ਬਾਅਦ ਚਾਹੇ ਉਹ ਅਹਿਮਦਾਬਾਦ ਮਿਲ ਐਸੋਸੀਏਸ਼ਨ ਰਹੀ ਹੋਵੇ, ਅਹਿਮਦਾਬਾਦ ਮਿਲ ਸਟ੍ਰਾਈਕ ਰਹੀ ਹੋਵੇ, ਚਾਹੇ ਉਸ ਤੋਂ ਬਾਅਦ ਜਿਹੜਾ ਹੈ ਗਾਂਧੀ ਜੀ ਦਾ ਤੀਸਰਾ ਅੰਦੋਲਨ ਵੀ ਗੁਜਰਾਤ ਦੇ ਵਿੱਚ ਹੀ ਸੀਗਾ। ਸੋ ਕੁੱਲ ਮਿਲਾ ਕੇ ਰੋਲਟ ਸੱਤਿਆਗ੍ਰਹਿ ਇਹਨਾਂ ਦਾ ਫਸਟ ਮੂਵਮੈਂਟ ਨਹੀਂ ਸੀ। ਤੀਸਰੀ ਸਟੇਟਮੈਂਟ ਗਲਤ ਹੋ ਜਾਂਦੀ ਹੈ। ਤਾਂ ਪਹਿਲੀਆਂ ਦੋ ਸਟੇਟਮੈਂਟ ਠੀਕ ਨੇ। ਆਨਸਰ ਤੁਹਾਡਾ ਇੱਥੇ ਆਊਗਾ 1 ਐਂਡ 2 ਦਾ ਜੀ। ਇਹ ਪਹਿਲਾ ਕੁਐਸਚਨ ਸੀਗਾ, ਇਹ ਉਹਨੂੰ ਧਿਆਨ 'ਚ ਰੱਖਣਾ ਹੈ। ਰੋਲਟ ਐਕਟ ਬਣਾਇਆ ਸੀਗਾ ਜਿਹੜਾ ਹੈ ਸਿਡਨੀ ਰੋਲਟ ਨੇ, ਕਿਉਂਕਿ ਜਿਹੜੀਆਂ ਉਸ ਸਮੇਂ ਕ੍ਰਾਂਤੀਕਾਰੀ ਐਕਟੀਵਿਟੀਜ਼ ਆ ਉਹਨਾਂ ਨੂੰ ਦਬਾਉਣਾ ਹੈ, ਤਾਂ ਉਸ ਕਰਕੇ ਰੋਲਟ ਐਕਟ ਬਣਿਆ ਸੀਗਾ। ਜਲਿਆਂਵਾਲਾ ਕਾਂਡ ਉਸੀ ਦੇ ਕਰਕੇ ਹੋਇਆ, ਉਸ 'ਤੇ ਆਪਾਂ ਅੱਗੇ ਚੱਲ ਕੇ ਡਿਟੇਲ ਚਰਚਾ ਕਰਾਂਗੇ। ਅਗਲੇ ਕੁਐਸਚਨ ਦੇ ਆਉਂਦੇ ਹਾਂ ਜੀ। ਕਹਿੰਦੇ ਹੂ ਜੁਆਇੰਟ ਮਹਾਤਮਾ ਗਾਂਧੀ ਡਿਊਰਿੰਗ ਚੰਪਾਰਨ ਸੱਤਿਆਗ੍ਰਹਿ। ਤੁਹਾਨੂੰ ਮੈਂ ਸਾਰਾ ਲਿਖਾਇਆ ਹੋਇਆ। ਚੰਪਾਰਨ ਸੱਤਿਆਗ੍ਰਹਿ ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਤੋਂ ਲੈ ਕੇ JB ਕਿਰਪਲਾਨੀ ਤੋਂ ਲੈ ਕੇ ਮਜ਼ਹਰ ਉਲ ਹੱਕ ਤੋਂ ਲੈ ਕੇ ਨਰਹਰੀ ਪਾਰਿਖ ਤੋਂ ਲੈ ਕੇ ਮਹਾਦੇਵ ਦੇਸਾਈ ਤੱਕ, ਔਰ ਹੋਰ ਵੀ ਕਈ ਪ੍ਰੋਮੀਨੈਂਟ ਉਸ ਸਮੇਂ ਵਕੀਲ ਸੀਗੇ ਜਿਨ੍ਹਾਂ ਨੇ ਇਹਦੇ 'ਚ ਪਾਰਟੀਸਪੇਟ ਕੀਤਾ। ਸੋ ਇਹਨਾਂ ਮੌਜੂਦਾ ਆਪਸ਼ਨਾਂ ਦੇ ਵਿੱਚ ਆਪਣੀ ਆਪਸ਼ਨ ਬਣਦੀ ਹੈ ਮਹਾਦੇਵ ਦੇਸਾਈ, ਨਹੀਂ ਆਪਣੀ ਬਣਦੀ ਹੈ ਮਹਾਦੇਵ ਦੇਸਾਈ ਵੀ ਸੀਗੇ, ਲੇਕਿਨ ਇਹਦੇ ਨਾਲ ਮਨੀਬੇਨ ਪਟੇਲ ਨਹੀਂ ਹੈਗੇ। ਸੋ ਰਜਿੰਦਰ ਪ੍ਰਸਾਦ JB ਕਿਰਪਲਾਨੀ, ਇਹ ਠੀਕ ਹੈ ਜੀ। ਸੋ ਮੌਜੂਦਾ ਆਪਸ਼ਨਾਂ ਦੇ ਵਿੱਚ ਇਹ ਠੀਕ ਹੈ। ਹਾਲਾਂਕਿ ਮਹਾਦੇਵ ਦੇਸਾਈ ਵੀ ਸੀਗੇ, ਇਹ ਤੁਹਾਨੂੰ ਮੈਂ ਦੱਸਦਾ। ਰਜਿੰਦਰ ਪ੍ਰਸਾਦ ਵੀ ਸੀਗੇ, ਇਹ ਵੀ ਤੁਹਾਨੂੰ ਮੈਂ ਦੱਸਦਾ। ਪਰ ਬਾਕੀਆਂ ਦੇ ਨਾਲ ਮੈਚਿੰਗ ਗਲਤ ਹੋ ਗਈ। ਉਸ ਸਮੇਂ ਵੱਲਭ ਭਾਈ ਪਟੇਲ ਜਾਂ ਜਵਾਹਰ ਲਾਲ ਨਹਿਰੂ ਗਾਂਧੀ ਦੇ ਨਾਲ ਨਹੀਂ ਸੀ, ਇਸ ਕਰਕੇ ਆਪਸ਼ਨਸ ਬਾਕੀ ਗਲਤ ਹੋ ਗਈਆਂ। ਤਾਂ ਆਪਣੀ ਇੱਥੇ ਕਰੈਕਟ ਆਪਸ਼ਨ ਜਿਹੜੀ ਆ ਉਹ ਰਜਿੰਦਰ ਪ੍ਰਸਾਦ ਔਰ JB ਕਿਰਪਲਾਨੀ ਬਣੂਗੀ ਜੀ। ਜੋ ਸਿੰਪਲ ਕੁਐਸਚਨ ਹੈ, ਇਹ ਕੋਈ ਇੰਨੇ ਖਾਸ ਨਹੀਂ ਹੈ। ਅਗਰ ਤੁਸੀਂ ਮਾਡਰਨ ਹਿਸਟਰੀ ਪੜ੍ਹੀ ਹੈ, ਦੇਖੋ ਟੈਸਟ ਦਾ ਮਤਲਬ ਤੁਹਾਨੂੰ ਮੈਂ ਦੱਸਦਾ, ਟੈਸਟ ਦਾ ਮਤਲਬ ਵੀ ਇਹੀ ਹੈ। ਇੱਕ ਹੁੰਦਾ ਪ੍ਰੋਪਰ ਸਿਲੇਬਸ ਬੈਚ। ਜੇ ਹੁਣ ਕੋਈ ਇਹ ਐਕਸਪੈਕਟ ਦੇਖੋ ਕਰੂਗਾ ਕਿ ਜੀ ਅਸੀਂ ਤੁਹਾਨੂੰ ਪੂਰਾ ਸਿਲੇਬਸ ਦੇ ਤੌਰ 'ਤੇ ਇੱਕ ਇਹਦੇ 'ਚ ਪੜ੍ਹਾਇਆ ਜਾਵੇ, ਤਾਂ ਤੁਹਾਨੂੰ ਵੀ ਪਤਾ ਹੈ ਮੈਕਸਿਮਮ ਜਿੰਨੀ ਚੀਜ਼ਾਂ ਮੈਂ ਦੱਸ ਪਾਊਂਗਾ ਕੁਐਸਚਨਸ ਦੇ ਨਾਲ ਉਹ ਆਪਾਂ ਦੱਸਾਂਗੇ। ਸਿਲੇਬਸ ਬੈਚ ਦੇ ਵਿੱਚ ਐਂਟਾਇਰ ਸਿਲੇਬਸ ਕਰਨਾ 5 ਤੋਂ 5 ਮਹੀਨੇ ਦਾ ਬੈਚ ਹੁੰਦਾ ਜੀ ਸਾਡਾ। ਆਫਲਾਈਨ ਬੈਚ ਚੱਲਦੇ ਨੇ, ਬਠਿੰਡਾ ਅਜੀਤ ਰੋਡ 'ਤੇ ਚੱਲਦੇ ਨੇ। ਐਕਸਕਲੂਸਿਵ GK ਦੇ ਬੈਚ ਚੱਲਦੇ ਆ, ਆਪਣੀ ਅਕੈਡਮੀ ਸਿਰਫ GK ਦੀ ਹੈ। ਸੋ ਉੱਥੇ ਦਾ ਪ੍ਰੋਪਰ ਤੁਹਾਨੂੰ ਸਿਲੇਬਸ ਬੈਚ ਮਿਲ ਜੂਗਾ। ਪਰ ਜਦੋਂ ਟੈਸਟ ਦੀ ਗੱਲ ਆਉਂਦੀ ਹੈ ਤਾਂ ਇਹ ਮੇਰੀ ਅਜ਼ੰਪਸ਼ਨ ਹੈ ਕਿ ਤੁਸੀਂ ਆਲਰੇਡੀ ਪੜ੍ਹ ਰੱਖਿਆ, ਤੁਸੀਂ ਤਾਂ ਹੀ ਟੈਸਟ ਲਗਾ ਰਹੇ ਹੋ। ਤੁਸੀਂ ਆਪਣੇ ਆਪ ਨੂੰ ਚੈੱਕ ਕਰ ਰਹੇ ਹੋ ਕਿ ਜੋ ਤੁਸੀਂ ਪੜ੍ਹਿਆ ਉਹ ਐਕੂਰੇਟ ਪੜ੍ਹਿਆ, ਘੱਟ ਪੜ੍ਹਿਆ, ਵੱਧ ਪੜ੍ਹਿਆ, ਜੋ ਪੜ੍ਹਿਆ ਉਹ ਤੁਹਾਨੂੰ ਰੀਕਾਲ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਉਸ ਐਂਗਲ ਤੋਂ ਇਸ ਟੈਸਟਿਸ ਨੂੰ ਧਿਆਨ 'ਚ ਦੇਣਾ। ਔਰ ਮੈਨੂੰ ਉਮੀਦ ਹੈ ਬੜੇ ਸਿੰਪਲ ਵਾਲੇ ਕੁਐਸਚਨ ਹੈ, ਤੁਸੀਂ ਪੜ੍ਹੇ ਹੋਣਗੇ। ਅੱਗੇ ਚੱਲਦੇ ਹਾਂ ਜੀ। ਫॉर whom ਅਮੰਗ ਦਾ ਫੋਲੋਇੰਗ ਵਾਜ਼ ਅਹਿਮਦਾਬਾਦ ਸੱਤਿਆਗ੍ਰਹਿ। ਦੇਖੋ ਮੈਂ ਫਿਰ ਤੁਹਾਨੂੰ ਦੱਸਦਾ, ਜਿਹੜਾ ਅਹਿਮਦਾਬਾਦ ਸੱਤਿਆਗ੍ਰਹਿ ਸੀਗਾ ਜੀ, ਗਾਂਧੀ ਜੀ ਦਾ ਦੂਸਰਾ ਅੰਦੋਲਨ ਸੀ। ਇਹਨੂੰ ਅਹਿਮਦਾਬਾਦ ਮਿਲ ਸਟ੍ਰਾਈਕ ਵੀ ਬੋਲਦੇ ਆ। ਸੋ ਇਹ ਵਰਕਰਸ ਮੂਵਮੈਂਟ ਸੀਗਾ, ਮਿਲ ਵਰਕਰ ਸੀ ਉਸ ਸਮੇਂ। ਉਹ ਉੱਥੇ ਪਲੇਗ ਫੈਲ ਗਿਆ ਅਹਿਮਦਾਬਾਦ ਦੇ ਵਿੱਚ, ਇੰਡਸਟਰੀਅਲ ਏਰੀਆ ਸੀ, ਵਰਕਰ ਡਿਮਾਂਡ ਕਰ ਰਹੇ ਆ ਸੈਲਰੀ ਵਧਾਉਣ ਦੀ। ਜਿਹੜੇ ਮਿਲ ਓਨਰ ਹੈ ਉਹਨਾਂ ਨੇ ਵਨ ਟਾਈਮ ਵਾਸਤੇ ਇਹਨਾਂ ਨੂੰ ਚਲੋ ਬੋਨਸ ਦੇਤਾ ਇੱਕ ਵਾਰੀ,
ਤਕਰੀਬਨ 50% ਦੇ ਕਰੀਬ ਇਹਨਾਂ ਨੇ ਸੈਲਰੀ ਜਿਹੜੀ ਆ ਉਹ ਇੱਕ ਵਾਰੀ ਬੋਨਸ ਦੇ ਤੌਰ ਤੇ ਦੇਤੀ, ਲੇਕਿਨ ਵਰਕਰਸ ਦੀ ਡਿਮਾਂਡ ਸੀਗੀ ਕਿਉਂਕਿ ਫਸਟ ਵਰਲਡ ਵਾਰ ਵੀ ਖਤਮ ਹੋਈ ਹੈ। ਅਹਿਮਦਾਬਾਦ ਸੱਤਿਆਗ੍ਰਹਿ ਕਦੋਂ ਹੋਇਆ ਨਾ ਜੀ? 1918 ਦੇ ਵਿੱਚ ਹੋਇਆ, 1918। ਚੰਪਾਰਨ ਸੱਤਿਆਗ੍ਰਹਿ 1917, ਅਹਿਮਦਾਬਾਦ ਮੂਵਮੈਂਟ 1918। ਉਸ ਤੋਂ ਬਾਅਦ ਬਾਰਦੋਲੀ ਸੱਤਿਆਗ੍ਰਹਿ ਤਾਂ ਖੈਰ 1928 ਦੇ ਵਿੱਚ ਆਊਗਾ, ਲੇਕਿਨ ਠੀਕ ਹੈ। ਸੋ ਗਾਂਧੀ ਜੀ ਦੇ ਜਿਹੜੇ 3 ਮੂਵਮੈਂਟ ਹੋਏ ਹੈ ਉਹਨਾਂ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਆਪਣਾ ਗੱਲ ਕਰ ਰਹੇ ਸੀਗੇ ਅਹਿਮਦਾਬਾਦ ਸੱਤਿਆਗ੍ਰਹਿ ਦੀ। ਸੋ ਅਹਿਮਦਾਬਾਦ ਦੇ ਵਿੱਚ ਮਿਲ ਦੇ ਵਿੱਚ ਮਜ਼ਦੂਰਾਂ ਨੇ ਸਟ੍ਰਾਈਕ ਕਰਤੀ। ਗਾਂਧੀ ਜੀ ਵਿੱਚ ਪਏ, ਉਹਨਾਂ ਨੇ ਐਸੋਸੀਏਸ਼ਨ ਬਣਾਤੀ ਮਜ਼ਦੂਰਾਂ ਦੀ, ਔਰ ਫਾਈਨਲੀ ਜਿਹੜਾ ਹੈ ਜਾ ਕੇ 35% ਤੇ ਉਹਨਾਂ ਦਾ ਐਗਰੀਮੈਂਟ ਹੋ ਗਿਆ। ਸੋ ਇਹ ਤੁਸੀਂ ਡਿਟੇਲ 'ਚ ਪੜ੍ਹਿਆ ਜੀ ਅਹਿਮਦਾਬਾਦ ਸੱਤਿਆਗ੍ਰਹਿ, ਉਹਨੂੰ ਯਾਦ ਰੱਖਣਾ ਹੈ ਕਿਉਂਕਿ ਉਸ ਸਮੇਂ ਜਿਹੜਾ ਹੈ ਇਹਦੇ ਵਿੱਚ ਪਹਿਲੀ ਵਾਰ ਗਾਂਧੀ ਜੀ ਨੇ ਹੰਗਰ ਸਟ੍ਰਾਈਕ ਕੀਤੀ। ਇਹ ਯਾਦ ਰੱਖਣਾ ਜੀ, ਕੁਐਸਚਨ ਆਉਂਦਾ ਹੈ ਕਿ ਗਾਂਧੀ ਜੀ ਦੀ ਇੰਡੀਆ ਦੇ ਵਿੱਚ ਫਸਟ ਹੰਗਰ ਸਟ੍ਰਾਈਕ ਕਿਹੜੀ ਸੀ? ਉਹ ਅਹਿਮਦਾਬਾਦ ਮਿਲ ਸਟ੍ਰਾਈਕ ਦੇ ਸਮੇਂ ਗਾਂਧੀ ਦੀ ਪਹਿਲੀ ਹੰਗਰ ਸਟ੍ਰਾਈਕ ਸੀਗੀ। ਜਦੋਂ ਆਪਾਂ ਚੰਪਾਰਨ ਦੀ ਗੱਲ ਕਰਦੇ ਹਾਂ, ਉੱਥੇ ਪਹਿਲੀ ਵਾਰ ਇਹਨਾਂ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ, ਇੱਕ ਤਰੀਕੇ ਦਾ ਜਿਹੜਾ ਸਿਵਲ ਡਿਸਓਬੀਡੀਐਂਸ ਦਾ ਪ੍ਰਯੋਗ ਕੀਤਾ। ਨਾ ਫਰਮਾਨੀ ਕਾਨੂੰਨ ਜਿਹਨੂੰ ਕਹਿ ਦਿੰਦੇ ਆ ਕਿ ਗਲਤ ਟੈਕਸ ਨਹੀਂ ਭਰੇ ਜਾਣਗੇ, ਉਹਨਾਂ ਬਾਰੇ ਉਹਨਾਂ ਦਾ ਪ੍ਰਯੋਗ ਕੀਤਾ। ਸੋ ਲੇਕਿਨ ਅਹਿਮਦਾਬਾਦ ਸੱਤਿਆਗ੍ਰਹਿ ਜਿਹੜਾ ਹੈ ਉਹ ਫਸਟ ਹੰਗਰ ਸਟ੍ਰਾਈਕ ਵੀ ਗਾਂਧੀ ਜੀ ਦੀ ਇੰਡੀਆ 'ਚ ਮੰਨੀ ਜਾਂਦੀ ਹੈ। ਸੋ ਇੱਥੇ ਆਨਸਰ ਆਊਗਾ ਮਿਲ ਵਰਕਰ। ਅਗਲਾ ਕੁਐਸਚਨ ਹੈ ਜੀ ਕਿ ਕਾਂਗਰਸ ਫॉर द फर्स्ट टाइम accept the system of separate electorate for the Muslims in the year। ਦੇਖੋ ਵੀ ਦੋਸਤੋ, ਗੱਲ ਇਹ ਹੈ ਸੈਪਰੇਟ ਇਲੈਕਟੋਰਲ ਦੇਣਾ, ਇਹਦੀ ਸ਼ੁਰੂਆਤ ਹੋਈ ਸੀ 1909 ਦੇ ਵਿੱਚ ਮੋਰਲੇ ਮਿੰਟੋ ਰਿਫਾਰਮਸ ਦੇ ਨਾਲ। ਤੁਸੀਂ ਪੜ੍ਹਿਆ ਹੋਊਗਾ, ਮੈਨੂੰ ਉਮੀਦ ਹੈ। ਤਾਂ ਜਿਸ ਤੋਂ ਮੈਂ ਪਹਿਲੀ ਵਾਰ ਮੁਸਲਮਾਨਾਂ ਨੂੰ ਕਿਹਾ ਗਿਆ ਕਿ ਧਰਮ ਦੇ ਨਾਮ ਤੇ ਮੁਸਲਮਾਨਾਂ ਵਾਸਤੇ ਸੀਟਾਂ ਰਿਜ਼ਰਵ ਹੋਣਗੀਆਂ, ਔਰ ਪਹਿਲੀ ਵਾਰ ਇੰਡੀਅਨਸ ਨੂੰ ਜਿਹੜਾ ਹੈ ਇਹ ਇਲੈਕਸ਼ਨ ਦਾ ਅਧਿਕਾਰ ਦਿੰਦੇ ਹੋਏ ਸੈਂਟਰਲ ਲੈਜਿਸਲੇਟਿਵ ਅਸੈਂਬਲੀ 'ਚ ਸੀਟਾਂ ਰਿਜ਼ਰਵ ਕਰਤੀਆਂ, ਔਰ ਉਸੀ ਦੇ ਵਿੱਚ ਪਹਿਲੀ ਵਾਰ ਮੁਸਲਮਾਨਾਂ ਵਾਸਤੇ ਸੀਟਾਂ ਰਿਜ਼ਰਵ ਕੀਤੀਆਂ। ਇਹ ਮੁਸਲਿਮ ਲੀਗ ਬਣੀ 1906 ਦੇ ਵਿੱਚ। ਮੁਸਲਿਮ ਲੀਗ ਨੇ ਇਸ ਗੱਲ ਦਾ ਬਹੁਤ ਹੁੰਗਾਰਾ ਭਰਿਆ ਜੀ ਵੀ ਠੀਕ ਹੈ, ਵਧੀਆ ਹੋ ਗਿਆ, ਲੇਕਿਨ ਕਾਂਗਰਸ ਕਦੀ ਵੀ ਇਸ ਗੱਲ ਨੂੰ ਐਕਸੈਪਟ ਨਹੀਂ ਕਰ ਪਾਈ। ਅੱਗੇ ਚੱਲ ਕੇ 1916 ਵਿੱਚ ਜਦੋਂ ਲਖਨਊ ਪੈਕਟ ਹੋਇਆ, ਜਿਹੜਾ ਕਿ ਜੁਆਇੰਟ ਸੈਸ਼ਨ ਸੀਗਾ ਲਖਨਊ ਦੇ ਵਿੱਚ ਕਾਂਗਰਸ ਔਰ ਮੁਸਲਿਮ ਲੀਗ ਦਾ, ਜਿੱਥੇ ਕਾਂਗਰਸ ਨੇ ਮੁਸਲਿਮ ਲੀਗ ਨੂੰ ਮਾਨਤਾ ਵੀ ਦਿੱਤੀ, ਔਰ ਉਸੀ ਦੇ ਨਾਲ ਕਾਂਗਰਸ ਨੇ 1916 ਵਿੱਚ ਇਸ ਮੁਸਲਮਾਨਾਂ ਨੂੰ ਮਿਲੇ ਧਰਮ ਦੇ ਆਧਾਰ ਤੇ ਸੈਪਰੇਟ ਇਲੈਕਟੋਰਲ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਇਸ ਘਟਨਾ ਨੂੰ ਇਤਿਹਾਸ ਦੇ ਵਿੱਚ ਕਾਂਗਰਸ ਦਾ ਬਹੁਤ ਵੱਡਾ ਬਲੰਡਰ ਮੰਨਿਆ ਜਾਂਦਾ ਹੈ, ਕਿਉਂਕਿ 1916 ਤੱਕ ਹਾਲੇ ਤੱਕ ਮੁਸਲਿਮ ਲੀਗ ਦੀ ਕੋਈ ਜ਼ਿਆਦਾ ਤਵੱਜੋ ਨਹੀਂ ਹੈ, ਪਰ 1916 ਤੋਂ ਬਾਅਦ ਜਦੋਂ ਕਾਂਗਰਸ ਨੇ ਮੁਸਲਿਮ ਲੀਗ ਨੂੰ ਮਾਨਤਾ ਦਿੱਤੀ, ਉਸ ਤੋਂ ਬਾਅਦ ਮੁਸਲਿਮ ਲੀਗ ਦਾ ਬੇਸ ਬਣਨਾ ਸ਼ੁਰੂ ਹੋ ਗਿਆ। ਮੁਸਲਿਮ ਲੀਗ ਨੇ ਪ੍ਰਚਾਰ ਸ਼ੁਰੂ ਕਰਤਾ ਵੀ ਆ ਦੇਖੋ ਭਾਈ ਮੁਸਲਮਾਨੋ, ਇਹ ਤਾਂ ਕਾਂਗਰਸ ਵਾਲੇ ਕਹੀ ਜਾਂਦੇ ਆ ਵੀ ਮੁਸਲਿਮ ਲੀਗ ਕਾਂਗਰਸ ਦੀ ਪਾਰਟੀ, ਜਿਹੜੀ ਮੁਸਲਿਮ ਲੀਗ ਮੁਸਲਮਾਨਾਂ ਦੀ ਪਾਰਟੀ ਹੈ, ਜੋ ਤੁਸੀਂ ਆਓ ਹੁਣ ਤੁਸੀਂ ਆ ਕੇ ਮੁਸਲਿਮ ਲੀਗ ਨੂੰ ਜੁਆਇਨ ਕਰੋ। ਉਸ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਮੁਸਲਿਮ ਲੀਗ ਦਾ ਬੇਸ ਜ਼ਿਆਦਾ ਸਟਰੋਂਗ ਹੁੰਦਾ ਤੁਹਾਨੂੰ ਦਿਖਦਾ ਹੈ ਇਤਿਹਾਸ ਦੇ ਵਿੱਚ। ਆਨਸਰ ਆਊਗਾ ਜੀ 1916। ਸਿੰਪਲ ਕੁਐਸਚਨ ਹੈ, ਅੱਗੇ ਚੱਲਦੇ ਹਾਂ। ਵਿਦ ਰੈਫਰੈਂਸ ਟੂ ਮੌਂਟੇਗਿਊ ਚੇਮਸ ਫॉर ਰਿਫਾਰਮ ਕਦੋਂ ਹੋਇਆ ਜੀ? ਪਹਿਲਾਂ ਤਾਂ ਇਹੀ ਸਮਝ ਲਈਏ 1919 ਦੇ ਵਿੱਚ। ਸੋ ਮੌਂਟੇਗਿਊ ਚੇਮਸ ਫॉर ਰਿਫਾਰਮ, ਉਸ ਸਮੇਂ ਜਿਹੜੇ ਮੌਂਟੇਗਿਊ ਸੀਗੇ ਸੈਕਟਰੀ ਆਫ ਸਟੇਟ ਸੀ ਇੰਡੀਆ ਦੇ, ਚੇਮਸਫੋਰਡ ਜਿਹੜੇ ਸੀ ਉਸ ਸਮੇਂ ਵਾਇਸਰਾਏ ਸੀ ਇੰਡੀਆ ਦੇ। ਇਨਕੋਰੈਕਟ ਪੁੱਛਿਆ, ਦੇਖੋ ਇਨਕੋਰੈਕਟ ਸਟੇਟਮੈਂਟ ਗਲਤ ਕਿਹੜੀ ਹੈ? ਪਹਿਲੇ ਕਹਿੰਦੇ ਕਿ ਪ੍ਰੋਵੀਐਂਸ ਦੇ ਵਿੱਚ ਡਾਇਆਰਕੀ ਇੰਟਰੋਡਿਊਸ ਕੀਤੀ ਗਈ, ਬਿਲਕੁਲ ਠੀਕ ਪੁਆਇੰਟ ਹੈ ਜੀ, ਇਹ ਇਨਕੋਰੈਕਟ ਨਹੀਂ ਹੈ, ਮਤਲਬ ਇਹ ਪੁਆਇੰਟ ਸਹੀ ਹੈ। ਇੱਥੇ ਥੋੜ੍ਹਾ ਜਿਹਾ ਦੱਸਦਾ ਡਾਇਆਰਕੀ ਦਾ ਕੀ ਮਤਲਬ ਸੀ। 1919 ਦੇ ਵਿੱਚ ਇਹਨਾਂ ਮੌਂਟੇਗਿਊ ਚੇਮਸ ਫॉर ਰਿਫਾਰਮਸ ਦੇ ਤਹਿਤ ਗਵਰਨਮੈਂਟ ਆਫ ਇੰਡੀਆ ਐਕਟ 1919 ਬਣਾਇਆ ਗਿਆ। ਉਸ ਐਕਟ ਦੇ ਵਿੱਚ 2 ਜਾਂ 3 ਕੰਮ ਕੀਤੇ ਗਏ। ਪਹਿਲਾ ਕੰਮ ਤਾਂ ਇਹਨਾਂ ਨੇ ਇਹ ਕੀਤਾ ਕਿ ਜਿਹੜੀ ਇਹਨਾਂ ਦੀ ਕੇਂਦਰ ਸਰਕਾਰ ਸੀਗੀ, ਸੈਂਟਰਲ ਇਹਨਾਂ ਦੀ ਜਿਹੜੀ ਪਾਰਲੀਮੈਂਟ ਕਹਿ ਲਓ, ਉਹ ਪਹਿਲਾਂ ਸਿੰਗਲ ਹਾਊਸ ਹੁੰਦੀ ਸੀ, ਉੱਥੇ ਇਕੱਲੀ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਸੀ। ਪਹਿਲੀ ਵਾਰ ਇਹਨਾਂ ਨੇ ਉੱਥੇ, ਜਿਹਨੂੰ ਅੱਜ ਤੁਸੀਂ ਰਾਜ ਸਭਾ ਦੇ ਨਾਮ ਤੇ ਜਾਣਦੇ ਹੋ, ਕਾਉਂਸਲ ਆਫ ਸਟੇਟਸ ਦੇ ਨਾਮ ਤੇ ਜਾਣਦੇ ਹੋ, ਉਹਨੂੰ ਇੰਟਰੋਡਿਊਸ ਕੀਤਾ। ਸੋ ਇਹ ਜਦੋਂ ਆਪਾਂ ਪੋਲਿਟੀ ਪੜ੍ਹਦੇ ਹਾਂ ਉਦੋਂ ਵੀ ਮੈਂ ਦੱਸਦਾ ਹੁੰਦਾ ਕਿ ਜਿਹੜੀ ਰਾਜ ਸਭਾ ਦੀ ਫਾਰਮੇਸ਼ਨ ਹੋਈ ਹੈ ਕਾਉਂਸਲ ਆਫ ਸਟੇਟਸ ਦੇ ਨਾਮ ਤੇ, ਇਹ 1919 ਵਿੱਚ ਹੋਈ ਹੈ। ਉਸ ਸਮੇਂ ਆਪਣਾ ਸੈਂਟਰਲ ਜਿਹੜਾ ਲੈਜਿਸਲੇਚਰ ਹੈ ਇਹ ਬਾਈਕੈਮਰਲ ਤੁਹਾਨੂੰ ਮੈਂ ਦੱਸਿਆ ਹੋਇਆ, ਜਿਹਦੇ 2 ਹਾਊਸ ਹੋ ਜਾਣ, ਉਹ ਬਣ ਗਿਆ। ਸੋ 1919 ਦੇ ਰਿਫਾਰਮਸ ਦੇ ਵਿੱਚ ਪਹਿਲਾਂ ਤਾਂ ਸੈਂਟਰਲ ਜਿਹੜਾ ਲੈਜਿਸਲੇਚਰ ਆਪਣੇ ਕੇਂਦਰੀ ਵਿਧਾਇਕਾ ਹੈ ਉਹ ਦਵਿਸਦਨੀ ਬਣ ਜਾਂਦੀ ਹੈ। ਦੂਸਰਾ ਇਹਨਾਂ ਨੇ ਕੀ ਕੀਤਾ ਕਿ ਸਟੇਟਸ ਦੇ ਵਿੱਚ ਇਹਨਾਂ ਨੇ ਗਵਰਨਮੈਂਟਸ ਅਲਾਓ ਕਰਤੀਆਂ। ਅਲਾਓ ਇਸ ਸੈਂਸ ਵਿੱਚ ਕਰਤੀਆਂ, ਉੱਥੇ ਜਿੰਨੇ ਵੀ ਸਬਜੈਕਟ ਸੀਗੇ ਪ੍ਰਸ਼ਾਸਨ ਦੇ ਔਰ ਸ਼ਾਸਨ ਦੇ, ਉਹਨਾਂ ਨੇ 2 ਹਿੱਸਿਆਂ 'ਚ ਵੰਡਤੇ। ਇੱਕ ਨੂੰ ਇਹਨਾਂ ਨੇ ਕਹਿਤਾ ਇਹ ਰਿਜ਼ਰਵ ਸਬਜੈਕਟ ਨੇ ਜੀ, ਜਿਨ੍ਹਾਂ ਉੱਤੇ ਸਿਰਫ ਉਸ ਸਟੇਟ ਦਾ ਗਵਰਨਰ ਹੀ ਫੈਸਲਾ ਲੈ ਸਕਦਾ ਸੀ, ਪਰ ਦੂਸਰੇ ਸਬਜੈਕਟਸ ਇਹਨਾਂ ਨੇ ਟਰਾਂਸਫਰਡ ਰੱਖਤੇ। ਟਰਾਂਸਫਰਡ ਕਿਹਦੇ ਵਾਸਤੇ? ਸਰਕਾਰ ਵਾਸਤੇ, ਕਿਉਂਕਿ ਉੱਥੇ ਉਸ ਸਮੇਂ ਨੋਮੀਨੇਸ਼ਨ ਦੇ ਬੇਸ ਤੇ ਕੁਛ ਨਾ ਕੁਛ ਥੋੜ੍ਹੇ ਲੈਵਲ ਤੇ ਲੋਕਾਂ ਦੁਆਰਾ, ਕੁਛ ਨੋਮੀਨੇਸ਼ਨ ਲੋਕਾਂ ਨਾਲ ਮਿਲ ਕੇ ਗਵਰਨਮੈਂਟ ਦੀ ਪ੍ਰੋਵੀਜ਼ਨ ਕੀਤੀ ਗਈ।
ਸੋ ਦੋ ਟਾਈਪ ਦੇ ਸਬਜੈਕਟ, ਕੁਝ ਐਸੇ ਸਬਜੈਕਟ ਜਿਨ੍ਹਾਂ ਦਾ ਸ਼ਾਸਨ ਪ੍ਰਸ਼ਾਸਨ ਸਰਕਾਰ ਚਲਾਊਗੀ, ਲੇਕਿਨ ਕੁਝ ਐਸੇ ਰਿਜ਼ਰਵ ਸਬਜੈਕਟ ਜਿਨ੍ਹਾਂ ਉੱਤੇ ਫੈਸਲਾ ਸਿਰਫ ਗਵਰਨਰ ਲਊਗਾ। ਤਾਂ ਇਹ ਡਿਊਲ ਗਵਰਨਮੈਂਟ ਦਾ ਜਿਹੜਾ ਕਨਸੈਪਟ ਸੀਗਾ, ਇਹਨੂੰ ਬੋਲਿਆ ਜਾਂਦਾ ਡਾਇਆਰਕੀ। ਤਾਂ ਇਹ ਪ੍ਰੋਵਿੰਸ ਦਾ ਮਤਲਬ ਹੁੰਦਾ ਸਟੇਟ। ਅੱਜ ਆਪਣਾ ਪੀਸੀਐਸ ਦਾ ਕੀ ਮਤਲਬ ਹੈ? ਪੀਸੀਐਸ ਦਾ ਮਤਲਬ ਕੱਲੀ ਪੰਜਾਬ ਸਿਵਲ ਸਰਵਿਸ ਨਹੀਂ ਹੈ, ਪੀਸੀਐਸ ਦਾ ਮਤਲਬ ਹੁੰਦਾ ਪ੍ਰੋਵਿੰਸ ਸਿਵਲ ਸਰਵਿਸਿਜ਼। ਪ੍ਰੋਵਿੰਸ ਸਟੇਟ ਨੂੰ ਬੋਲਦੀ ਹੈ। ਤਾਂ ਬਿਲਕੁਲ ਸਟੇਟਮੈਂਟ ਸਹੀ ਹੈ ਵੀ ਪ੍ਰੋਵਿੰਸ ਦੇ ਵਿੱਚ ਡਿਊਲ ਗਵਰਨਮੈਂਟ ਡਾਇਆਰਕੀ ਨੂੰ ਇੰਟਰੋਡਿਊਸ ਕੀਤਾ ਗਿਆ। ਠੀਕ ਹੈ। ਫਿਰ ਦੇਰ ਬਾਰ ਇਲੈਕਟਿਡ ਮੈਜੋਰਟੀ ਇਨ ਲੈਜਿਸਲੇਟਿਵ ਅਸੈਂਬਲੀਜ਼, ਇਹ ਵੀ ਰੱਖੀਆਂ ਗਈਆਂ ਜੀ। 70% ਦੇ ਕਰੀਬ ਇਹਨਾਂ ਨੇ ਕਹਿਤਾ ਕਿ ਜਿਹੜੇ ਮੈਜੋਰਟੀ ਹੋਏਗੀ ਚੁਣੇ ਹੋਏ ਮੈਂਬਰਾਂ ਦੀ ਹੋਏਗੀ। ਇਹ ਸਟੇਟਮੈਂਟ ਬਿਲਕੁਲ ਠੀਕ ਹੈ। ਆਲ ਪ੍ਰੋਵੀਜ਼ਨਲ ਸਬਜੈਕਟ ਵਰ ਗਿਵਨ ਇਨ ਦਾ ਹੈਂਡ ਆਫ ਲੈਜਿਸਲੇਟਿਵ ਅਸੈਂਬਲੀ, ਆਹ ਗਲਤ ਹੋ ਗਿਆ ਜੀ। ਸਾਰੇ ਦੇ ਸਾਰੇ ਸਬਜੈਕਟ ਨਹੀਂ ਇਹਨਾਂ ਨੇ ਲੈਜਿਸਲੇਟਿਵ ਅਸੈਂਬਲੀਜ਼ ਨੂੰ ਦਿੱਤੇ, ਮੀਨਸ ਵਿਧਾਨ ਸਭਾ। ਸਟੇਟਸ ਵਿੱਚ ਵਿਧਾਨ ਸਭਾ ਬਣ ਗਈ ਹੈ। ਔਰ ਤੁਹਾਨੂੰ ਮੈਂ ਹੋਰ ਦੱਸਦਾ, ਪੰਜਾਬ ਲੈਜਿਸਲੇਟਿਵ ਕਾਊਂਸਲ ਵੀ 1919 ਦੇ ਐਕਟ ਨਾਲ ਬਣ ਗਈ ਹੈ। ਹਾਲਾਂਕਿ ਜਿਹੜੀ ਪੰਜਾਬ ਲੈਜਿਸਲੇਟਿਵ ਕਾਊਂਸਲ ਨੂੰ ਅੱਗੇ ਚੱਲ ਕੇ ਜਿਹਨੂੰ ਆਪਾਂ ਵਿਧਾਨ ਸਭਾ ਦੇ ਨਾਮ ਤੇ ਜਾਣਦੇ ਹਾਂ, ਲੈਜਿਸਲੇਟਿਵ ਅਸੈਂਬਲੀ ਦੇ, ਉਹ ਖੈਰ 1937 ਵਿੱਚ ਬਣੂਗੀ, ਲੇਕਿਨ ਲੈਜਿਸਲੇਟਿਵ ਕਾਊਂਸਲ ਦੇ ਤੌਰ ਤੇ ਪੰਜਾਬ 1919 ਚ ਬਣ ਗਿਆ ਸੀ। ਤਾਂ ਸਾਰੇ ਸਬਜੈਕਟ ਨਹੀਂ ਸੀ, ਦੋ ਹਿੱਸਿਆਂ 'ਚ ਵੰਡੇ ਗਏ ਸੀ ਵੀ ਇੱਕ ਟਰਾਂਸਫਰ ਸਬਜੈਕਟ ਸੀਗੇ, ਇੱਕ ਜਿਹੜੇ ਸੀਗੇ ਰਿਜ਼ਰਵ ਸਬਜੈਕਟ ਸੀਗੇ। ਸੋ ਰਿਜ਼ਰਵ ਸਬਜੈਕਟ ਗਵਰਨਰ ਕੋਲ ਰਹਿੰਦੇ ਸੀ, ਜਿਹੜੇ ਟਰਾਂਸਫਰ ਸਬਜੈਕਟ ਸੀਗੇ ਉਹਦੇ ਉੱਤੇ ਗਵਰਨਮੈਂਟ ਕੰਮ ਕਰਦੀ ਸੀ, ਸਰਕਾਰ ਕੰਮ ਕਰਦੀ ਸੀ। ਸੋ ਚੂੰਕਿ ਆਪਾਂ ਨੂੰ ਇੱਥੇ ਇਨਕਰੈਕਟ ਸਟੇਟਮੈਂਟ ਪੁੱਛੀ ਹੈ, ਤਾਂ ਇਸ ਮਸਲੇ ਦੇ ਵਿੱਚ ਇਨਕਰੈਕਟ ਵਾਲੀ ਸਟੇਟਮੈਂਟ ਹੋ ਜਾਂਦੀ ਹੈ। ਤਾਂ ਇੱਥੇ ਜਿਹੜਾ ਤੁਹਾਡਾ ਆਨਸਰ ਟਿਕ ਹੋਣਾ ਸੀ, ਆ 3rd 1 ਵਾਲਾ ਆਨਸਰ ਤੁਹਾਡਾ, ਇਹਨੂੰ ਆਪਾਂ ਕਰੈਕਟ ਆਨਸਰ ਦੇ ਤੌਰ ਤੇ ਟਿਕ ਕਰਾਂਗੇ। ਸੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਟੌਪਿਕ ਸਮਝ ਆ ਰਿਹਾ ਹੋਊਗਾ। ਤੁਸੀਂ ਬੇਸਿਕ ਪੜ੍ਹਿਆ ਦੇਖੋ ਤਾਂ ਸਮਝ ਤਾਂ ਤੁਹਾਨੂੰ ਪਊਗਾ। ਜੇ ਹੁਣ ਮੰਨ ਲਓ ਕਿਸੇ ਨੇ ਹਿਸਟਰੀ ਪੜ੍ਹੀ ਨਹੀਂ ਹੈਗੀ ਔਰ ਉਹ ਤੁਸੀਂ ਮੰਨ ਲਓ ਇਹ ਵੀਡੀਓ ਦੇਖ ਰਹੇ ਹੋ, ਹਿਸਟਰੀ ਦਾ ਤੁਸੀਂ ਕੁਝ ਵੀ ਨਹੀਂ ਪੜ੍ਹਿਆ, ਤਾਂ ਡੈਫੀਨੇਟਲੀ ਹੋ ਸਕਦਾ ਚੀਜ਼ਾਂ ਤੁਹਾਡੇ ਉੱਪਰ ਦੀ ਜਾਣ। ਅੱਗੇ ਚੱਲਦੇ ਹਾਂ ਜੀ। ਸਿੰਪਲ ਕੁਐਸਚਨ ਹੈ, ਰੋਲਟ ਐਕਟ ਕਦੋਂ ਪਾਸ ਹੋਇਆ? 1919 ਦੇ ਵਿੱਚ ਹੋਇਆ। ਕਿਉਂ ਪਾਸ ਹੋਇਆ? ਕਾਸ ਵਾਸਤੇ ਪਾਸ ਹੋਇਆ? ਇਹ ਕਹਿੰਦੇ ਜੀ ਐਗਰੀਗੇਟਡ ਰਿਫਾਰਮ ਸੀਗੇ, ਨਹੀਂ। ਕਰਟਲ ਦਾ ਨੈਸ਼ਨਲ ਰੈਵੋਲੂਸ਼ਨਰੀ ਐਕਟੀਵਿਟੀਜ਼, ਆਹ ਆਨਸਰ ਠੀਕ ਹੈ ਜੀ। ਰੈਵੋਲੂਸ਼ਨਰੀ ਐਕਟੀਵਿਟੀਜ਼ ਵੱਧ ਚੁੱਕੀਆਂ, ਉਹਨਾਂ ਨੂੰ ਰੋਕਣ ਵਾਸਤੇ, ਕਿਉਂਕਿ ਹਾਲਾਂਕਿ ਉਸ ਸਮੇਂ ਤੱਕ ਆਈਪੀਸੀ ਹੈ, ਲੇਕਿਨ ਜਿਹੜੀ ਆਈਪੀਸੀ ਹੈ ਇੰਡੀਅਨ ਪਿਨਲ ਕੋਡ 1860 ਵਿੱਚ ਜਦ ਲਾਰਡ ਕੈਨਿੰਗ ਜਿਹੜਾ ਆਪਣਾ ਪਹਿਲਾ ਵਾਇਸਰਾਏ ਹੋਇਆ ਉਹਨੇ ਬਣਾਤੀ ਸੀ, ਪਰ ਆਈਪੀਸੀ ਦੇ ਨਾਲ ਆਪਣੇ ਕ੍ਰਾਂਤੀਕਾਰੀ ਲੋਟ ਨਹੀਂ ਆ ਰਹੇ ਸੀਗੇ। ਤਾਂ ਉਸ ਸਮੇਂ ਸਿਡਨੀ ਰੋਲਟ ਜਿਹੜੇ ਕਿ ਇੰਗਲੈਂਡ ਦੇ ਇੱਕ ਜੱਜ ਸੀਗੇ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਸਾਹਿਬ ਤੁਸੀਂ ਕੋਈ ਸਖਤ ਕਾਨੂੰਨ ਬਣਾਓ ਜਿਹਦੇ ਨਾਲ ਕਿ ਕ੍ਰਾਂਤੀਕਾਰੀਆਂ ਨੂੰ ਨਿਪਟਿਆ ਜਾ ਸਕੇ। ਤਾਂ ਇਹਨੂੰ ਸੈਡੀਸ਼ਨ ਐਕਟ ਦੇ ਤੌਰ ਤੇ ਵੀ ਜਾਣਿਆ ਜਾਂਦਾ। ਸੈਡੀਸ਼ਨ ਹੁੰਦਾ ਦੇਸ਼ ਧਰੋਹ। ਅੱਜ ਜਿਨ੍ਹਾਂ ਨੂੰ ਪਤਾ ਹੋਊਗਾ ਆਈਪੀਸੀ ਦਾ ਸੈਕਸ਼ਨ 124A 124A ਦੇਸ਼ ਧਰੋਹ ਦਾ ਜਿਹੜਾ ਮਾਮਲਾ ਬਣਦਾ ਹੈ, 124A ਦੇ ਤਹਿਤ ਸੈਡੀਸ਼ਨ ਦਾ ਮਾਮਲਾ ਬਣਦਾ ਹੈ। ਉਸ ਸਮੇਂ ਰੋਲਟ ਐਕਟ ਨੂੰ ਸੈਡੀਸ਼ਨ ਐਕਟ ਦੇ ਤੌਰ ਤੇ ਹੀ ਰੱਖਿਆ ਗਿਆ। ਔਰ ਇਸ ਦੇ ਤਹਿਤ ਆਪਣੇ ਜਿਹੜਾ ਸੀਗਾ ਪੰਜਾਬ ਦੇ ਉਸ ਸਮੇਂ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ, ਡਾਕਟਰ ਸੱਤੇਪਾਲ, ਡਾਕਟਰ ਸੈਫੂਦੀਨ ਕਿਚਲੂ, ਉਹਨਾਂ ਨੂੰ ਇਹਨਾਂ ਨੇ ਪੁਲਿਸ ਨੇ ਅੰਡਰਗਰਾਊਂਡ ਕਰਤਾ, ਕਿਉਂਕਿ ਇਸ ਐਕਟ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ 2 ਸਾਲ ਤੱਕ ਪੁਲਿਸ ਆਪਦੇ ਕੋਲੇ ਡਿਟੇਨ ਕਰਕੇ ਰੱਖ ਸਕਦੀ ਸੀ ਬਿਨਾਂ ਉਹਨੂੰ ਜੁਡੀਸ਼ਰੀ ਦੇ ਸਾਹਮਣੇ ਪੇਸ਼ ਕੀਤੇ, ਬਿਨਾਂ ਉਸ ਨੂੰ ਜੱਜ ਸਾਹਮਣੇ ਪੇਸ਼ ਕੀਤੇ। ਇਹ ਬਹੁਤ ਵੱਡਾ ਪੁਆਇੰਟ ਸੀ। ਇਸੇ ਕਰਕੇ ਇਸ ਐਕਟ ਨੂੰ ਕਾਲੇ ਕਾਨੂੰਨ ਵੀ ਕਿਹਾ ਗਿਆ, ਨੋ ਵਕੀਲ ਨੋ ਦਲੀਲ ਵੀ ਕਿਹਾ ਗਿਆ। ਸੋ ਚੂੰਕਿ ਆਪਣੇ 2 ਪ੍ਰੋਮਿਨੈਂਟ ਲੀਡਰ ਗ੍ਰਿਫਤਾਰ ਹੋ ਗਏ, ਪਤਾ ਹੀ ਨਹੀਂ ਹੈ ਕਿਹੜੀ ਜੇਲ੍ਹ 'ਚ ਨੇ, ਉਹਨਾਂ ਨੂੰ ਛਡਵਾਉਣ ਦਾ ਪ੍ਰਯਾਸ ਹੈ, ਉਹਨਾਂ ਨੂੰ ਲੱਭਣ ਦਾ ਪ੍ਰਯਾਸ ਹੈ। ਇਸੀ ਜਹਿਦ ਦੇ ਵਿੱਚ, ਇਸੀ ਕਸ਼ਮਕਸ਼ ਦੇ ਵਿੱਚ 13 ਅਪ੍ਰੈਲ 1919 ਨੂੰ ਆਪਣੇ ਲੋਕ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ, ਜਿਹੜਾ ਕਿ ਇੱਕ ਜ਼ਮਾਨੇ 'ਚ ਮਹਾਰਾਜਾ ਰਣਜੀਤ ਸਿੰਘ ਦਾ ਬਣਵਾਇਆ ਹੋਇਆ, ਉੱਥੇ ਇਕੱਠੇ ਹੁੰਦੇ ਨੇ। ਵਿਚਾਰ ਵਿਮਰਸ਼ ਚੱਲ ਰਿਹਾ ਕਿ ਸੈਫੂਦੀਨ ਕਿਚਲੂ ਔਰ ਡਾਕਟਰ ਸੱਤੇਪਾਲ ਨੂੰ ਕਿਵੇਂ ਲੱਭਿਆ ਜਾਵੇ, ਕਿਵੇਂ ਛੁਡਾਇਆ ਜਾਵੇ। ਔਰ ਇਸ ਦੀ ਖਬਰ ਜਦੋਂ ਕਿ ਉਸ ਸਮੇਂ ਜਨਰਲ ਡਾਇਰ, ਮਾਈਕਲ ਡਾਇਰ ਦੇ ਨਾਮ ਤੇ ਜਿਹਨੂੰ ਤੁਸੀਂ ਜਾਣਦੇ ਹੋ, ਜਿਹੜਾ ਕਿ ਉਸ ਸਮੇਂ ਪੰਜਾਬ ਦਾ ਗਵਰਨਰ, ਕੁਝ ਬੁੱਕਸ ਵਿੱਚ ਲਿਖਿਆ ਜਾਂਦਾ ਹੈ, ਕੁਝ ਬੁੱਕਸ ਵਿੱਚ ਲਿਖਿਆ ਜਾਂਦਾ ਅੰਮ੍ਰਿਤਸਰ ਦਾ ਕਮਿਸ਼ਨਰ ਸੀਗਾ, ਉਹਦੇ ਤੱਕ ਖਬਰ ਪਹੁੰਚਦੀ ਹੈ। ਸੈਕਸ਼ਨ 144 CRPC ਕ੍ਰਿਮੀਨਲ ਪ੍ਰੋਸੀਜਰ ਕੋਡ, ਉਹ ਵੀ 1872 ਦਾ ਹੈ ਜੀ, ਉਹ ਲਾਗੂ ਹੈ। ਔਰ ਹਾਲਾਂਕਿ 1972 ਵਿੱਚ ਉਹਦੇ 'ਚ ਅਮੈਂਡਮੈਂਟ ਹੋਈਆਂ, ਲਾਗੂ ਹੈ, ਜਿਹਨੂੰ ਆਪਾਂ ਧਾਰਾ 144 ਕਹਿ ਦਿੰਦੇ ਹਾਂ ਵੀ 4 ਜਾਂ 4 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਖੜੇ ਹੋ ਸਕਦੇ। ਉਸ ਤੋਂ ਬਾਅਦ ਉਸਨੇ ਸੋਚਿਆ ਵੀ ਕਿਉਂ ਨਾ ਇਹਨਾਂ ਲੋਕਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਕਿ ਆਉਣ ਵਾਲੀ ਪੀੜ੍ਹੀਆਂ ਯਾਦ ਰੱਖਣ। ਔਰ ਉਸ ਤੋਂ ਬਾਅਦ ਜੋ ਜਲ੍ਹਿਆਂਵਾਲੇ ਬਾਗ ਦੇ ਵਿੱਚ ਹੋਇਆ, ਉਹ ਰੈਸਟ ਆਫ ਦਾ ਹਿਸਟਰੀ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋ ਆਪਣੇ ਜਿਹੜੇ ਕ੍ਰਾਂਤੀਕਾਰੀ ਸੀ, ਇਹਨਾਂ ਨਾਲ ਨਿਪਟਣ ਵਾਸਤੇ ਹੀ ਇੱਕ ਤਰੀਕੇ ਦਾ ਇਹਨਾਂ ਨੂੰ ਕਾਬੂ ਕਰਨ ਵਾਸਤੇ ਰੋਲਟ ਐਕਟ ਜਿਹੜਾ ਪਾਸ ਕੀਤਾ ਗਿਆ ਸੀ। ਅਗਲਾ ਸਵਾਲ ਹੈ, ਇੰਪੋਰਟੈਂਟ ਇਵੈਂਟ ਕੀ ਹੋਇਆ ਜੀ ਜਲ੍ਹਿਆਂਵਾਲੇ ਬਾਗ ਤੋਂ ਬਾਅਦ? ਹੋਣਾ ਕੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਜੀ। ਜਲ੍ਹਿਆਂਵਾਲੇ ਬਾਗ ਤੋਂ ਬਾਅਦ ਕਾਂਗਰਸ ਨੇ ਵਿਰੋਧ ਕੀਤਾ। ਹਾਲਾਂਕਿ ਇਹਨਾਂ ਨੇ ਉਸ ਸਮੇਂ ਜਿਹੜਾ ਹੈ ਇੱਕ ਕਮਿਸ਼ਨ ਬਣਾਤਾ ਸੀਗਾ, ਲੇਕਿਨ ਉਹ ਕਮਿਸ਼ਨ ਦੀ ਰਿਪੋਰਟ 1920 ਦੇ ਵਿੱਚ ਆਊਗੀ। ਇੱਕ ਜਾਂਚ ਇਹਨਾਂ ਨੇ ਇਨਕੁਆਇਰੀ ਕਮਿਸ਼ਨ ਬਣਾਇਆ ਉਸ ਸਮੇਂ, ਲੇਕਿਨ ਉਹ ਕਮਿਸ਼ਨ ਦੀ ਰਿਪੋਰਟ 1920 ਦੇ ਵਿੱਚ ਆਈ, ਜਿਹਦੇ ਵਿੱਚ ਇਹਨਾਂ ਨੇ ਮਾਈਕਲ ਡਾਇਰ ਵਗੈਰਾ ਨੂੰ ਤਾਂ ਬਰੀ ਕਰਤਾ, ਕਿਉਂਕਿ ਉਹਨੇ ਆਪਦੀ ਦਲੀਲ ਦਿੱਤੀ ਕਿ ਉਹਨੇ ਤਾਂ ਬ੍ਰਿਟਿਸ਼ ਅੰਪਾਇਰ ਨੂੰ ਬਚਾਏ ਰੱਖਣ ਵਾਸਤੇ ਜਿਹੜਾ ਉਹ ਕੰਮ ਕੀਤਾ ਸੀ। ਲੇਕਿਨ ਇਸ ਦੇ ਖਿਲਾਫ ਫਿਰ ਨੌਨ ਕੋਆਪਰੇਸ਼ਨ ਮੂਵਮੈਂਟ 1920 ਦੇ ਵਿੱਚ, ਇੱਕ ਮਿੰਟ ਜੀ, ਇੱਕ ਮਿੰਟ, ਇਹ ਥੋੜ੍ਹਾ ਜਿਹਾ ਇੱਥੇ ਕੀ ਹੋ ਗਿਆ, ਵਿਚ ਇੰਪੋਰਟੈਂਟ ਇਵੈਂਟ ਇਮੀਡੀਏਟਲੀ
ਪ੍ਰੋਸੀਡਿਡ ਜਲਿਆਂਵਾਲਾ ਬਾਗ ਮੈਸਕਰ। ਹਾਂ ਠੀਕ ਹੈ, ਤਾਂ ਨੌਨ ਕੋਆਪਰੇਸ਼ਨ ਮੂਵਮੈਂਟ ਹੋਊਗਾ 1920 ਦੇ ਵਿੱਚ ਹੋਊਗਾ ਜੀ। 1920 ਦੇ ਵਿੱਚ ਨੌਨ ਕੋਆਪਰੇਸ਼ਨ ਹੋਊਗਾ। ਇੱਥੇ ਆ ਗਲਤ ਲਿਖਿਆ ਹੋਇਆ ਆਹ ਵਾਲਾ, ਇੱਥੇ ਕਰੈਕਟ ਆਨਸਰ ਆਊਗਾ ਨੌਨ ਕੋਆਪਰੇਸ਼ਨ ਮੂਵਮੈਂਟ। ਇਨੈਕਟਮੈਂਟ ਆਫ ਰੋਲਟ ਐਕਟ, ਕਿਉਂਕਿ ਵਿਚ ਇੰਪੋਰਟੈਂਟ ਇਵੈਂਟ ਇਮੀਡੀਏਟਲੀ, ਅੱਛਾ ਪ੍ਰੋਸੀਡਿਡ ਹੈ ਬਈ, ਇੱਕ ਮਿੰਟ ਦੇਖੋ, ਆਹ ਦੇਖੋ ਪ੍ਰੋਸੀਡਿਡ ਕਹਿੰਦੇ ਕਿਹੜਾ ਇਵੈਂਟ ਹੋਇਆ ਸੀ ਜਲਿਆਂਵਾਲੇ ਬਾਗ ਤੋਂ ਪਹਿਲਾਂ। ਦੇਖੋ ਜੇ ਤਾਂ ਤੁਹਾਨੂੰ ਪਹਿਲਾਂ ਪੁੱਛ ਲਿਆ ਫਿਰ ਤਾਂ ਹੋਊਗਾ ਰੋਲਟ ਐਕਟ ਦਾ ਲਾਗੂ ਹੋਣਾ। ਆਹ ਦੇਖੋ ਆਈ ਕਈ ਵਾਰ ਕੁਐਸਚਨ ਜਿਹੜੇ ਉਹ ਉਲਝਵੇਂ ਆ ਜਾਂਦੇ ਆ। ਉਹ ਕਹਿੰਦੇ ਜਲਿਆਂਵਾਲੇ ਬਾਗ ਤੋਂ ਪਹਿਲਾਂ ਇੰਪੋਰਟੈਂਟ ਘਟਨਾ ਕਿਹੜੀ ਹੋਈ, ਉਹ ਸੀ ਰੋਲਟ ਐਕਟ ਦਾ ਲਾਗੂ ਹੋਣਾ। ਜੇ ਪੁੱਛ ਲੈਣ, ਕਿਉਂਕਿ ਇਹ ਵੀ ਕੁਐਸਚਨ ਆਇਆ ਹੋਇਆ ਕਿ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਬਾਅਦ ਇੰਪੋਰਟੈਂਟ ਘਟਨਾ ਕਿਹੜੀ ਹੋਈ, ਤਾਂ ਉਹ ਸੀ 1920 ਚ ਨੌਨ ਕੋਆਪਰੇਸ਼ਨ ਮੂਵਮੈਂਟ ਦਾ ਸ਼ੁਰੂ ਹੋਣਾ। ਸੋ ਦੋਨੇ ਪੁਆਇੰਟਸ ਨੂੰ ਧਿਆਨ 'ਚ ਰੱਖਣਾ। ਨੌਨ ਕੋਆਪਰੇਸ਼ਨ ਮੂਵਮੈਂਟ ਇਹ ਤੁਹਾਨੂੰ ਮੈਂ ਪੜ੍ਹਾ ਰਿਹਾ ਇੱਕ ਤਰੀਕੇ ਦਾ। ਨੌਨ ਕੋਆਪਰੇਸ਼ਨ ਮੂਵਮੈਂਟ 1920 ਦੇ ਵਿੱਚ 1 ਅਗਸਤ 1920 ਨੂੰ ਕਾਂਗਰਸ ਨੇ ਸ਼ੁਰੂ ਕੀਤਾ ਜਲਿਆਂਵਾਲੇ ਬਾਗ ਦੇ ਖਿਲਾਫ, ਰੋਲਟ ਐਕਟ ਦੇ ਖਿਲਾਫ। ਜਲਿਆਂਵਾਲੇ ਬਾਗ ਤੋਂ ਪਹਿਲਾਂ ਦੀ ਘਟਨਾ ਰੋਲਟ ਐਕਟ ਦਾ ਲਾਗੂ ਹੋਣਾ। ਕਮਿਊਨਲ ਵਾਰ ਤਾਂ 1932 ਦੇ ਵਿੱਚ ਆਇਆ ਸੀਗਾ ਜੀ। ਇਸ ਨੂੰ BR ਅੰਬੇਦਕਰ ਔਰ ਉਸ ਸਮੇਂ ਰੈਮਸੇ ਮੈਕਡੋਨਾਲਡ ਜਿਹੜੇ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਸੀ, ਇਹਨਾਂ ਨੂੰ 16 ਅਗਸਤ 1932 ਨੂੰ ਸਾਈਨ ਕੀਤਾ ਗਿਆ ਸੀ। ਸਾਈਮਨ ਕਮਿਸ਼ਨ ਦਾ ਇੰਡੀਆ 'ਚ ਆਉਣਾ ਇਹ ਹੋਇਆ ਸੀ 3 ਫਰਵਰੀ 1928 ਨੂੰ, ਕਿਉਂਕਿ 8 ਨਵੰਬਰ 1927 ਦੇ ਵਿੱਚ ਸਾਈਮਨ ਕਮਿਸ਼ਨ ਡਿਕਲੇਅਰ ਹੋ ਗਿਆ ਸੀ। 3 ਫਰਵਰੀ 1928 ਨੂੰ ਇੰਡੀਆ 'ਚ ਪਹਿਲੀ ਵਾਰ ਆਏ ਸੀਗੇ। ਠੀਕ ਹੈ, ਸੋ ਇੱਥੇ ਇਹਨਾਂ ਨੇ ਪ੍ਰੋਸੀਡਿਡ ਪੁੱਛਿਆ। ਸੋ ਪਹਿਲਾਂ ਮੈਂ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਦੂਸਰੇ ਤਰੀਕੇ ਨਾਲ ਦੇ ਗਿਆ ਵੀ ਜਲਿਆਂਵਾਲੇ ਬਾਗ ਤੋਂ ਬਾਅਦ, ਲੇਕਿਨ ਅਗਰ ਪਹਿਲਾਂ ਪੁੱਛਦੇ ਆ ਫਿਰ ਇੱਥੇ ਆਨਸਰ ਜਿਹੜਾ ਤੁਹਾਡਾ ਇਨੈਕਟਮੈਂਟ ਆਫ ਰੋਲਟ ਐਕਟ ਆਊਗਾ, ਆਨਸਰ ਆ ਠੀਕ ਆਊਗਾ ਜੀ। ਚਲੋ ਇਹਨੂੰ ਸਿੱਖਣ ਦੀ ਭਾਵਨਾ ਨਾਲ ਹੀ ਦੇਖੋ। ਹੂ ਅਮੰਗ ਦਾ ਫੋਲੋਇੰਗ ਪ੍ਰੋਮੀਨੈਂਟ ਲੀਡਰ ਆਫ ਖਿਲਾਫਤ ਮੂਵਮੈਂਟ। ਲਓ ਜੀ, ਖਿਲਾਫਤ ਮੂਵਮੈਂਟ 1920 ਅਲੀ ਬ੍ਰਦਰ, ਮੁਹੰਮਦ ਅਲੀ, ਸ਼ੌਕਤ ਅਲੀ, ਦੋ ਭਰਾ ਸੀਗੇ, ਮੌਲਾਨਾ ਸੀਗੇ। ਆ ਪਹਿਲੀ ਆਪਸ਼ਨ ਠੀਕ ਹੈ। ਖਿਲਾਫਤ ਮੂਵਮੈਂਟ ਹੈ ਕੀ ਸੀ, ਥੋੜ੍ਹਾ ਜਿਹਾ ਬਰੀਫ ਤੁਹਾਨੂੰ ਮੈਂ ਦੱਸ ਦਿੰਦਾ ਹੈ। ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ 1914 ਤੋਂ ਲੈ ਕੇ 1918 ਤੱਕ ਵਰਲਡ ਵਾਰ ਚੱਲੀ ਜੀ। ਫਸਟ ਵਰਲਡ ਵਾਰ ਖਤਮ ਹੋ ਰਹੀ ਹੈ। ਫਸਟ ਵਰਲਡ ਵਾਰ ਦੇ ਵਿੱਚ ਤੁਰਕੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕੈਪੀਟਲ ਅੰਕਾਰਾ ਹੈ, ਉਹਨੇ ਪਾਰਟੀਸਪੇਟ ਕੀਤਾ। ਕੀ ਕੀਤਾ, ਟਰਕੀ ਹਾਰ ਗਿਆ। ਇੰਗਲੈਂਡ ਨੇ ਉਸ 'ਤੇ ਕਬਜ਼ਾ ਕਰ ਲਿਆ। ਉਸ ਸਮੇਂ ਜਿਹੜੇ ਤੁਰਕੀ ਦੇ ਪ੍ਰੈਜ਼ੀਡੈਂਟ ਕਹਿ ਲਓ ਜਾਂ ਉੱਥੋਂ ਦੇ ਜਿਹੜੇ ਪੋਲੀਟੀਕਲ ਹੈੱਡ ਹੁੰਦੇ ਸੀ, ਉਹੀ ਇੱਕ ਤਰੀਕੇ ਦੇ ਇਸਲਾਮ ਦੇ ਵਿੱਚ ਮੁਸਲਮਾਨਾਂ ਦੇ ਰਿਲੀਜੀਅਸ ਹੈੱਡ ਵੀ ਸੀਗੇ, ਜਿਹਨੂੰ ਖਲੀਫਾ ਦੇ ਨਾਮ 'ਤੇ ਜਾਣਿਆ ਜਾਂਦਾ ਸੀ। ਅੱਛਾ, ਜਦੋਂ ਹੁਣ ਤੁਰਕੀ ਹਾਰ ਗਿਆ ਤਾਂ ਖਲੀਫਾ ਨੂੰ ਉਹਨਾਂ ਨੇ ਉਹਦੀ ਗੱਦੀ ਤੋਂ ਉਤਾਰਤਾ। ਦੁਨੀਆ ਭਰ ਦੇ ਮੁਸਲਮਾਨ ਇਸ ਗੱਲ 'ਤੇ ਨਾਰਾਜ਼ ਹੈ ਕਿ ਹਾਂ ਤੁਸੀਂ ਖਲੀਫਾ ਨੂੰ ਕਿਉਂ ਗੱਦੀ ਤੋਂ ਉਤਾਰਿਆ। ਅੰਗਰੇਜ਼ਾਂ ਕੋਲੇ ਡਿਮਾਂਡ ਇਹ ਹੈ, ਬ੍ਰਿਟਿਸ਼ ਅੰਪਾਇਰ ਦੇ ਸਾਹਮਣੇ ਡਿਮਾਂਡ ਹੈ ਕਿ ਤੁਸੀਂ ਯਾਰ ਸਾਰੀ ਦੁਨੀਆ 'ਤੇ ਕਬਜ਼ਾ ਕਰ ਲਓ, ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਜਿਹੜੀ ਖਲੀਫਾ ਸਾਹਿਬ ਹੈ ਇਹਨਾਂ ਦੀ ਗੱਦੀ ਨੂੰ ਰੀਸਟੋਰ ਕਰ ਦਿਓ, ਵੀ ਤਾਂ ਕਿ ਉਹਨਾਂ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ। ਉਹ ਬ੍ਰਿਟੇਨ ਵਾਲਿਆਂ ਨੇ ਕਿੱਥੇ ਉਹਨੂੰ ਗੱਦੀਆਂ ਰੀਸਟੋਰ ਕਰਨੀਆਂ ਸੀ, ਹੋਰ ਕਰਨਾ ਸੀ। ਸੋ ਉਸੇ ਕ੍ਰਮ ਦੇ ਵਿੱਚ ਤਾਂ ਇੰਡੀਆ ਦੇ ਮੁਸਲਮਾਨ ਵੀ ਲਾਮਬੰਦ ਹੋਏ। ਮੁਹੰਮਦ ਅਲੀ, ਸ਼ੌਕਤ ਅਲੀ ਦੋ ਭਰਾ ਸੀਗੇ, ਮੌਲਾਨਾ ਸੀਗੇ ਜੀ। ਇਹਨਾਂ ਨੇ ਮੁਸਲਮਾਨਾਂ ਨੂੰ ਲਾਮਬੰਦ ਕੀਤਾ ਔਰ ਇਹਨਾਂ ਨੇ ਇੰਡੀਆ ਦੇ ਵਿੱਚ ਅੰਦੋਲਨ ਕੀਤਾ। ਮੁਸਲਿਮ ਅੰਦੋਲਨ ਸੀ। ਖਿਲਾਫਤ ਮੂਵਮੈਂਟ ਵਾਜ਼ ਅ ਮੁਸਲਿਮ ਮੂਵਮੈਂਟ ਅਗੇਂਸਟ ਦਾ ਬ੍ਰਿਟਿਸ਼ ਅੰਪਾਇਰ ਫॉर द फ्रीडम ऑफ टर्की, ਤੁਰਕੀ ਦੀ ਆਜ਼ਾਦੀ ਵਾਸਤੇ। ਔਰ ਇਦੋਂ ਵੀ ਵੱਡੀ ਮਜ਼ੇ ਦੀ ਗੱਲ ਇਹ ਹੈ ਕਿ ਖਿਲਾਫਤ ਮੂਵਮੈਂਟ ਦੀ ਜਿਹੜੀ ਲੀਡਰਸ਼ਿਪ ਹੈ ਇਹ ਅਲੀ ਬ੍ਰਦਰਜ਼ ਨੇ ਸ਼ੁਰੂ ਜ਼ਰੂਰ ਕੀਤਾ, ਪਰ ਇਹਦੀ ਲੀਡਰਸ਼ਿਪ ਜਿਹੜੀ ਆ ਉਹ ਇਹਨਾਂ ਨੇ ਮਹਾਤਮਾ ਗਾਂਧੀ ਨੂੰ ਦੇਤੀ ਵੀ ਬਾਬਾ ਜੀ ਤੁਸੀਂ ਇਹਨੂੰ ਲੀਡ ਕਰੋ। ਸੋ ਕਿਉਂਕਿ ਉਸ ਸਮੇਂ ਮਹਾਤਮਾ ਗਾਂਧੀ ਦੀ ਮਜਬੂਰੀ ਸੀਗੀ। 1920 ਦੇ ਵਿੱਚ ਹੀ ਆਪਣਾ ਨੌਨ ਕੋਆਪਰੇਸ਼ਨ ਮੂਵਮੈਂਟ ਆਣੇ। ਮਹਾਤਮਾ ਗਾਂਧੀ ਨੂੰ ਪਤਾ ਸੀਗਾ ਵੀ ਜੇ ਅੱਜ ਅਸੀਂ ਮੁਸਲਮਾਨਾਂ ਦੇ ਨਾਲ ਉਹਨਾਂ ਦੇ ਮੁੱਦੇ 'ਤੇ ਨਹੀਂ ਖੜ੍ਹਦੇ ਹੈਗੇ ਤਾਂ ਕੱਲ੍ਹ ਨੂੰ ਮੁਸਲਮਾਨ ਹੋ ਸਕਦਾ ਨੌਨ ਕੋਆਪਰੇਸ਼ਨ ਮੂਵਮੈਂਟ ਵਿੱਚ ਬਹੁਤਾ ਸਾਥ ਨਾ ਦੇਣ। ਔਰ ਵੈਸੇ ਵੀ 1916 ਦੇ ਲਖਨਊ ਸੈਸ਼ਨ ਤੋਂ ਬਾਅਦ, ਲਖਨਊ ਪੈਕਟ ਤੋਂ ਬਾਅਦ ਵੈਸੇ ਵੀ ਮੁਸਲਮਾਨ ਕਾਂਗਰਸ ਨਾਲੋਂ ਟੁੱਟ ਕੇ ਮੁਸਲਿਮ ਲੀਗ ਵੱਲ ਜਾਣਾ ਸ਼ੁਰੂ ਹੋ ਗਿਆ ਸੀ। ਸੋ ਗਾਂਧੀ ਨੇ ਉਸ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ, ਉਸਦੀ ਨਾਜ਼ੁਕਤਾ ਨੂੰ ਭਾਪਦੇ ਹੋਏ ਮੁਸਲਮਾਨਾਂ ਦੇ ਜਿਹੜੇ ਖਿਲਾਫਤ ਮੂਵਮੈਂਟ ਦੀ ਪ੍ਰਧਾਨਗੀ ਨੂੰ ਸਵੀਕਾਰ ਕੀਤਾ। ਸੋ ਇੱਥੇ ਆਪਸ਼ਨ ਜਿਹੜੀ ਆ ਉਹ ਮੁਹੰਮਦ ਅਲੀ ਔਰ ਸ਼ੌਕਤ ਅਲੀ ਆਊਗੀ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਵਟ ਵਾਜ਼ ਦਾ ਮੇਨ ਰੀਜ਼ਨ ਬਿਹਾਈਂਡ ਦਾ ਲਾਂਚਿੰਗ ਆਫ ਖਿਲਾਫਤ ਮੂਵਮੈਂਟ। ਤੁਹਾਨੂੰ ਮੈਂ ਦੱਸ ਹੀ ਦਿੱਤਾ, ਟੂ ਇੰਪੋਜ਼ ਫੇਵਰੇਬਲ ਟਰੀਟੀਜ਼ ਔਨ ਖਲੀਫਾ, ਮੀਨਸ ਖਲੀਫਾ ਦੀ ਫੇਵਰ ਕਰਨੀ ਹੈ ਔਰ ਬ੍ਰਿਟੇਨ ਦੇ ਉੱਤੇ ਦਬਾਅ ਬਣਾਉਣ ਵਾਸਤੇ ਕਿ ਸਾਹਿਬ ਤੁਸੀਂ ਜਿਹੜੇ ਮੁਸਲਮਾਨਾਂ ਦੇ ਲੀਡਰ ਹੈ ਖਲੀਫਾ ਨੇ, ਇਹਨਾਂ ਨੂੰ ਜਲਿਆਂਵਾਲੇ ਬਾਗ ਨਾਲ ਕੋਈ ਮਤਲਬ ਨਹੀਂ ਸੀ ਵੀ ਜੀ ਇਹਨੇ 100 ਲੋਕ ਮਾਰੇ ਗਏ, ਕੀ ਹੋ ਗਿਆ। ਖਿਲਾਫਤ ਮੂਵਮੈਂਟ ਨੂੰ ਮਤਲਬ ਨਹੀਂ ਸੀ। ਉਹ ਕਹਿੰਦੇ ਖਲੀਫਾ ਦੀ ਜਿਹੜੀ ਪੋਸਟ ਹੈ ਉਹਨੂੰ ਰੀਸਟੋਰ ਕੀਤਾ ਜਾਵੇ। ਇਹ ਇਹਦਾ ਆਨਸਰ ਆਊਗਾ ਜੀ। ਹੋਇਆ ਵਰਲਡ ਵਾਰ 1 ਤੋਂ ਬਾਅਦ ਸੀਗਾ ਇਹ। ਫਿਰ ਉਸ ਤੋਂ ਬਾਅਦ ਕਹਿੰਦੇ 1920 ਦਾ ਸੈਸ਼ਨ ਹੋਇਆ। ਕਿਹਨੂੰ ਕਾਂਗਰਸ ਪਾਸਿਸ ਰੈਜ਼ੋਲੂਸ਼ਨ ਇਨ ਦਾ ਫੇਵਰ ਆਫ ਨੌਨ ਕੋਆਪਰੇਸ਼ਨ ਮੂਵਮੈਂਟ। ਇੱਥੇ ਤੁਹਾਨੂੰ ਮੈਂ ਦੱਸਦਾ, ਨੌਨ ਕੋਆਪਰੇਸ਼ਨ ਮੂਵਮੈਂਟ 1 ਅਗਸਤ 1920 ਨੂੰ ਲਾਂਚ ਕੀਤਾ ਹੈ। ਹਾਲਾਂਕਿ 1 ਅਗਸਤ 1920 ਨੂੰ ਹੀ ਉਸ ਸਮੇਂ ਜਿਹੜੇ ਬਾਲ ਗੰਗਾਧਰ ਤਿਲਕ ਸੀ ਉਹਨਾਂ ਦੀ ਡੈਥ ਹੋ ਗਈ। ਉਸੇ ਦਿਨ ਕਾਂਗਰਸ ਨੇ ਤਿਲਕ ਫੰਡ ਵੀ ਬਣਾਤਾ
ਪੈਸੇ ਵਗੈਰਾ ਵੀ ਇਕੱਠੇ ਕਰ ਲਏ। ਦੇਖੋ ਅਗਸਤ ਦੇ ਵਿੱਚ ਇਹਨਾਂ ਨੇ ਲਾਂਚ ਕੀਤਾ, ਪਰ ਇਹਨੂੰ ਕੋਈ ਬਾਹਲਾ ਹੁੰਗਾਰਾ ਮਿਲਿਆ ਨਹੀਂ। ਫਿਰ ਕਾਂਗਰਸ ਨੂੰ ਲੱਗਿਆ ਵੀ ਇਹਨਾਂ ਨੇ ਕਿਸੇ ਸੈਸ਼ਨ ਦੇ ਵਿੱਚ ਤਾਂ ਇਸ ਗੱਲ ਨੂੰ ਅਪਰੂਵਲ ਦਿੱਤੀ ਨਹੀਂ ਹੈਗੀ, ਤਾਂ ਇਹਨਾਂ ਨੇ ਇੱਕ ਉਸ ਸਮੇਂ ਪਹਿਲਾਂ ਤਾਂ ਸਪੈਸ਼ਲ ਸੈਸ਼ਨ ਬੁਲਾਇਆ ਜੀ ਕਲਕੱਤਾ ਦੇ ਵਿੱਚ। ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਕਲਕੱਤਾ, ਜਿਹਦੀ ਪ੍ਰਧਾਨਗੀ ਉਸ ਸਮੇਂ ਕੀਤੀ ਸੀਗੀ ਲਾਲਾ ਲਾਜਪਤ ਰਾਏ ਨੇ। ਉੱਥੇ ਇਹਨਾਂ ਨੇ ਕਹਿਤਾ ਕਿ ਠੀਕ ਹੈ ਜੀ, ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕਰਾਂਗੇ ਜਲਿਆਂਵਾਲੇ ਬਾਗ ਦੇ ਖਿਲਾਫ ਔਰ ਅੰਗਰੇਜ਼ਾਂ ਦੇ ਖਿਲਾਫ। ਲੇਕਿਨ ਉਹਦੇ ਨਾਲ ਵੀ ਕੋਈ ਬਾਹਲਾ ਫਰਕ ਨਹੀਂ ਪਿਆ। ਅੱਛਾ, ਤੁਹਾਨੂੰ ਪਤਾ ਹੈ ਕਿ ਕਾਂਗਰਸ ਦਾ ਜਿਹੜਾ ਐਨੂਅਲ ਸੈਸ਼ਨ ਹੈ ਉਹ ਦਸੰਬਰ ਦੇ ਵਿੱਚ ਹੁੰਦਾ ਸੀ ਲਾਸਟ ਵੀਕ ਹਰ ਸਾਲ, ਕਿਉਂਕਿ 28 ਦਸੰਬਰ 1885 ਨੂੰ ਕਾਂਗਰਸ ਬਣੀ ਸੀ। ਐਨੂਅਲ ਸੈਸ਼ਨ ਇਹਨਾਂ ਦੇ ਦਸੰਬਰ ਦੇ ਲਾਸਟ ਵੀਕ ਸੀ। ਤਾਂ 1920 ਦਾ ਜਿਹੜਾ ਐਨੂਅਲ ਸੈਸ਼ਨ ਸੀ ਇਹ ਇਹਨਾਂ ਨੇ ਕੀਤਾ ਨਾਗਪੁਰ। ਹਾਲਾਂਕਿ ਸੀ ਵਿਜੇ ਰਾਘਵਚਾਰੀ ਉਸ ਸੈਸ਼ਨ ਦੇ ਪ੍ਰਧਾਨ ਸੀਗੇ, ਲੇਕਿਨ ਜਿਹੜਾ ਨਾਨ ਕੋਆਪਰੇਸ਼ਨ ਦਾ ਜਿਹੜਾ ਰੈਜ਼ੋਲੂਸ਼ਨ ਸੀ ਇਹਨੂੰ ਲੈ ਕੇ ਆਏ ਸੀ CR ਦਾਸ, ਚਿਤਰੰਜਨ ਰਾਜ ਦਾਸ। ਉਹਨਾਂ ਨੇ ਇੰਟਰੋਡਿਊਸ ਕੀਤਾ। ਸੀ ਵਿਜੇ ਰਾਘਵਚਾਰੀ ਨੇ ਪ੍ਰਧਾਨਗੀ ਕੀਤੀ ਸੈਸ਼ਨ ਦੀ 1920 ਦੀ ਨਾਗਪੁਰ ਸੈਸ਼ਨ ਦੀ। ਤਾਂ ਉਸ ਤੋਂ ਬਾਅਦ ਲੇਕਿਨ ਫਿਰ 1921 ਦੇ ਵਿੱਚ ਜਾ ਕੇ ਇਸ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਲੋਕਾਂ ਦੀ ਸਪੋਰਟ ਮਿਲੀ ਔਰ ਇਸ ਨੇ ਆਪਣਾ ਅੱਛਾ ਖਾਸਾ ਇੰਪੈਕਟ ਪਾਇਆ ਵੀ। ਉਹ ਇੱਕ ਡਿਫਰੈਂਟ ਚੀਜ਼ ਹੈ ਕਿ 5 ਫਰਵਰੀ 1922 ਨੂੰ ਜਾ ਕੇ ਜੀ ਚੌਰਾ ਚੌਰੀ ਇੰਸੀਡੈਂਟ ਹੋ ਗਿਆ। ਤੁਹਾਨੂੰ ਪਤਾ ਹੈ ਉੱਤਰ ਪ੍ਰਦੇਸ਼ ਦੇ ਵਿੱਚ 22 ਪੁਲਿਸ ਵਾਲੇ ਲੋਕਾਂ ਨੇ ਥਾਣੇ ਵਿੱਚ ਬੰਦ ਕਰਕੇ ਜਲਾ ਕੇ ਉਹਨਾਂ ਨੂੰ ਮਾਰਤਾ। ਗਾਂਧੀ ਨੂੰ ਪਤਾ ਲੱਗਿਆ ਤਾਂ 12 ਫਰਵਰੀ 1922 ਨੂੰ ਗਾਂਧੀ ਨੇ ਆਪਦਾ ਉਹ ਚੌਰਾ ਚੌਰੀ ਜੇ ਘਟਨਾ ਤੋਂ ਬਾਅਦ ਨਾਨ ਕੋਆਪਰੇਸ਼ਨ ਵਾਪਸ ਲੈ ਲਿਆ। ਇਸੇ ਕਰਕੇ CR ਦਾਸ, ਮੋਤੀ ਲਾਲ ਨਹਿਰੂ, ਲਾਲਾ ਲਾਜਪਤ ਰਾਏ ਹੋਣੇ ਮਹਾਤਮਾ ਗਾਂਧੀ ਦੇ ਖਿਲਾਫ ਹੋ ਗਏ ਔਰ ਅੱਗੇ ਚੱਲ ਕੇ ਕਾਂਗਰਸ ਖਿਲਾਫਤ ਸਵਰਾਜ ਪਾਰਟੀ, ਉਹਦੇ ਵਿੱਚ ਖਿਲਾਫਤ ਪਾਰਟੀ ਦਾ ਵੀ ਜਿਹੜੇ ਖਿਲਾਫਤ ਮੂਵਮੈਂਟ ਵਾਲੇ ਲੋਕ ਸੀ ਉਹਨਾਂ ਦਾ ਵੀ ਸਾਥ ਲਿਆ ਇਹਨਾਂ ਨੇ ਔਰ 1923 ਵਿੱਚ ਜਾ ਕੇ ਆਪਦੀ ਇੱਕ ਪਾਰਟੀ ਬਣਾਈ, ਕਾਂਗਰਸ ਖਿਲਾਫਤ ਸਵਰਾਜ ਪਾਰਟੀ। ਸੋ ਇਹ ਕੁਐਸਚਨ ਵੀ ਮੈਂ ਅੱਗੇ ਪਾਇਆ ਹੋਇਆ ਜੀ, ਉਹ ਵੀ ਆਊਗਾ। ਸੋ ਇੱਥੇ ਆਨਸਰ ਨਾਗਪੁਰ ਆਉਣਾ ਹੈ। ਸਟੋਰੀਜ਼ ਬਹੁਤ ਹੈ ਜੀ, ਇੱਕ ਸੀਕੁਐਂਸ 'ਚ ਚੱਲੋਗੇ ਨਾ ਹਿਸਟਰੀ 'ਚ ਸਟੋਰੀਜ਼ ਆਉਣਗੀਆਂ। ਇਹ ਕਹਿੰਦੇ ਡਿਊਰਿੰਗ ਨਾਨ ਕੋਆਪਰੇਸ਼ਨ ਮੂਵਮੈਂਟ ਪ੍ਰੋਟੈਸਟ ਵੀ ਹੋਏ, ਕੈਂਪੇਨ ਹੋਏ ਵਰ ਹੈਲਡ ਅਕ੍ਰੋਸ ਦਾ ਕੰਟਰੀ। ਮੋਪਲਾ ਰਿਬੈਲੀਅਨ ਹੋਇਆ ਸੀ। ਦੇਖ ਲਓ ਮੋਪਲਾ ਨਾ ਇਹ ਮੁਸਲਿਮ ਕਿਸਾਨ ਸੀਗੇ ਕੇਰਲ ਦੇ। 1921 ਦੇ ਵਿੱਚ ਇਹਨਾਂ ਨੇ ਮੁਸਲਿਮ ਕਿਸਾਨਾਂ ਨੇ ਹਿੰਦੂ ਜ਼ਮੀਂਦਾਰਾਂ ਦੇ ਖਿਲਾਫ ਅੰਦੋਲਨ ਕੀਤਾ ਸੀ। ਪਾਰਟ ਆਫ ਨਾਨ ਕੋਆਪਰੇਸ਼ਨ ਹੈ 1920 ਦਾ, ਲੇਕਿਨ 1921 ਮੁਸਲਿਮ ਜਿਹੜੇ ਫਾਰਮਰਸ ਨੇ, ਪੀਜ਼ੈਂਟਸ ਨੇ, ਹਿੰਦੂ ਜ਼ਮੀਂਦਾਰਾਂ ਦੇ ਖਿਲਾਫ ਕੇਰਲ ਦੇ ਵਿੱਚ ਉਹਨਾਂ ਨੇ ਅੰਦੋਲਨ ਕੀਤਾ। ਇਹ ਕੁਐਸਚਨ ਅਲੱਗ ਐਂਗਲ ਤੋਂ ਵੀ ਆਉਂਦਾ ਹੁੰਦਾ ਹੈ, ਆਲਰੇਡੀ ਆਇਆ ਹੋਇਆ। ਕੁਐਸਚਨ ਸੀਗਾ ਕਿ ਮੋਪਲਾ ਰਿਬੈਲੀਅਨ ਜਿਹੜਾ ਸੀ ਕਿਸ ਨਾਲ ਰਿਲੇਟਡ ਸੀ, ਵੀ ਉਹ ਕਿਸਾਨ ਅੰਦੋਲਨ ਸੀ ਜਾਂ ਮਜ਼ਦੂਰਾਂ ਦਾ ਅੰਦੋਲਨ ਸੀ ਜਾਂ ਕੋਈ ਅਲੱਗ ਕੋਈ ਮਿੱਲਾਂ ਦਾ ਜਾਂ ਆਦੀਵਾਸੀਆਂ ਦਾ ਅੰਦੋਲਨ ਸੀ। ਤਾਂ ਉਹ ਕਿਸਾਨ ਅੰਦੋਲਨ ਸੀ, ਯਾਦ ਰੱਖਣਾ। ਪੀਜ਼ੈਂਟ ਮੂਵਮੈਂਟ ਸੀਗਾ, ਮੁਸਲਿਮ ਪੀਜ਼ੈਂਟ ਮੂਵਮੈਂਟ ਸੀਗਾ ਕੇਰਲ ਦੇ ਵਿੱਚ 1921 ਦੇ ਵਿੱਚ। ਸੋ ਦੇਖੋ, ਮੈਨੂੰ ਉਮੀਦ ਹੈ ਤੁਸੀਂ ਕਾਪੀ ਵਗੈਰਾ ਲੈ ਕੇ ਬੈਠੇ ਹੋਵੋਗੇ, ਵੀਡੀਓ ਨੂੰ ਆਰਾਮ ਨਾਲ ਤੁਸੀਂ ਦੇਖ ਰਹੇ ਹੋ। ਵੀਡੀਓ ਬਣਾਉਣੀ ਹੈ, ਕੰਟੈਂਟ 'ਚ ਬਹੁਤ ਦੇਣਾ ਹੁੰਦਾ ਹੈ। ਸਾਡੀ ਮਜਬੂਰੀ ਇਹ ਹੁੰਦੀ ਹੈ ਕਿ ਅਸੀਂ ਇੱਕ ਟਾਈਮ ਲਿਮਿਟ ਦੇ ਵਿੱਚ ਰੱਖਣੀ ਹੁੰਦੀ ਹੈ ਵੀਡੀਓ, ਵੀ ਚਲੋ ਵੀ ਘੰਟੇ ਤੋਂ ਉੱਪਰ ਨਾ ਜਾਵੇ, ਅਦਰਵਾਈਜ਼ ਤਾਂ ਠੀਕ ਹੈ। ਜੇ ਇਸ ਤੋਂ ਜ਼ਿਆਦਾ ਵੀ ਜਾਂਦੀ ਹੈ ਤਾਂ ਕਈ ਵਾਰ ਸਟੂਡੈਂਟ ਨੂੰ ਲੱਗਦਾ ਵੀ ਸ਼ਾਇਦ ਥੋੜ੍ਹਾ ਜ਼ਿਆਦਾ ਇਹ ਲੈਂਦੀ ਹੋ ਗਿਆ। ਅਦਰਵਾਈਜ਼ ਅਗਰ ਤੁਸੀਂ ਦੇਖੋ ਸਿੱਖਣ ਦੀ ਇੱਛਾ ਨਾਲ ਬੈਠੇ ਹੋ ਤਾਂ ਫਿਰ ਮੈਨੂੰ ਕੋਈ ਨਹੀਂ ਹੈ, ਤੁਹਾਡਾ ਫੀਡਬੈਕ ਆਊਗਾ, ਤੁਸੀਂ ਮੈਨੂੰ ਮੈਸੇਜ ਕਰਕੇ ਕਹੋ ਕਿ ਸਰ ਕੋਈ ਦਿੱਕਤ ਨਹੀਂ, ਵੀਡੀਓ ਜਿੰਨੀ ਮਰਜ਼ੀ ਲੰਬੀ ਬਣਾਓ, ਸਾਨੂੰ ਜੀ ਮੈਕਸਿਮਮ ਕੰਟੈਂਟ ਦੇ ਦਿਓ, ਸਾਨੂੰ ਮੈਕਸਿਮਮ ਸਮਝਾ ਦਿਓ, ਮੈਂ ਉਹ ਵੀ ਕਰ ਦੂੰਗਾ। ਪਰ ਕਈ ਵਾਰ ਆਪ ਨੂੰ ਲੱਗਦਾ ਵੀ ਯਾਰ ਸਟੂਡੈਂਟ ਸੋਚਣ ਵੀ ਯਾਰ ਇੱਕ ਹੀ ਕੁਐਸਚਨ ਦੇ ਨਾਲ ਜ਼ਿਆਦਾ ਟਾਈਮ ਲਗਾ ਰਹੇ ਨੇ, ਤਾਂ ਇਸ ਕਰਕੇ ਮੈਂ ਥੋੜ੍ਹਾ ਜਿਹਾ ਇਸ ਨੂੰ ਮੇਨ ਪੁਆਇੰਟ ਹੀ ਡਿਸਕਸ ਕਰ ਰਹੇ ਹਾਂ। ਤੁਸੀਂ ਫੀਡਬੈਕ ਦਿਓਗੇ ਕਿ ਜ਼ਿਆਦਾ ਕਰਾ ਦਿਓ ਜੀ, ਆਪਾਂ ਜ਼ਿਆਦਾ ਕਰਾ ਦਾਂਗੇ। ਅਗਲੇ ਕੁਐਸਚਨ 'ਤੇ ਚੱਲਦੇ ਹਾਂ, ਪਰ ਫੀਡਬੈਕ ਆਉਣਾ ਜ਼ਰੂਰੀ ਹੈ। ਅੱਗੇ ਦੇਖੋ, ਸਵਰਾਜ ਪਾਰਟੀ ਦੇ ਲੀਡਰ ਤੁਹਾਨੂੰ ਦੱਸ ਹੀ ਦਿੱਤਾ, ਮੋਤੀ ਲਾਲ ਨਹਿਰੂ, CR ਦਾਸ। ਜੇ ਇਹਦੇ ਵਿੱਚ ਲਾਲਾ ਲਾਜਪਤ ਰਾਏ ਵੀ ਲਿਖੇ ਹੁੰਦੇ ਉਹ ਵੀ ਆਨਸਰ ਠੀਕ ਸੀ। ਸੋ 3 ਮੇਨ ਪ੍ਰੋਮੀਨੈਂਟ ਲੀਡਰ, ਮੋਤੀ ਲਾਲ ਨਹਿਰੂ, ਚਿਤਰੰਜਨ ਰਾਜ ਦਾਸ, ਲਾਲਾ ਲਾਜਪਤ ਰਾਏ, ਇਹਨਾਂ ਨੇ ਮਿਲ ਕੇ ਹੀ ਜਿਹੜੀ ਹੈ ਉਹ ਸਵਰਾਜ ਪਾਰਟੀ ਬਣਾਈ ਸੀ 1923। ਤਾਂ ਸਵਰਾਜ ਪਾਰਟੀ ਬਣੀ ਹੈ 1923 ਦੇ ਵਿੱਚ। ਇਹ ਗੱਲ ਧਿਆਨ 'ਚ ਰੱਖ ਲਿਓ, 1923, ਠੀਕ ਹੈ ਜੀ, ਸਵਰਾਜ ਪਾਰਟੀ। ਕਿਉਂਕਿ ਇਹਨਾਂ ਦਾ ਪਰਪਸ ਕੀ ਸੀ ਨਾ, ਮੌਂਟੇਗਿਊ ਚੇਂਜ ਫॉर ਰਿਫਾਰਮ ਆਈ 1919 ਵਿੱਚ, ਇੰਡੀਅਨਸ ਵਾਸਤੇ ਸੀਟਾਂ ਵਧਾਤੀਆਂ। 1909 'ਚ ਮੁਸਲਮਾਨਾਂ ਨੂੰ ਸੈਪਰੇਟ ਇਲੈਕਟੋਰਲ, ਧਰਮ ਦੇ ਨਾਮ ਤੇ ਸੀਟਾਂ ਰਿਜ਼ਰਵ। 1919 ਵਿੱਚ ਸਿੱਖਾਂ ਨੂੰ ਵੀ ਸੈਪਰੇਟ ਇਲੈਕਟੋਰਲ, ਸਿੱਖ ਕਮਿਊਨਿਟੀ ਨੂੰ, ਕਿਉਂਕਿ ਜਲਿਆਂਵਾਲਾ ਕਾਂਡ ਕਰਤਾ, ਸਿੱਖ ਕਮਿਊਨਿਟੀ ਨਾਰਾਜ਼ ਹੈ, ਤਾਂ ਕਿਤੇ ਨਾ ਕਿਤੇ ਮੱਲਮ ਲਗਾਉਣ ਵਾਸਤੇ ਇਹਨਾਂ ਨੇ ਸਿੱਖ ਕਮਿਊਨਿਟੀ ਨੂੰ ਵੀ ਕਹਿਤਾ ਕਿ ਤੁਹਾਨੂੰ ਵੀ ਧਰਮ ਦੇ ਆਧਾਰ 'ਤੇ ਪਾਰਲੀਮੈਂਟ ਵਿੱਚ ਸੀਟਾਂ ਰਿਜ਼ਰਵ ਕਰਾਂਗੇ। ਤਾਂ ਉਹ ਇਲੈਕਸ਼ਨ ਹੋਣੀ ਸੀ 1923 ਦੇ ਵਿੱਚ। ਤਾਂ ਉਹਨਾਂ ਇਲੈਕਸ਼ਨਾਂ ਨੂੰ ਧਿਆਨ 'ਚ ਰੱਖ ਕੇ ਸਵਰਾਜ ਪਾਰਟੀ ਦੇ ਜਿਹੜੇ ਲੋਕ ਸੀ, ਇਹਨਾਂ ਦੀ ਗਾਂਧੀ ਨਾਲ ਬਣਦੀ ਨਹੀਂ ਸੀਗੀ। ਇਹਨਾਂ ਨੇ ਕਿਹਾ ਵੀ ਯਾਰ ਅੰਦੋਲਨ ਚਲਾ ਲਿਆ, ਨਾਨ ਕੋਆਪਰੇਸ਼ਨ ਫਿਰ ਵਾਪਸ ਲੈ ਲਿਆ, ਵੀ ਐਂ ਗੱਲ ਨਹੀਂ ਬਣਨੀ, ਵੀ ਉਹ ਇਲੈਕਸ਼ਨ ਹੋ ਰਿਹਾ, ਆਪਾਂ ਪਾਰਲੀਮੈਂਟ 'ਚ ਜਾਓ, ਉੱਥੇ ਬੈਠੋ, ਉੱਥੇ ਆਪਾਂ ਆਪਦੇ ਤਰੀਕੇ ਨਾਲ ਜਿਹੜੇ ਐਕਟ ਵਗੈਰਾ ਪਾਸ ਕਰਵਾ ਸਕਦੇ ਹਾਂ। ਤਾਂ ਇਸ ਕਰਕੇ ਸਵਰਾਜ ਪਾਰਟੀ ਬਣੀ ਸੀ। ਸੋ ਅਗਰ ਤੁਸੀਂ ਕਲਾਸਿਸ ਵਗੈਰਾ ਲਗਾਓਗੇ ਡਿਟੇਲ, ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਸਾਰੀ ਹਿਸਟਰੀ ਚੱਲਦੀ ਹੈ ਜੀ। ਹੁਣ ਕਹਿੰਦੇ ਸਾਈਮਨ ਕਮਿਸ਼ਨ 1927 'ਚ ਬਣਿਆ, ਬਿਲਕੁਲ ਠੀਕ ਬਣਿਆ ਜੀ। ਡੇਟ ਲਿਖਣੀ ਹੋਈ 8 ਨਵੰਬਰ 1927।
ਸੋ 8 ਨਵੰਬਰ 1927 ਦੇ ਵਿੱਚ ਸਾਈਮਨ ਕਮਿਸ਼ਨ ਬਣਿਆ। ਜੌਨ ਸਾਈਮਨ ਇਹਦੇ ਚੇਅਰਮੈਨ ਸੀਗੇ ਔਰ 2 ਇੰਡੀਅਨ ਮੈਂਬਰ ਉਹ ਕਿੱਥੇ ਲਏ, ਤਾਂ ਹੀ ਤਾਂ ਰੌਲਾ ਪਿਆ। ਸਾਈਮਨ ਕਮਿਸ਼ਨ ਬਣੂਗਾ ਜਾਂ ਮਤਲਬ ਇੱਕ ਕਮਿਸ਼ਨ ਬਣੂਗਾ ਜਿਹੜਾ ਕਿ ਮੌਂਟੇਗਿਊ ਚੇਮਸਫੋਰਡ ਰਿਫਾਰਮਸ ਨੂੰ ਰਿਵਿਊ ਕਰੂਗਾ। 1921 ਚੋਂ ਲਾਗੂ ਹੋਏ ਸੀਗੇ, 1931 ਚ ਕਮਿਸ਼ਨ ਬਣਨਾ ਸੀ, 1927 ਚ ਬਣਾਤਾ ਝੋਲ ਛਾਪ ਕਰਕੇ। ਇਹਦੀ ਡਿਟੇਲ ਸਟੋਰੀਜ਼ ਹੈ, ਫਿਰ ਅੱਗੇ ਪਿੱਛੇ ਕਿਤੇ ਸੁਣਾਵਾਂਗੇ ਵੀ ਕਿਉਂ ਬਣਾਇਆ, ਪੂਰਾ ਘੰਟੇ ਦਾ ਲੈਕਚਰ ਆਪਣੇ ਆਪ ਦੇ ਵਿੱਚ ਉਹ। ਲੇਕਿਨ ਉਸ ਸਮੇਂ ਵਾਅਦਾ ਇੰਡੀਅਨਸ ਨਾਲ ਕੀਤਾ ਗਿਆ ਸੀ ਕਿ ਠੀਕ ਹੈ ਸਾਹਿਬ, ਅੱਧੇ ਮੈਂਬਰ ਇੰਡੀਅਨਸ ਰੱਖਾਂਗੇ, ਅੱਧੇ ਬ੍ਰਿਟਿਸ਼ਰ ਰੱਖਾਂਗੇ। ਲੇਕਿਨ ਇਹਨਾਂ ਨੇ ਇੱਕ ਵੀ ਮੈਂਬਰ ਇੰਡੀਅਨ ਨਹੀਂ ਰੱਖਿਆ, ਤਾਂ ਆਲ ਮੈਂਬਰਸ ਵਾਰ ਬ੍ਰਿਟਿਸ਼ਰ। ਤਾਂ ਹੀ ਤਾਂ ਸਾਈਮਨ ਗੋ ਬੈਕ ਦੇ ਨਾਅਰੇ ਲੱਗੇ, ਤਾਂ ਹੀ ਆਪਣੇ ਕਾਂਗਰਸ ਨੇ ਵਿਰੋਧ ਕੀਤਾ ਵੀ ਯਾਰ ਤੁਸੀਂ ਇੰਡੀਅਨ ਮੈਂਬਰ ਹੀ ਨਹੀਂ ਰੱਖਣਾ, ਤਾਂ ਤੁਸੀਂ ਐਵੇਂ ਝੋਲ ਛਾਪ ਕਰੀ ਜਾਂਦੇ ਹੋ, ਤੁਸੀਂ ਮਨਾ ਹੀ ਕਰ ਦਿਓ, ਡਰਾਮਾ ਕਿਉਂ ਕਰਦੇ ਹੋ ਵੀ ਅਸੀਂ ਰਿਫਾਰਮ ਕਰਾਂਗੇ। ਸੋ ਸਾਈਮਨ ਕਮਿਸ਼ਨ ਦਾ ਮੇਨ ਪਰਪਸ ਸੀਗਾ ਕਿ ਜੋ ਆਪਾਂ ਨੂੰ 1919 ਵਿੱਚ ਰਿਫਾਰਮਸ ਦੇ ਨਾਲ ਸੀਟਾਂ ਦਿੱਤੀਆਂ ਗਈਆਂ ਸੀ, ਉਹ ਰਿਫਾਰਮਸ ਨੂੰ ਰਿਵਿਊ ਕਰਨਾ ਵੀ ਇੰਡੀਅਨਸ ਨੂੰ ਡੈਮੋਕ੍ਰੇਸੀ ਨੂੰ ਸਮਝ ਪਾਏ ਕਿ ਨਹੀਂ ਸਮਝ ਪਾਏ, ਇਹਨਾਂ ਨੂੰ ਹੋਰ ਐਕਸਟਰਾ ਸੀਟਾਂ ਦੇਣੀਆਂ ਕਿ ਨਹੀਂ ਦੇਣੀਆਂ, ਉਹਨਾਂ ਚੀਜ਼ਾਂ ਨੂੰ ਰਿਵਿਊ ਕਰਨਾ, ਉਹਦੇ ਵਾਸਤੇ ਇਹ ਬਣਾਇਆ ਗਿਆ ਸੀ ਸਾਈਮਨ ਕਮਿਸ਼ਨ। ਅੱਗੇ ਚੱਲਦੇ ਹਾਂ ਜੀ। ਵਾਟ ਵਾਜ਼ ਦਾ ਮੇਨ ਰੀਜ਼ਨ ਬਿਹਾਈਂਡ ਦਾ, ਰੀਜ਼ਨ ਕੀ ਸੀਗਾ ਦੱਸਿਆ ਸੀਗਾ, ਇੱਕ ਮਿੰਟ ਲੱਭੋ ਇੱਥੇ। ਐਨਾਲਿਸਿਸ ਦਾ ਵਰਕਿੰਗ ਸਟਾਈਲ ਗਵਰਨਮੈਂਟ ਆਫ ਇੰਡੀਆ, ਸਟੱਡੀ ਦਾ ਕੌਨਸਟੀਟਿਊਸ਼ਨਲ ਰਿਫਾਰਮ 1919 ਦੇ ਹੋਈ ਸੀ ਨਾ ਕੌਨਸਟੀਟਿਊਸ਼ਨਲ ਰਿਫਾਰਮ, ਉਹਦੇ ਵਾਸਤੇ ਸੀ। ਸੁਜੈਸਟ ਵੇ ਫॉर ਕੰਟਰੋਲਿੰਗ ਨੈਸ਼ਨਲਿਜ਼ਮ ਇਨ ਇੰਡੀਆ, ਸੁਜੈਸਟ ਵੇ ਫॉर ਇੰਕਰੀਜ਼ਿੰਗ ਰੈਵਨਿਊ, ਨਹੀਂ ਉਹ ਇਹ ਬਸ ਉਹੀ ਹੈ ਜੀ, ਹੋਰ ਕੁਛ ਨਹੀਂ ਹੈ। ਠੀਕ ਹੈ, ਇਹ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। ਸਾਈਮਨ ਕਮਿਸ਼ਨ ਬਣਿਆ 8 ਨਵੰਬਰ 1927। ਇੰਡੀਆ ਵਿਜ਼ਿਟ ਕੀਤਾ 3 ਫਰਵਰੀ 1928। ਯਾਦ ਰੱਖਣਾ ਹੈ, ਦੋਨੇ ਡੇਟਸ ਕੁਐਸਚਨ ਪੇਪਰ 'ਚ ਆਏ ਹੋਏ ਨੇ, ਰੀਅਲ ਜਿਹੜੇ ਐਕਚੁਅਲ ਪੇਪਰਾਂ ਦੀ ਗੱਲ ਕਰ ਰਿਹਾ ਮੈਂ। Who among the following was the president of Indian National Congress when the resolution ਪੂਰਨ ਸਵਰਾਜ? ਪੂਰਨ ਸਵਰਾਜ ਜਿਹੜਾ ਹੈ ਜੀ, ਇਹਨਾਂ ਨੇ 27 ਦਸੰਬਰ ਜਿਹੜਾ ਹੈ, 27 ਦਸੰਬਰ ਨਹੀਂ ਹੈ, ਦੇਖੋ 27 ਦਸੰਬਰ 1929 ਨੂੰ ਤਾਂ ਜਿਹੜਾ ਇਹਨਾਂ ਨੇ ਆਪਦਾ ਸੈਸ਼ਨ, ਲਾਹੌਰ ਸੈਸ਼ਨ ਰੱਖਿਆ ਕਾਂਗਰਸ ਨੇ, ਜਵਾਹਰ ਲਾਲ ਨਹਿਰੂ ਉਹਦੇ ਪ੍ਰਧਾਨ ਬਣ ਗਏ ਔਰ ਪਹਿਲੀ ਵਾਰ ਜਵਾਹਰ ਲਾਲ ਨਹਿਰੂ 1929 ਦੇ ਲਾਹੌਰ ਸੈਸ਼ਨ ਦੇ ਵਿੱਚ ਪ੍ਰਧਾਨ ਬਣੇ ਸੀ। ਉੱਥੇ 31 ਦਸੰਬਰ 1929, ਇਹ ਡੇਟ ਬਈ ਯਾਦ ਰੱਖਣੀ ਹੈ, 31 ਦਸੰਬਰ 31 of ਦਸੰਬਰ 31 ਦਸੰਬਰ 1929 ਨੂੰ ਜਿਹੜਾ ਹੈ ਇਹ ਪੂਰਨ ਸਵਰਾਜ ਦਾ ਰੈਜ਼ੋਲੂਸ਼ਨ ਲਾਹੌਰ ਸੈਸ਼ਨ ਜਵਾਹਰ ਲਾਲ ਨਹਿਰੂ ਦੀ ਅਧਿਕਸ਼ਤਾ ਦੇ ਵਿੱਚ ਹੋਇਆ। ਉੱਥੇ ਪਹਿਲੀ ਵਾਰ ਪਾਸ ਕੀਤਾ ਗਿਆ। ਜਿਹੜੀ ਹੁਣ ਤੱਕ ਇਹਨਾਂ ਦੀ ਡਿਮਾਂਡ ਸੀ ਕਾਂਗਰਸ ਦੀ, ਜਿਹੜੀ ਹੈ ਡੋਮੀਨੀਅਨ ਸਟੇਟਸ ਦੀ, ਵੀ ਚਲੋ ਇੰਗਲੈਂਡ ਦੀ ਮਹਾਰਾਣੀ ਨੂੰ ਆਪਦੀ ਮਹਾਰਾਣੀ ਮੰਨ ਲਾਂਗੇ, ਵਾਇਸਰਾਏ ਨੂੰ ਆਪਦਾ ਵਾਇਸਰਾਏ ਮੰਨ ਲਾਂਗੇ, ਪਰ ਇੰਟਰਨਲ ਤੌਰ ਤੇ ਗਵਰਨਮੈਂਟ ਇੰਡੀਅਨਸ ਦੀ ਹੋਣੀ ਚਾਹੀਦੀ ਹੈ, ਉਹਨੂੰ ਬੋਲਦੇ ਆ ਡੋਮੀਨੀਅਨ ਸਟੇਟਸ। ਡਿਟੇਲ ਇਹਦੀ ਕਲਾਸ ਵਿੱਚ ਕਰਾਈ ਹੋਈ ਹੈ। ਤਾਂ ਡੋਮੀਨੀਅਨ ਸਟੇਟਸ ਦੀ ਡਿਮਾਂਡ ਨੂੰ ਇਹਨਾਂ ਨੇ ਗਿਵ ਅਪ ਕੀਤਾ ਔਰ ਪਹਿਲੀ ਵਾਰ ਪੂਰਨ ਸਵਰਾਜ ਦਾ ਰੈਜ਼ੋਲੂਸ਼ਨ ਜਿਹੜਾ ਉਹ ਪਾਸ ਕੀਤਾ। ਸੋ ਇਹ ਗੱਲ ਧਿਆਨ 'ਚ ਰੱਖਣੀ ਹੈ, ਪੂਰਨ ਸਵਰਾਜ 31 ਦਸੰਬਰ 1929, ਇਹ ਯਾਦ ਰੱਖਣਾ ਹੈ। ਰਾਵੀ ਨਦੀ ਦੇ ਕਿਨਾਰੇ ਹੋਇਆ ਸੀ ਸੈਸ਼ਨ, ਇਹ ਯਾਦ ਰੱਖ ਲਿਓ। ਲਾਹੌਰ ਵਿੱਚੋਂ ਰਾਵੀ ਰਿਵਰ ਨਿਕਲਦੀ ਹੈ, ਮਤਲਬ ਪਾਸ ਕਰਦੀ ਹੈ, ਜਾਂਦੀ ਹੈ। ਰਾਣੀ ਕੈਂਦੇਲੂ ਮਨੀਪੁਰ ਦੀ ਲੇਡੀ ਰਹੀ ਹੈ ਜੀ। ਇਹ ਵੈਸੇ ਕਿਤੋਂ ਦੀ ਰਾਣੀ ਨਹੀਂ ਸੀ, ਜਵਾਹਰ ਲਾਲ ਨਹਿਰੂ ਨੇ ਇਹਨਾਂ ਨੂੰ ਇੱਕ ਟਾਈਟਲ ਦਿੱਤਾ ਸੀ ਰਾਣੀ ਦਾ, ਸਿਵਲ ਡਿਸਓਬੀਡੀਐਂਸ ਮੂਵਮੈਂਟ, ਜਿਹੜਾ ਕਿ 1930 ਦੇ ਵਿੱਚ ਹੋਇਆ। ਜਦੋਂ ਦਾਂਡੀ ਯਾਤਰਾ ਕੀਤੀ ਗਾਂਧੀ ਹੋਣਾ ਨੇ, ਤਾਂ 1930 ਦੇ ਵਿੱਚ ਇਹ ਸ਼ੁਰੂ ਹੋਇਆ, 6 ਅਪ੍ਰੈਲ 1930 ਤੋਂ ਜੀ। ਇਤਿਹਾਸ ਦੇ ਵਿੱਚ 6 ਅਪ੍ਰੈਲ ਬੜੀ ਇੰਪੋਰਟੈਂਟ ਡੇਟ ਹੈ, ਚਾਹੇ ਉਹ ਸਿਵਲ ਡਿਸਓਬੀਡੀਐਂਸ ਮੂਵਮੈਂਟ ਤੋਂ ਬਾਅਦ ਸਿਵਲ ਡਿਸਓਬੀਡੀਐਂਸ ਮੂਵਮੈਂਟ ਦਾ ਸ਼ੁਰੂ ਹੋਣਾ ਹੋਵੇ, ਚਾਹੇ ਉਹ 6 ਅਪ੍ਰੈਲ 1980 ਵਿੱਚ ਬੀਜੇਪੀ ਦਾ ਬਣਨਾ ਹੋਵੇ, ਚਾਹੇ ਉਹ 6 ਅਪ੍ਰੈਲ 1896 ਦੇ ਵਿੱਚ ਪਹਿਲੀ ਵਾਰ ਓਲੰਪਿਕਸ ਦਾ ਹੋਣਾ ਹੋਵੇ, ਤਾਂ ਹੋਰ ਬਹੁਤ ਸਾਰੇ ਐਸੀ ਘਟਨਾਵਾਂ, ਚਾਹੇ 6 ਅਪ੍ਰੈਲ 1937 ਵਿੱਚ ਪੰਜਾਬ ਵਿਧਾਨ ਸਭਾ ਦਾ ਬਣਨਾ ਹੋਵੇ। ਸੋ ਇਤਿਹਾਸ ਦੇ ਵਿੱਚ 6 ਅਪ੍ਰੈਲ ਦੀ ਆਪਣੀ ਇੰਪੋਰਟੈਂਸ ਹੈ, ਇਹਨੂੰ ਧਿਆਨ 'ਚ ਰੱਖ ਲਿਓ। ਆਪਦੇ ਬਰਥਡੇ ਦੇ ਹਿਸਾਬ ਨਾਲ ਯਾਦ ਰੱਖ ਲਿਆ ਕਰੋ ਬਈ, ਕਿਸੇ ਦਾ ਕੋਈ ਬਰਥਡੇ ਆ ਗਿਆ 6 ਅਪ੍ਰੈਲ ਦਾ, ਉਹਨੂੰ ਆਪਦੇ ਯਾਦ ਰੱਖ ਲਓ ਵੀ ਕੀ ਮਹਾਨ ਕੰਮ ਹੋਏ ਨੇ। ਚਲੋ ਅੱਗੇ ਚੱਲਦੇ ਹਾਂ ਜੀ। ਮਨੀਪੁਰ ਧਿਆਨ 'ਚ ਰੱਖਣਾ ਹੈ, ਰਾਣੀ ਕੈਂਦੇਲੂ ਜਿਹੜੀ ਉਹ ਮਨੀਪੁਰ ਦੀ ਲੇਡੀ ਹੋ ਰਹੀ ਹੈ ਜੀ, ਆਜ਼ਾਦੀ ਤੋਂ ਬਾਅਦ ਵੀ ਰਹੀ ਹੈ, ਕਾਫੀ 올ਡ ਏਜ ਹੋ ਕੇ ਇਹਦੀ ਡੈਥ ਹੋਈ ਹੈ ਮਤਲਬ ਦੁਨੀਆ ਤੋਂ ਸੰਸਾਰਿਕ ਯਾਤਰਾ ਪੂਰੀ ਕੀਤੀ। ਅੱਜ ਗਵਰਨਮੈਂਟ ਆਫ ਇੰਡੀਆ ਦੁਆਰਾ ਵੂਮਨ ਇੰਪਾਵਰਮੈਂਟ ਦੇ ਕਈ ਅਵਾਰਡ ਦਿੱਤੇ ਜਾਂਦੇ ਆ, 6-7 ਅਵਾਰਡ ਦਿੱਤੇ ਜਾਂਦੇ ਆ ਰਾਣੀ ਲక్ష్ਮੀ ਬਾਈ ਦੇ ਨਾਮ ਤੇ। ਉਹਨਾਂ ਵਿੱਚੋਂ ਇੱਕ ਰਾਣੀ ਕੈਂਦੇਲੂ ਦੇ ਨਾਮ ਤੇ ਵੀ ਅਵਾਰਡ ਦਿੱਤਾ ਜਾਂਦਾ ਹੈ, ਯਾਦ ਰੱਖ ਲਿਓ। ਜਵਾਹਰ ਲਾਲ ਨਹਿਰੂ ਹੋਣਾ ਦੁਆਰਾ ਰਾਣੀ ਕੈਂਦੇਲੂ ਜਿਹੜੀ ਹੈ, ਜਵਾਹਰ ਲਾਲ ਨਹਿਰੂ ਨੇ ਇਸ ਨੂੰ ਰਾਣੀ ਦਾ ਟਾਈਟਲ ਦਿੱਤਾ ਸੀ। ਮਨੀਪੁਰ ਦੀ ਬੜੀ ਯੰਗ ਏਜ ਦੀ ਲੇਡੀ ਸੀਗੀ, ਜਿਸ ਨੇ ਲੜਕੀ ਸੀ ਜਿਹਨੇ ਪਾਰਟਿਸਿਪੇਟ ਕੀਤਾ। ਸਿਵਲ ਡਿਸਓਬੀਡੀਐਂਸ ਮੂਵਮੈਂਟ ਦਾ ਜੀ ਪੂਰਾ ਚੈਪਟਰ ਹੈ। ਆਮ ਤੌਰ ਤੇ ਮੈਂ ਅਰਿਹੰਤ ਦੀ ਬੁੱਕ ਪ੍ਰੈਫਰ ਕਰਦਾ ਹੁੰਦਾ, ਠੀਕ ਹੈ। ਤਰੁਣ ਗੋਲ ਦੀ ਬੁੱਕ ਵੀ ਅੱਛੀ ਹੈ, ਲੂਸੈਂਟ ਦੀ ਬੁੱਕ ਵੀ ਅੱਛੀ ਹੈ। ਅਗਰ ਤੁਸੀਂ ਡਿਟੇਲ ਪੜ੍ਹਦੇ ਹੋ, ਸਿਵਲ ਡਿਸਓਬੀਡੀਐਂਸ ਮੂਵਮੈਂਟ 'ਤੇ ਜਾਓਗੇ, ਪੂਰੀ ਲਿਸਟ ਬਣੀ ਹੋਈ ਹੈ ਕਿ ਕਿੱਥੇ ਕਿੱਥੇ ਮੂਵਮੈਂਟ ਨੂੰ ਕਿਹਨੇ ਲੀਡ ਕੀਤਾ। ਸੀ ਰਾਜਗੋਪਾਲਚਾਰੀ ਹੋਣਾ ਨੇ ਤਮਿਲਨਾਡੂ ਵਿੱਚ ਲੀਡ ਕੀਤਾ ਜੀ, ਕੇ ਕਲੱਪਨ ਹੋਣਾ ਨੇ ਕੇਰਲ ਦੇ ਵਿੱਚ ਲੀਡ ਕੀਤਾ,
ਉਸ ਸਮੇਂ ਖਾਨ ਅਬਦੁਲ ਗਫਾਰ ਖਾਨ ਸਾਹਿਬ ਹੋਏ, ਜਿਹੜਾ ਕਿ ਨਾਰਥ ਵੈਸਟ ਫਰੰਟਰੀ ਪ੍ਰੋਵੀਂਸ, ਅੱਜ ਪਾਕਿਸਤਾਨ ਅਫਗਾਨਿਸਤਾਨ ਦੀ ਬਾਉਂਡਰੀ ਦਾ ਏਰੀਆ ਹੈ, ਉੱਥੇ ਉਹਨਾਂ ਨੇ ਇਸ ਨੂੰ ਲੀਡ ਕੀਤਾ। ਸੋ ਪੂਰੀ ਲਿਸਟ ਬਣੀ ਹੁੰਦੀ ਹੈ, ਤਾਂ ਉਹ ਯਾਦ ਕਰਨਾ ਹੁੰਦਾ। ਇਹ ਕੁਐਸਚਨ ਉੱਥੋਂ ਪਿਕ ਕੀਤਾ ਗਿਆ ਔਰ ਪੇਪਰ 'ਚ ਪੁੱਛਦੇ ਆ। ਤੁਸੀਂ ਵੈਸੇ ਵੀ ਰੀਅਲ ਪੇਪਰ ਵੀ ਕਦੀ ਦੇਖੋਗੇ, ਉਹ ਵੀ ਅਸੀਂ ਕੁਐਸਚਨ ਮੈਂ ਉਹਦੇ 'ਚ ਬਹੁਤ ਪਾਏ ਨੇ, ਤਾਂ ਤੁਹਾਨੂੰ ਇਹ ਮਿਲਣਗੇ, ਯਾਦ ਕਰਨੇ ਆ। ਗੜਵਾਲ ਰੈਜੀਮੈਂਟ, ਉਸ ਸਮੇਂ ਗੜਵਾਲ ਏਰੀਆ ਵੈਸੇ ਤਾਂ ਉੱਤਰਾਖੰਡ ਦਾ ਹੈ। ਉੱਤਰਾਖੰਡ ਦੇ ਦੋ ਹਿੱਸੇ ਨੇ ਜੀ, ਫਿਜ਼ੀਕਲ ਜੋਗਰਾਫੀ 'ਚ ਪੜ੍ਹਾਈ ਜਾਂਦੀ ਹੈ ਚੀਜ਼, ਇੱਕ ਕੁਮਾਊਂ ਰੀਜਨ ਹੈ, ਇੱਕ ਗੜਵਾਲ ਰੀਜਨ ਹੈ। ਸੋ ਗੜਵਾਲ ਰੈਜੀਮੈਂਟ ਉਸ ਸਮੇਂ ਪੇਸ਼ਾਵਰ ਦੇ ਵਿੱਚ ਡਿਪਲੋਏ ਸੀਗੀ। 1930 ਦੇ ਸਮੇਂ ਨੌਨ ਕੋਆਪਰੇਸ਼ਨ ਮੂਵਮੈਂਟ ਦੇ 1930 ਦੇ ਵਿੱਚ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਸਮੇਂ, ਨੌਨ ਕੋਆਪਰੇਸ਼ਨ ਤਾਂ 1920 'ਚ ਹੋਇਆ, ਤਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਸਮੇਂ ਪੇਸ਼ਾਵਰ ਦੇ ਵਿੱਚ ਜਿਹੜੇ ਅੰਦੋਲਨਕਾਰੀ ਸੀ ਉਹਨਾਂ ਉੱਤੇ ਗੋਲੀ ਚਲਾਉਣ ਤੋਂ ਇਹਨਾਂ ਨੇ ਮਨਾ ਕਰਤਾ ਸੀ। ਅੰਗਰੇਜ਼ਾਂ ਨੇ ਕਿਹਾ ਗੋਲੀ ਚਲਾਓ, ਸੈਨਾ ਨੇ ਮਨਾ ਕਰਤਾ। ਤਾਂ ਇੱਥੋਂ ਕਿਤੇ ਨਾ ਕਿਤੇ ਇਹ ਪਹਿਲਾ ਐਵੀਡੈਂਸ ਮਿਲਦਾ ਵੀ ਜਦੋਂ ਸੈਨਾ ਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਰਾਸ਼ਟਰਵਾਦ, ਨੈਸ਼ਨਲਿਜ਼ਮ ਦੀ ਭਾਵਨਾ ਆਉਣੀ ਸ਼ੁਰੂ ਹੋ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਵਿਚਾਰੇ ਉਹ ਸਾਰਿਆਂ ਦਾ ਕੋਰਟ ਮਾਰਸ਼ਲ ਹੋ ਗਿਆ, ਬਹੁਤ ਲੰਬੀ ਉਹਨਾਂ ਨੂੰ ਸਜ਼ਾ ਹੋ ਗਈਆਂ, ਇੰਪੀਜ਼ਰਮੈਂਟ ਹੋ ਗਏ, ਉਹ ਇੱਕ ਡਿਫਰੈਂਟ ਚੀਜ਼ ਹੈ। ਪਰ ਉਹਨਾਂ ਨੇ ਜਾਗਦੀ ਜ਼ਮੀਰ ਸੀ ਉਹਨਾਂ ਦੀ ਜੀ, ਉਹਨਾਂ ਨੇ ਆਪਦਾ ਫਰਜ਼ ਨਿਭਾਇਆ, ਜੋ ਕਰ ਸਕਦੇ ਸੀ ਕੀਤਾ। ਉਹਨਾਂ ਨੇ ਅੰਦੋਲਨਕਾਰੀਆਂ 'ਤੇ ਗੋਲੀ ਚਲਾਉਣ ਤੋਂ ਮਨਾ ਕਰਤਾ। ਸਿਵਲ ਡਿਸਓਬੀਡੀਐਂਸ ਮੂਵਮੈਂਟ ਇਹਦਾ ਆਨਸਰ ਆਊਗਾ। ਫਿਰ ਕਹਿੰਦੇ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਪਾਰਟੀਸਪੇਸ਼ਨ ਰਹੀ ਵੂਮੈਨਸ ਦੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ, ਬਿਲਕੁਲ ਰਹੀ ਜੀ। ਸਰੋਜਨੀ ਨਾਇਡੂ ਨੇ ਦਾਂਡੀ ਯਾਤਰਾ 'ਚ ਗਾਂਧੀ ਦਾ ਸਾਥ ਦਿੱਤਾ, ਇਹ ਬਿਲਕੁਲ ਠੀਕ ਹੈ। ਠੀਕ ਹੈ, ਤੁਸੀਂ ਟੌਪਿਕ ਪੜ੍ਹੀ ਹੈ, ਬਿਲਕੁਲ ਸਿੰਪਲ ਹੈ। ਸਰੋਜਨੀ ਨਾਇਡੂ ਨਾਲ ਗਏ ਸੀ ਮਹਾਤਮਾ ਗਾਂਧੀ ਦੇ। ਅੰਬਾਬਾਈ ਕਰਨਾਟਕ ਦੀ ਲੇਡੀ ਸੀ, ਅੰਬਾ ਲਾਲ ਸਾਰਾਭਾਈ ਨਾਲ ਮਿਕਸ ਨਹੀਂ ਕਰਨਾ, ਅੰਬਾਬਾਈ ਕਰਨਾਟਕ ਦੀ ਸੀਗੀ ਜੀ। ਇਹਨੇ ਵੀ ਸਿਵਲ ਡਿਸਓਬੀਡੀਐਂਸ, ਤੁਹਾਨੂੰ ਦੱਸਿਆ ਨਾ ਵੀ ਪੂਰੀ ਲਿਸਟ ਬਣੀ ਹੋਈ ਹੈ। ਦੇਖੋ ਇਹ ਮੈਂ ਹੁਣ, ਤੁਸੀਂ ਅਗਰ ਕਹੋ ਕਿ ਮੈਂ ਪੂਰਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਪੜ੍ਹਾਵਾਂ, ਪੂਰਾ ਪੌਣੇ ਘੰਟੇ ਦਾ ਚੈਪਟਰ ਹੈ ਆਪਣੇ ਆਪ ਦੇ ਵਿੱਚੋਂ। ਸੋ ਲਿਸਟ ਬਣੀਆਂ ਹੁੰਦੀਆਂ। ਮੈਂ ਤਾਂ ਤੁਹਾਨੂੰ ਨਾਲ ਸੋਰਸ ਦੱਸ ਰਿਹਾ। ਤੁਸੀਂ ਟੈਸਟ ਸੀਰੀਜ਼ ਕਰ ਰਹੇ ਹੋ, ਮੀਨਸ ਤੁਸੀਂ ਆਲਰੇਡੀ ਪੜ੍ਹ ਰੱਖਿਆ। ਨਹੀਂ ਇਹ ਚੀਜ਼ ਪੜ੍ਹੀਆਂ, ਨਹੀਂ ਇਹ ਕੁਐਸਚਨ ਪੜ੍ਹੇ, ਤਾਂ ਤੁਹਾਨੂੰ ਮੈਂ ਸੋਰਸ ਦੱਸ ਰਿਹਾ ਵੀ ਜਾਓ ਬੁੱਕਸ ਚੱਕੋ, ਲੂਸੈਂਟ ਦੀ ਬੁੱਕ ਚੱਕੋ, ਤਰੁਣ ਗੋਇਲ ਦੀ ਚੱਕੋ, ਅਰੀਹੰਤ ਦੀ ਚੱਕੋ, ਲਿਸਟਾਂ ਦੇ ਰੱਖੀਆਂ, ਉੱਥੋਂ ਯਾਦ ਕਰੋ, ਕੁਐਸਚਨ ਆਉਂਦੇ ਆ। ਸੋ ਇੱਥੇ ਆਨਸਰ ਕੀ ਆਊਗਾ? ਦੋਨੇ ਠੀਕ ਹੈ ਜੀ, ਇਹ ਬੋਥ 1 ਐਂਡ 2 ਦੋਨੇ ਠੀਕ ਹੈ। ਹੂ ਅਮੰਗ ਦਾ ਫੋਲੋਇੰਗ ਐਸਟੈਬਲਿਸ਼ ਆਲ ਬੰਗਾਲ ਕਾਉਂਸਿਲ, ਇਹਦੇ ਵਿੱਚ ਇੱਕ ਤਾਂ JM ਸੇਨ ਗੁਪਤਾ ਸੀਗੇ, ਇੱਕ ਇਹਨਾਂ ਦੇ ਨਾਲ ਸੁਭਾਸ਼ ਚੰਦਰ ਬੋਸ ਵੀ ਸੀਗੇ। ਪਰ ਚੂੰਕਿ JM ਸੇਨ ਗੁਪਤਾ ਦਾ ਨਾਮ ਜ਼ਿਆਦਾ ਪ੍ਰੋਮੀਨੈਂਟ ਸੀ ਉਸ ਸਮੇਂ, ਸੁਭਾਸ਼ ਚੰਦਰ ਬੋਸ ਥੋੜ੍ਹੇ ਯੰਗ ਏਜ ਵਿੱਚ ਨੇ, ਤਾਂ ਸੁਭਾਸ਼ ਚੰਦਰ ਬੋਸ, JM ਸੇਨ ਗੁਪਤਾ, ਇਹਨਾਂ ਨੇ ਆਲ ਬੰਗਾਲ ਕਾਉਂਸਿਲ ਸਿਵਲ ਡਿਸਓਬੀਡੀਐਂਸ ਦੇ ਸਮੇਂ ਇਸਟੈਬਲਿਸ਼ ਕੀਤੀ। ਤੁਹਾਨੂੰ ਮੈਂ ਦੱਸਿਆ ਸਿਵਲ ਡਿਸਓਬੀਡੀਐਂਸ ਜਿਹੜਾ ਟੌਪਿਕ ਹੈ ਬੜਾ ਇੰਪੋਰਟੈਂਟ ਟੌਪਿਕ ਹੈ। ਪੂਰੇ ਆਲ ਓਵਰ ਇੰਡੀਆ 'ਚ ਛੋਟੇ ਛੋਟੇ ਗਰੁੱਪ ਬਣਨੇ ਸ਼ੁਰੂ ਹੋ ਗਏ, ਛੋਟੀ ਛੋਟੀਆਂ ਪਾਰਟੀਆਂ ਬਣਨੀਆਂ ਸ਼ੁਰੂ ਹੋ ਗਈਆਂ। ਹਰ ਇੱਕ ਬੰਦਾ ਆਪਣੇ ਲੈਵਲ 'ਤੇ ਸਿਵਲ ਡਿਸਓਬੀਡੀਐਂਸ। ਅੱਛਾ, ਤੁਹਾਨੂੰ ਮੈਂ ਦੱਸਦਾ ਸਿਵਲ ਡਿਸਓਬੀਡੀਐਂਸ ਦਾ ਮਤਲਬ ਕੀ ਹੁੰਦਾ ਹੈ। ਸਰਕਾਰੀ ਕਾਨੂੰਨਾਂ ਦੀ ਨਾਫਰਮਾਨੀ ਕਰਨਾ, ਖਾਸ ਤੌਰ 'ਤੇ ਟੈਕਸ ਨਾ ਪੇ ਕਰਨਾ। 1930 ਦੇ ਵਿੱਚ ਜਦੋਂ 12 ਮਾਰਚ 1930 ਨੂੰ ਮਹਾਤਮਾ ਗਾਂਧੀ ਹੋਣਾ ਨੇ ਆਪਦੀ ਦਾਂਡੀ ਯਾਤਰਾ ਸ਼ੁਰੂ ਕੀਤੀ, ਸਵਾਲ ਇਹ ਸੀਗਾ ਕਿਉਂ ਕੀਤੀ। 1929 ਤੋਂ ਲੈ ਕੇ 1933 ਤੱਕ ਜੀ ਦੁਨੀਆ ਦੇ ਵਿੱਚ ਬਹੁਤ ਭਿਅੰਕਰ ਆਰਥਿਕ ਮੰਦੀ ਰਹੀ ਹੈ, ਜਿਹਨੂੰ ਆਪਾਂ ਇਕਨੋਮਿਕ ਕ੍ਰਾਈਸਿਸ ਕਹਿੰਦੇ ਹਾਂ। ਇਹਨੂੰ ਗ੍ਰੇਟ ਡਿਪਰੈਸ਼ਨ ਕਿਹਾ ਜਾਂਦਾ ਹੈ। ਹਿਟਲਰ ਵੀ ਗ੍ਰੇਟ ਡਿਪਰੈਸ਼ਨ ਦੀ ਦੇਣ ਹੈ। ਕਦੀ ਮੌਕਾ ਲੱਗਿਆ ਤੁਸੀਂ ਵਰਲਡ ਹਿਸਟਰੀ ਦੀਆਂ ਕਲਾਸਿਸ ਲਗਾਓਗੇ, ਬਹੁਤ ਡਿਟੇਲ ਉਹਦੇ 'ਚ ਪੂਰਾ ਨਾਜ਼ੀਜ਼ਮ ਦਾ ਪੈਦਾ ਹੋਣਾ, ਹਿਟਲਰ ਦਾ ਪੈਦਾ ਹੋਣਾ ਜਰਮਨੀ ਦੇ ਵਿੱਚ, ਔਰ ਮੁਸੋਲਿਨੀ ਦਾ ਡਿਕਟੇਟਰ ਦੇ ਤੌਰ 'ਤੇ ਪੈਦਾ ਹੋਣਾ ਇਟਲੀ ਦੇ ਵਿੱਚ। ਇਸ 'ਤੇ ਡਿਟੇਲ ਚਰਚਾ ਕਰਾਂਗੇ। ਸੋ ਉਸ ਸਮੇਂ 1929 ਵਿੱਚ ਆਰਥਿਕ ਮੰਦੀ ਹੈ, ਬ੍ਰਿਟੇਨ ਵੀ ਆਰਥਿਕ ਮੰਦੀ ਵਿੱਚੋਂ ਗੁਜ਼ਰ ਰਿਹਾ ਹੈ। ਉਹਨੇ ਬਹੁਤ ਸਾਰੇ ਨਵੇਂ ਟੈਕਸ ਲਗਾਤੇ, ਆਪਦੀਆਂ ਕਲੋਨੀਜ਼ ਵਿੱਚ ਵੀ ਨਵੇਂ ਟੈਕਸ ਲਗਾਤੇ, ਪੁਰਾਣੇ ਵਾਲੇ ਟੈਕਸ ਵਧਾਤੇ, ਜਿਹੜੇ ਲੱਗੇ ਹੋਏ ਸੀ ਉਹ ਹੋਰ ਇੰਕਰੀਜ਼ ਕਰਤੇ। ਉਸ ਸਮੇਂ ਨਮਕ ਦੇ ਉੱਤੇ ਵੀ ਇਹਨਾਂ ਨੇ ਟੈਕਸ ਲਗਾਤਾ। ਹੁਣ ਗਾਂਧੀ ਉਹਨਾਂ ਦਾ ਇਹੀ ਕਹਿਣਾ ਸੀ, ਕਹਿੰਦੇ ਸਾਹਿਬ ਜਿਹੜੀ ਚੀਜ਼ ਰੂਟੀਨ ਦੀ ਯੂਜ਼ ਵਾਲੀ ਉਹਦੇ ਉੱਤੇ ਤੁਸੀਂ ਕਿਵੇਂ ਟੈਕਸ ਲਗਾ ਸਕਦੇ ਹੋ। ਤਾਂ ਇਸ ਗੱਲ ਨੂੰ ਲੈ ਕੇ ਇਹਨਾਂ ਦੀ ਅੜੀ ਹੋ ਗਈ। ਤਾਂ ਹੀ ਫਿਰ ਇਹਨਾਂ ਨੇ ਪਹਿਲਾਂ ਤਾਂ ਗਾਂਧੀ ਹੋਣਾ ਨੇ ਵਾਇਸਰਾਏ ਉਸ ਸਮੇਂ ਜਿਹੜੇ ਸੀਗੇ, ਲਾਰਡ ਇਰਵਿਨ ਉਸ ਸਮੇਂ ਵਾਇਸਰਾਏ ਸੀਗੇ ਇੰਡੀਆ ਦੇ, 1926 ਤੋਂ ਲੈ ਕੇ 1931 ਤੱਕ ਰਹੇ ਨੇ। ਉਹਨਾਂ ਨੂੰ ਮਿਲਣ ਵਾਸਤੇ ਟਾਈਮ ਮੰਗਿਆ, ਉਹਨਾਂ ਨੇ ਟਾਈਮ ਟੂਮ ਦਿੱਤਾ ਨਹੀਂ। ਤਾਂ ਫਿਰ ਇਹਨਾਂ ਨੇ ਅੱਕ ਕੇ ਗਾਂਧੀ ਹੋਣਾ ਨੇ ਕਿਹਾ ਕਿ ਇਹ ਆਪ ਜਾਣਗੇ। ਆਪਦੇ ਜਿਹੜੇ ਇਹਨਾਂ ਦਾ ਅਹਿਮਦਾਬਾਦ ਦੇ ਵਿੱਚ ਸਾਬਰਮਤੀ ਆਸ਼ਰਮ ਸੀਗਾ, ਡਿਸਟ੍ਰਿਕਟ ਅਹਿਮਦਾਬਾਦ ਪੈਂਦਾ, ਉੱਥੋਂ ਇਹਨਾਂ ਨੇ ਆਪਦੀ ਯਾਤਰਾ ਸ਼ੁਰੂ ਕੀਤੀ। ਦਾਂਡੀ ਇੱਕ ਜਗ੍ਹਾ ਹੈ, ਨਵਸਾਰੀ ਡਿਸਟ੍ਰਿਕਟ ਹੈ ਗੁਜਰਾਤ ਦਾ। ਤਾਂ ਇਹਨਾਂ ਨੇ ਯਾਤਰਾ ਸ਼ੁਰੂ ਕੀਤੀ ਉੱਥੇ ਜੀ, ਤਕਰੀਬਨ 12 ਮਾਰਚ ਨੂੰ ਸ਼ੁਰੂ ਕੀਤੀ, 5 ਅਪ੍ਰੈਲ ਨੂੰ ਉੱਥੇ ਪਹੁੰਚੇ। ਸੋ 22-23 ਦਿਨ ਦੀ ਯਾਤਰਾ, ਪੈਦਲ ਯਾਤਰਾ। ਆਪਦੇ 78 ਉਹਨੇ ਆਈ, 78 ਡਿਸਿਪਲਸ ਦੇ ਨਾਲ ਪੈਦਲ ਯਾਤਰਾ ਗਏ। 5 ਅਪ੍ਰੈਲ ਨੂੰ ਉੱਥੇ ਪਹੁੰਚ ਗਏ। 6 ਅਪ੍ਰੈਲ ਨੂੰ ਮੀਡੀਆ ਵਗੈਰਾ ਬੁਲਾ ਕੇ ਨਮਕ ਚੱਕਿਆ ਸਮੁੰਦਰ 'ਚੋਂ, ਮਤਲਬ ਉੱਥੇ ਨਮਕ ਤਿਆਰ ਹੁੰਦਾ ਸਮੁੰਦਰ ਤੋਂ। ਕਦੀ ਕੋਸਟਲ ਏਰੀਆ 'ਚ ਜਾਓਗੇ, ਨਮਕ ਤੁਸੀਂ ਆਪ ਦੇਖ ਸਕਦੇ ਹੋ ਤਿਆਰ ਹੁੰਦਾ, ਔਰ ਬਿਨਾਂ ਟੈਕਸ ਦਿੱਤਾ ਨਮਕ ਕੰਜ਼ਿਊਮ ਕੀਤਾ। ਔਰ ਇੱਕ ਸਿੰਬੋਲਿਕ ਤੌਰ 'ਤੇ ਅਨਾਊਂਸਮੈਂਟ ਕਰਤੀ ਇੰਡੀਆ 'ਚ ਕਿ ਅੱਜ ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਦੇ ਜਿੰਨੇ ਵੀ ਇਸ ਤਰੀਕੇ ਦੇ ਅਨਾਪ ਸ਼ਨਾਪ ਟੈਕਸਿਸ ਵਾਲੇ ਕਾਨੂੰਨ ਹੈ, ਇਹਨਾਂ ਦੀ ਨਾਫਰਮਾਨੀ ਕੀਤੀ ਜਾਊਗੀ, ਇਹਨਾਂ ਨੂੰ ਕੋਈ ਨਹੀਂ ਮੰਨੂਗਾ। ਇਸੇ ਕਰਕੇ ਇਸ ਨੂੰ
ਸਵਿਨੈ ਅਵਗਿਆ ਅੰਦੋਲਨ ਵੀ ਕਿਹਾ ਜਾਂਦਾ ਹੈ। ਸਿਵਲ ਡਿਸਓਬੀਡੀਐਂਸ, ਡਿਸਓਬੇ ਕਰਨਾ, ਨਾਫਰਮਾਨੀ ਕਰਨਾ। ਔਰ ਇਹ ਉਹੀ ਦਾਂਡੀ ਮਾਰਚ ਸੀ ਜਿਹਦੇ ਵਿੱਚ ਸਰੋਜਨੀ ਨਾਇਡੂ ਨੇ ਵੀ ਜਿਹੜਾ ਉਹ ਮਹਾਤਮਾ ਗਾਂਧੀ ਦਾ ਸਾਥ ਦਿੱਤਾ। ਸੋ ਪਰ ਡਿਟੇਲ ਟੌਪਿਕ ਹੈ ਜੀ। ਦੇਖੋ ਤੁਸੀਂ, ਮੈਨੂੰ ਉਮੀਦ ਹੈ ਕਲਾਸ ਸਾਰੇ ਪੜ੍ਹੇ ਹੋਏ ਹੈ। ਸੋ ਅਸੀਂ ਪੜ੍ਹਾਉਂਦੇ ਹਾਂ, ਜਿਨ੍ਹਾਂ ਨੇ ਕਲਾਸਿਸ ਨਹੀਂ ਜੀ ਕੇ ਕਿਤੇ ਪ੍ਰੋਪਰ ਕੀਤੀ, ਢੰਗ ਨਾਲ ਕੀਤੀ, ਸੋ ਤੁਹਾਡਾ ਮੈਂ ਵੈਲਕਮ ਕਰਦਾ ਜੀ। ਬਠਿੰਡਾ ਆਓ, ਫਿਲਹਾਲ ਆਫਲਾਈਨ ਕਲਾਸਿਸ ਨੇ, ਅਗਰ ਆ ਸਕਦੇ ਹੋ। ਖੈਰ ਆਫਲਾਈਨ ਕਲਾਸਿਸ ਦੀ ਗੱਲ ਅਲੱਗ ਹੁੰਦੀ ਹੈ, ਥੋੜ੍ਹਾ ਫੇਸ ਟੂ ਫੇਸ ਜਿਹੜਾ ਇੰਟਰੈਕਸ਼ਨ ਹੁੰਦੀ ਹੈ ਜੀ, ਔਰ ਆਈ ਕੰਟੈਕਟ ਬਣਦਾ ਇੱਕ ਸਟੂਡੈਂਟ ਦੇ ਨਾਲ, ਚੀਜ਼ਾਂ ਸਮਝਾਉਂਦੇ ਆ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜ਼ਿਆਦਾ ਸਮਝ ਆਉਂਦੀਆਂ ਹੋਣਗੀਆਂ। ਬਾਕੀ ਵੀਡੀਓ ਵਿੱਚ ਵੀ ਮੈਨੂੰ ਉਮੀਦ ਹੈ ਮੈਂ ਸਮਝਾ ਪਾ ਰਿਹਾ ਹੋਊਗਾ ਤੁਹਾਨੂੰ, ਗੱਲ ਮੇਰੀ ਜਿਹੜੀ ਹੈ ਉਹ ਪਹੁੰਚ ਰਹੀ ਹੋ। ਇਹਦਾ ਆਨਸਰ JM ਸੇਨਗੁਪਤਾ ਹੋਊਗਾ, ਆਲ ਬੰਗਾਲ ਕਾਉਂਸਿਲ ਆਫ ਸਿਵਲ ਡਿਸਓਬੀਡੀਐਂਸ। ਇਹਨੂੰ ਕਾਪੀ ਦੇ ਨੋਟ ਕਰਨਾ ਹੋਏ ਨੋਟ ਕਰ ਲਿਓ ਜੀ। JM ਸੇਨਗੁਪਤਾ ਵੀ ਸੀਗੇ ਔਰ ਇਹਨਾਂ ਦੇ ਨਾਲ ਸੁਭਾਸ਼ ਚੰਦਰ ਬੋਸ ਵੀ ਸੀਗੇ, ਉਹਨੂੰ ਵੀ, ਉਹਨਾਂ ਦਾ ਨਾਮ ਵੀ ਨਾਲ ਨੋਟ ਕਰ ਲਿਓ। ਫਿਰ ਕਹਿੰਦੇ ਹੂ ਰੀਪ੍ਰਜੈਂਟ ਸੈਕੰਡ ਰਾਊਂਡ ਟੇਬਲ ਕਾਨਫਰੰਸ। ਬਾਈ ਜੀ ਸੈਕੰਡ ਰਾਊਂਡ ਟੇਬਲ ਕਾਨਫਰੰਸ, ਫਸਟ ਰਾਊਂਡ ਟੇਬਲ ਕਾਨਫਰੰਸ, ਥਰਡ ਰਾਊਂਡ ਟੇਬਲ ਕਾਨਫਰੰਸ, 3 ਕਾਨਫਰੰਸਿਸ ਹੋਈਆਂ। ਕਿਉਂ ਹੋਈਆਂ? ਸਾਈਮਨ ਕਮਿਸ਼ਨ ਦੀ ਰਿਪੋਰਟ ਤੇ ਚਰਚਾ ਕਰਨ ਵਾਸਤੇ, ਕਿਉਂਕਿ ਸਾਈਮਨ ਕਮਿਸ਼ਨ 1927 'ਚ ਅਪਾਇੰਟ ਹੋਇਆ, 1928 'ਚ ਇੰਡੀਆ ਆਇਆ, 1930 ਮਤਲਬ ਮਈ ਦਾ ਮਹੀਨਾ ਸੀ, 27-28 ਮਈ ਦੇ ਆਸ-ਪਾਸ ਹੀ, 29 ਮਈ ਦੇ ਆਸ-ਪਾਸ ਉਹਨਾਂ ਨੇ 1930 ਦੇ ਵਿੱਚ ਆਪਦੀ ਰਿਪੋਰਟ ਸਬਮਿਟ ਕਰਤੀ ਬ੍ਰਿਟਿਸ਼ ਗਵਰਨਮੈਂਟ ਨੂੰ, ਮਈ ਜਾਂ ਜੂਨ ਦੇ ਵਿੱਚ। ਸੋ ਉਸ ਸਮੇਂ ਰੈਮਸੇ ਮੈਕਡੋਨਾਲਡ, ਅਮਰੀਕਾ ਕਹਿ ਗਿਆ ਮੈਂ, ਮਾਫੀ ਚਾਹੂੰਗਾ, ਬ੍ਰਿਟੇਨ ਦੇ, UK ਦੇ ਰੈਮਸੇ ਮੈਕਡੋਨਾਲਡ UK ਦੇ ਉਸ ਸਮੇਂ ਪ੍ਰਾਈਮ ਮਿਨਿਸਟਰ ਸੀਗੇ ਔਰ ਲਿਬਰਲ ਪਾਰਟੀ ਨੂੰ ਬਿਲੋਂਗ ਕਰਦੇ ਆ। ਤਾਂ ਉਹਨਾਂ ਨੇ ਰਾਊਂਡ ਟੇਬਲ ਕਾਨਫਰੰਸਿਸ ਆਰਗੇਨਾਈਜ਼ ਕੀਤੀਆਂ। ਪੂਰਾ ਡਿਟੇਲ ਚੈਪਟਰ ਹੈ ਜੀ, ਇਹ ਡਿਟੇਲ ਦਾ ਚੈਪਟਰ ਹੈ। ਸੋ ਫਸਟ ਰਾਊਂਡ ਟੇਬਲ ਕਾਨਫਰੰਸ ਵਿੱਚ ਤਾਂ ਕਾਂਗਰਸ ਨੇ ਪਾਰਟਿਸਿਪੇਟ ਕੀਤਾ ਹੀ ਨਹੀਂ, ਗਾਂਧੀ ਵੀ ਨਹੀਂ ਗਏ। ਉਹ ਕਹਿੰਦੇ ਯਾਰ ਨਹੀਂ ਜਾਂਦੇ ਹੈਗੇ, ਵੀ ਇਹੋ ਜਿਹੀ ਕਿਹੜੀ ਗੱਲ ਹੈ, ਇੰਡੀਆ ਕੇ ਕਰ ਲਓ, ਕਿਉਂਕਿ ਕਾਨਫਰੰਸਿਸ ਲੰਡਨ ਦੇ ਵਿੱਚ ਆਰਗੇਨਾਈਜ਼ ਹੋਈਆਂ ਸੀ, ਤਾਂ ਉੱਧਰ ਨਹੀਂ ਗਏ ਆਪਣੇ ਵਾਲੇ। ਲੇਕਿਨ ਸੈਕੰਡ ਟਾਈਮ ਜ਼ਰੂਰ ਜਿਹੜੇ ਮਹਾਤਮਾ ਗਾਂਧੀ ਹੈ ਉਹ ਜਾਣ ਵਾਸਤੇ ਰਾਜੀ ਹੋ ਗਏ ਔਰ ਕਾਂਗਰਸ ਨੂੰ ਮਹਾਤਮਾ ਗਾਂਧੀ ਨੇ ਹੀ ਜਿਹੜਾ ਉਹ ਆਪਦਾ ਰਿਪਰੈਜ਼ੈਂਟ ਕੀਤਾ। ਸੋ ਇੱਥੇ ਆਨਸਰ ਜਿਹੜਾ ਉਹ ਮਹਾਤਮਾ ਗਾਂਧੀ ਆਊਗਾ ਜੀ। ਸੈਕੰਡ ਰਾਊਂਡ ਟੇਬਲ ਕਿਉਂ ਹੋਈ, ਇਹਦੇ ਕੀ ਆਊਟਕਮ ਨਿਕਲੇ, ਪੂਰੀ 1 ਘੰਟੇ ਦੀ ਸਟੋਰੀ ਹੈ ਜੀ। ਅਗਲੇ ਕਿਤੇ ਫਿਰ ਕਿਸੇ ਵੇਲੇ ਜਦੋਂ ਡਿਟੇਲ ਕਲਾਸਿਸ, ਕਿਤੇ ਡਿਟੇਲ ਲੈਕਚਰ ਤੁਹਾਨੂੰ ਦੇਖਣ ਨੂੰ ਮਿਲਣਗੇ, ਉਹਦੇ 'ਚ ਆਪਾਂ ਜ਼ਰੂਰ ਇਹਦੀ ਡਿਟੇਲ ਚਰਚਾ ਕਰਾਂਗੇ। ਕਿਉਂਕਿ ਜੇ ਮੈਂ ਇੱਕ ਕੁਐਸਚਨ ਦੀ ਕੱਲੀ ਸਟੋਰੀ ਸੁਣਾਉਣ ਬੈਠ ਗਿਆ ਜੀ, ਇਹ ਜਿਹੜੀ ਵੀਡੀਓ ਘੱਟੋ ਘੱਟ 5 ਘੰਟੇ ਦੀ ਰੱਖਣੀ ਪੈਣੀ ਹੈ, 6 ਘੰਟੇ ਦੀ ਰੱਖਣੀ ਪੈਣੀ ਹੈ। ਤਾਂ ਤੁਸੀਂ ਸਮਝੋ ਇਹ ਟੌਪਿਕ ਤੁਸੀਂ ਪੜ੍ਹੇ ਹੋਏ ਨੇ, ਮੈਂ ਇਕੱਲਾ ਆਨਸਰ ਤੁਹਾਨੂੰ ਮੇਨ ਉਹਦੇ ਪੁਆਇੰਟ ਫਿਰ ਵੀ ਦੱਸ ਰਿਹਾ ਜੀ। ਰੈਜ਼ੋਲੂਸ਼ਨ ਆਫ ਫੰਡਾਮੈਂਟਲ ਰਾਈਟ, ਕਰਾਚੀ ਸੈਸ਼ਨ 1931, ਇਹਦੀ ਪ੍ਰਧਾਨਗੀ ਕੀਤੀ ਸੀ ਸਰਦਾਰ ਪਟੇਲ ਨੇ। ਨੋਟ ਕਰ ਲਿਓ, ਕਾਂਗਰਸ ਦਾ ਕਰਾਚੀ ਸੈਸ਼ਨ 1931 ਦਾ ਸਰਦਾਰ ਪਟੇਲ ਨੇ ਪ੍ਰਧਾਨਗੀ ਕੀਤੀ। ਉੱਥੇ ਇਹਨਾਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਹੈ ਕੁਝ ਹੋਣੇ ਚਾਹੀਦੇ ਆ, ਇਹਦਾ ਰੈਜ਼ੋਲੂਸ਼ਨ ਪਾਸ ਕੀਤਾ। ਇਸੀ ਦੇ ਨਾਲ ਉਸ ਸਮੇਂ ਕਾਂਗਰਸ ਨੇ ਆਪਦੀ ਇੱਕ ਇਕਨੋਮਿਕ ਪਾਲਿਸੀ ਵੀ ਜਾਰੀ ਕੀਤੀ। ਹਾਲਾਂਕਿ ਉਹ ਜਿਹੜਾ ਇਕਨੋਮਿਕ ਪ੍ਰੋਗਰਾਮ ਸੀ, ਇਕਨੋਮਿਕ ਪਾਲਿਸੀ ਸੀ ਵੀ ਕੀ ਹੋਣੀ ਚਾਹੀਦੀ ਹੈ ਬ੍ਰਿਟਿਸ਼ ਗਵਰਨਮੈਂਟ ਦੀ ਇੰਡੀਆ ਵਾਸਤੇ, ਉਹਨੂੰ ਜਵਾਹਰ ਲਾਲ ਨਹਿਰੂ ਨੇ ਡਰਾਫਟ ਕੀਤਾ ਸੀਗਾ। ਸੋ ਇਹ ਗੱਲ ਧਿਆਨ 'ਚ ਰੱਖਣੀ ਹੈ ਕਿ ਇਕਨੋਮਿਕ ਪਾਲਿਸੀ 1931 ਵਿੱਚ, ਔਰ ਉਸੇ ਦੇ ਨਾਲ ਫੰਡਾਮੈਂਟਲ ਰਾਈਟਸ ਦਾ ਰੈਜ਼ੋਲੂਸ਼ਨ। ਸਰਦਾਰ ਪਟੇਲ, ਸਰਦਾਰ ਵੱਲਭ ਭਾਈ ਪਟੇਲ ਕਰਾਚੀ ਸੈਸ਼ਨ ਪ੍ਰੈਜ਼ੀਡੈਂਟ ਰਹੇ 1931 ਦੇ ਸੈਸ਼ਨ ਦੇ। ਮੈਂ ਫਿਰ ਵੀ ਇੱਕ ਵਾਰੀ ਥੋੜ੍ਹਾ ਜਿਹਾ ਮੈਂ ਵੈਰੀਫਾਈ ਕਰ ਲਾਂ ਜੀ, ਇਸ ਗੱਲ ਨੂੰ ਥੋੜ੍ਹਾ ਜਿਹਾ ਵੈਰੀਫਾਈ ਇੱਕ ਵਾਰ ਕਰ ਲਾਂ ਕਿ 1931 ਕਾਂਗਰਸ ਦਾ ਐਨੂਅਲ ਸੈਸ਼ਨ ਔਰ ਇਹਦੀ ਪ੍ਰਧਾਨਗੀ ਕਿਹਨਾਂ ਨੇ ਕੀਤੀ। ਦੇਖੋ ਜੀ, ਇਹ ਲਾਈਵ, ਇਹ ਜਿਹੜੀ ਨਾ ਅਨਕਟ ਕਲਾਸਿਸ ਹੁੰਦੀਆਂ, ਇਹਦੇ 'ਚ ਕਿਤੇ ਕੋਈ ਪੌਜ਼ ਨਹੀਂ ਹੈ, ਇਹਦੇ ਵਿੱਚ ਕਿਤੇ ਕੋਈ ਕਟਿੰਗ ਨਹੀਂ ਹੈ, ਤਾਂ ਥੋੜ੍ਹਾ ਜਿਹਾ ਤੁਹਾਨੂੰ ਮੇਰੇ ਨਾਲ ਕੋਆਪਰੇਟ ਕਰਨਾ ਪੈਣਾ। ਮੈਂ ਇੱਕ ਵਾਰ ਬਸ ਇਹ ਕਨਫਰਮ ਕਰਦਾ, ਹਾਂ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹ ਕਈ ਵਾਰ ਆ ਜਾਂਦਾ ਮਨ ਦੇ ਵਿੱਚ 0.00001% ਕਿਤੇ ਡਾਊਟ ਆ ਜਾਂਦਾ, ਤਾਂ ਮੈਂ ਚੈੱਕ ਕਰ ਲੈਂਦਾ ਹੁੰਦਾ, ਪਰ ਠੀਕ ਹੈ। ਸੋ ਵੱਲਭ ਭਾਈ ਪਟੇਲ ਹੀ ਇਸ ਦੇ ਪ੍ਰਧਾਨ ਸੀਗੇ, ਕਿਉਂਕਿ ਲਾਹੌਰ ਸੈਸ਼ਨ ਦੀ ਪ੍ਰਧਾਨਗੀ ਕਿਹਨੇ ਕੀਤੀ ਸੀਗੀ? ਇਹ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ। ਪਹਿਲੀ ਵਾਰ ਜਵਾਹਰ ਲਾਲ ਨਹਿਰੂ ਉਹਦੇ ਪ੍ਰਧਾਨ ਬਣੇ ਸੀਗੇ। ਚਲੋ ਅੱਗੇ ਚੱਲਦੇ ਹਾਂ ਜੀ। ਸਿੰਪਲ ਕੁਐਸਚਨ ਹੈ, ਧਿਆਨ 'ਚ ਰੱਖ ਲਿਓ, ਉਹਨੂੰ ਨੋਟ ਕਰ ਲਿਓ। ਇਹ ਫੈਕਟ ਆਮ ਤੌਰ 'ਤੇ ਘੱਟ ਮਿਲਦਾ ਬੁੱਕਸ ਵਿੱਚ। ਇਨ ਵਿਚ ਈਅਰ ਚੈਂਬਰ ਆਫ ਪ੍ਰਿੰਸ ਵਰ ਕ੍ਰੀਏਟਡ ਟੂ ਅਨੇਬਲ ਦਾ ਪ੍ਰਿੰਸ ਟੂ ਮੀਟ ਡਿਸਕਸ ਅੰਡਰ ਬ੍ਰਿਟਿਸ਼ ਗਾਈਡੈਂਸ। ਉਹ ਯਾਰ ਇਹ ਪਤਾ ਕੀ ਕੁਐਸਚਨ ਹੈ, 1920 ਦੇ ਵਿੱਚ ਨਾ ਇਹਨਾਂ ਨੇ ਚੈਂਬਰ ਆਫ ਪ੍ਰਿੰਸਿਸ ਬਣਾਇਆ ਸੀਗਾ ਇੰਗਲੈਂਡ ਵਾਲਿਆਂ ਨੇ। ਉਸ ਸਮੇਂ ਰਜਵਾੜੇ ਹੁੰਦੇ ਸੀ, ਉਹਨਾਂ ਦੇ ਪ੍ਰਿੰਸ ਸੀਗੇ ਜੀ। ਤਾਂ ਰਜਵਾੜਿਆਂ ਦੇ ਰਾਜਿਆਂ ਨੂੰ ਇਹਨਾਂ ਨੇ ਇੱਕ ਬਣਾ ਕੇ ਉਹਨਾਂ ਦਾ ਚੈਂਬਰ ਦਾ ਗਰੁੱਪ ਸਮਝੋ ਤੁਸੀਂ, ਜਿਵੇਂ ਚੈਂਬਰ ਆਫ ਕਮਰਸ ਆਪਣੀ ਇੰਡਸਟਰੀਜ਼ ਦੇ ਗਰੁੱਪ ਬਣੇ ਹੋਏ, ਐਸੋਸੀਏਸ਼ਨ ਬਣੀ ਹੋਈ ਹੈ। ਪਰਪਸ ਕੀ ਸੀ? ਭਾਵ ਇਹ ਸੀਗਾ ਕਿ ਜਿਹੜੇ ਰਜਵਾੜੇ ਹੈ ਇਹਨਾਂ ਦਾ ਸਾਥ ਲਿਆ ਜਾਵੇ, ਔਰ ਖਾਸ ਤੌਰ 'ਤੇ 1920 ਵਿੱਚ ਬਣਿਆ ਸੀ ਇਹ, ਔਰ ਖਾਸ ਤੌਰ 'ਤੇ ਉਸ ਸਮੇਂ ਜਿਹੜਾ ਨੌਨ ਕੋਆਪਰੇਸ਼ਨ ਚੱਲ ਰਿਹਾ ਲੋਕਾਂ ਨੂੰ ਉਹਦੇ 'ਚ ਪਾਰਟੀਸਪੇਟ ਨਾ ਕਰਨ ਦਿੱਤਾ ਜਾਵੇ। ਗੱਲ ਸਮਝੋ ਤੁਸੀਂ। ਲੇਕਿਨ ਇਹ ਕੋਈ ਉਨਾ ਜ਼ਿਆਦਾ ਕਦੀ ਵੀ ਬਣ ਨਹੀਂ ਸਕਿਆ ਸੀ। ਸੋ ਕੁਐਸਚਨ ਇਹ ਹੈ ਕਿ ਇਨ ਵਿਚ ਈਅਰ ਦਾ ਚੈਂਬਰ ਆਫ ਪ੍ਰਿੰਸ ਵਾਜ਼ ਕ੍ਰੀਏਟਡ ਟੂ ਅਨੇਬਲ ਦਾ ਪ੍ਰਿੰਸਿਸ ਟੂ ਮੀਟ ਐਂਡ ਡਿਸਕਸ ਅੰਡਰ ਬ੍ਰਿਟਿਸ਼ ਗਾਈਡੈਂਸ ਮੈਟਰ ਆਫ ਕਾਮਨ ਇੰਟਰਸਟ। ਉਹ ਕਹਿੰਦੇ ਵੀ ਬ੍ਰਿਟੇਨ ਵਾਲੇ ਨੇ ਕਿਹਾ ਨਾ ਵੀ ਆਪਾਂ ਮਿਲ ਕੇ ਕੰਮ ਕਰਾਂਗੇ, ਆਪਾਂ ਭਾਈ ਹਾਂ ਸਾਰੇ, ਤੁਸੀਂ ਸਾਡਾ ਸਾਥ ਦਿਓ, ਐਵੇਂ ਕਾਂਗਰਸ ਮਗਰ ਨਾਲ ਲੱਗ ਤੁਰੀਓ, ਆਪਦੇ ਲੋਕਾਂ ਨੂੰ ਰੋਕੋ ਕਾਂਗਰਸ 'ਚ ਜਾਣ ਤੋਂ।
ਤਾਂ ਇਸ ਭਾਵ ਨਾਲ ਇਹਨਾਂ ਨੇ ਚੈਂਬਰ ਆਫ ਪ੍ਰਿੰਸਿਸ 1920 ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਆਫਸੈਟ ਕਰਨ ਵਾਸਤੇ ਇਹਨਾਂ ਨੇ ਬਣਾਇਆ ਸੀ, ਯਾਦ ਰੱਖ ਲਿਓ ਜੀ, ਇੰਗਲੈਂਡ ਨੇ ਬਣਾਇਆ ਸੀ। ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਇਨ ਕੰਟੈਕਸਟ ਆਫ ਸਟੇਟ ਪੀਪਲਸ ਸਟਰਗਲ। ਦੇਖੋ ਸਟੇਟ ਪੀਪਲ ਸਟਰਗਲ ਅਗੇਨ ਇਹ ਗੱਲ ਆ ਜਾਂਦੀ ਹੈ ਜੀ 1900, ਦੇਖੋ ਇੱਕ ਨਾ ਹਰੀਪੁਰਾ ਸੈਸ਼ਨ ਹੋਇਆ 1938, ਇੱਕ ਹੋਇਆ ਤ੍ਰਿਪੁਰੀ ਸੈਸ਼ਨ 1939। ਜਦੋਂ ਤ੍ਰਿਪੁਰੀ, ਅੱਛਾ ਦੋਨਾਂ ਵਾਲੇ ਜਿਹੜੇ ਹੈ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਪ੍ਰਧਾਨ ਬਣੇ। ਹਰੀਪੁਰਾ ਸੈਸ਼ਨ 1938, ਉਹਦੇ 'ਚ ਹਰੀਪੁਰਾ ਗੁਜਰਾਤ ਵਿੱਚ ਹੈ, ਤ੍ਰਿਪੁਰੀ ਮੱਧ ਪ੍ਰਦੇਸ਼ 'ਚ ਹੈ। ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਰਿਹਾ, ਮੱਧ ਪ੍ਰਦੇਸ਼ 'ਚ ਹੈ। ਉਸ ਸਮੇਂ ਤ੍ਰਿਪੁਰੀ ਸੈਸ਼ਨ 'ਚ ਜਦੋਂ ਕਾਂਗਰਸ ਨੇ ਡਿਸਾਈਡ ਕੀਤਾ ਕਿ ਯਾਰ ਆਮ ਜਨਤਾ ਵੀ ਅੰਦੋਲਨਾਂ ਦੇ ਵਿੱਚ ਪਾਰਟੀਸਪੇਟ ਕਰੂਗੀ, ਇਕੱਲੇ ਪਾਰਟੀ ਦਾ ਕੰਮ ਨਹੀਂ ਹੈ, ਆਮ ਲੋਕਾਂ ਨੂੰ ਮੈਕਸਿਮਮ ਇਹਦੇ ਵਿੱਚ ਆਪਾਂ ਪਾਰਟੀਸਪੇਟ ਕਰਾਈਏ। ਤਾਂ ਉਸ ਸਮੇਂ ਇੱਕ ਤਾਂ ਸਟੇਟ ਪੀਪਲਸ ਸਟਰਗਲ ਜਿਹੜੀ ਸੀਗੀ ਤ੍ਰਿਪੁਰੀ ਸੈਸ਼ਨ ਦੇ ਵਿੱਚ ਇਹਨਾਂ ਨੇ ਲਾਂਚ ਕਰਤੀ, ਔਰ ਇਸ ਦੇ ਨਾਲ ਬ੍ਰਿਟਿਸ਼ ਯੂਜ਼ਡ ਪ੍ਰਿੰਸ ਟੂ ਪ੍ਰੀਵੈਂਟ ਗਰੋਥ ਆਫ ਨੈਸ਼ਨਲ ਯੂਨਿਟੀ। ਬ੍ਰਿਟੇਨ ਵਾਲੇ ਉੱਧਰ ਉਹੀ, ਕਿਉਂਕਿ ਗੱਲ ਇਹ ਹੈ ਤ੍ਰਿਪੁਰੀ ਸੈਸ਼ਨ ਕਦੋਂ ਹੋ ਰਿਹਾ ਹੈ, ਇਹ ਹੋ ਰਿਹਾ 1939 1939। ਔਰ ਅਗਰ ਤੁਸੀਂ ਗਵਰਨਮੈਂਟ ਆਫ ਇੰਡੀਆ ਐਕਟ 1935 ਪੜ੍ਹਿਆ ਹੈ, ਉਹਦੇ ਆਧਾਰ ਤੇ ਪਹਿਲੀ ਵਾਰ ਸਟੇਟਸ ਵਿੱਚ ਇਲੈਕਸ਼ਨ ਹੋ ਚੁੱਕਿਆ 1937 ਵਿੱਚ, ਸਿਰਫ 3 ਜਗ੍ਹਾ ਛੱਡ ਕੇ, ਆਪਣਾ ਪੰਜਾਬ ਛੱਡ ਕੇ, ਸਿੰਧ ਵਾਲਾ ਇਲਾਕਾ ਛੱਡ ਕੇ ਤੇ ਬੰਗਾਲ ਛੱਡ ਕੇ, ਬਾਕੀ ਆਲ ਓਵਰ ਇੰਡੀਆ 'ਚ ਕਾਂਗਰਸ ਦੀ ਗਵਰਨਮੈਂਟ ਬਣੀ ਹੈ। ਕਾਂਗਰਸ ਦੀ ਗਵਰਨਮੈਂਟ, ਸਟੇਟ ਗਵਰਨਮੈਂਟਸ ਆਲਰੇਡੀ ਹੈਗੀਆਂ। ਹੁਣ ਉਸ ਸਮੇਂ ਕਾਂਗਰਸ ਦੇ ਪ੍ਰਧਾਨ ਬਣ ਕੇ ਸੁਭਾਸ਼ ਚੰਦਰ ਬੋਸ, ਲੋਕਾਂ ਨੂੰ ਕਹਿ ਰਹੇ ਵੀ ਹੋਰ ਆਪਾਂ ਕੰਮ ਚੱਕੀਏ ਜੀ, ਸੈਂਟਰ ਲੈਵਲ ਤੇ ਵੀ ਆਪਣੀ ਸਰਕਾਰ ਹੋਣੀ ਚਾਹੀਦੀ ਹੈ। ਉਧਰ ਬ੍ਰਿਟਿਸ਼ ਵਾਲਿਆਂ ਨੂੰ ਲੱਗਿਆ ਵੀ ਤਾਂ ਪੰਗਾ ਹੀ ਲੈ ਲਿਆ ਜੀ ਇਹਨਾਂ ਨੂੰ ਤਾਂ ਸੱਤਾ ਦੇ ਕੇ, ਤਾਂ ਉਹਨਾਂ ਨੇ ਪ੍ਰਿੰਸਿਸ ਦੇ ਦੁਆਲੇ ਹੋ ਗਏ ਵੀ ਆਏ ਨਾ ਕਰੋ ਯਾਰ, ਤੁਸੀਂ ਆਪਦੇ ਲੋਕਾਂ ਨੂੰ ਰੋਕੋ ਵੀ ਐਵੇਂ ਹੁਣ ਫालतू ਦੇ ਕੋਈ ਬਾਹਲੇ ਅੰਦੋਲਨ ਵਗੈਰਾ ਨਾ ਕਰਨ। ਕਿਉਂਕਿ ਇਹਨਾਂ ਦਿਨਾਂ 'ਚ 1900 ਰਾਊਂਡ ਟੇਬਲ ਕਾਨਫਰੰਸਿਸ ਤੋਂ ਬਾਅਦ ਵੀ 1935 36 37 ਵਗੈਰਾ 38 'ਚ ਕੋਈ ਖਾਸ ਅੰਦੋਲਨ ਨਹੀਂ ਹੋਏ ਸੀ। ਤਾਂ ਇਹ ਉਸ ਨਾਲ ਰਿਲੇਟਡ ਕੁਐਸਚਨ ਹੈ। ਸਟੇਟ ਪੀਪਲਸ ਸਟਰਗਲ ਜਿਹੜਾ ਸੀਗਾ ਇਹ ਤ੍ਰਿਪੁਰੀ ਸੈਸ਼ਨ ਦੇ ਵਿੱਚ ਵੀ ਇੰਟਰੋਡਿਊਸ ਕੀਤਾ ਗਿਆ, ਲੇਕਿਨ ਬ੍ਰਿਟਿਸ਼ ਸਰਕਾਰ ਨੇ ਪ੍ਰਿੰਸਿਸ ਦਾ ਯੂਜ਼ ਕੀਤਾ ਉਹਨੂੰ ਰੋਕਣ ਵਾਸਤੇ। ਤੇ ਇੱਥੇ ਆਨਸਰ ਬਹੁਤ ਠੀਕ ਆਊਗਾ, ਕਰੈਕਟ ਪੁੱਛਿਆ ਜੀ, ਬਹੁਤ ਕਰੈਕਟ ਪੁੱਛਿਆ ਇਹਨਾਂ ਨੇ, ਬਹੁਤ ਆਨਸਰ ਠੀਕ ਆਊਗਾ। ਫਿਰ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਵਿਦ ਰੈਫਰੈਂਸ ਟੂ ਡਿਮਾਂਡ ਆਫ ਪਾਕਿਸਤਾਨ। ਪਾਕਿਸਤਾਨ ਦੀ ਡਿਮਾਂਡ, ਚੌਧਰੀ ਰਹਿਮਤ ਅਲੀ ਕੈਂਬਰਿਜ ਯੂਨੀਵਰਸਿਟੀ ਦਾ ਸਟੂਡੈਂਟ, 1933 ਦੀ ਗੱਲ ਹੈ ਜੀ, ਜਦੋਂ ਉਸਨੇ ਪਾਕਿਸਤਾਨ ਟਰਮ ਯੂਜ਼ ਕੀਤੀ। ਪਾਕ, ਉਹ ਕਹਿੰਦੇ ਪੀ ਹੈ ਨਾ, PAK, ਪਾਕਿਸਤਾਨ, STN ਤੋਂ ਪੰਜਾਬ, ਅਫਗਾਨ ਦਾ ਏਰੀਆ, ਕਸ਼ਮੀਰ, ਸਿੰਧ, ਬਲੂਚਿਸਤਾਨ, ਬਿਲਕੁਲ ਠੀਕ ਹੈ। ਪਾਕਿਸਤਾਨ ਜੋ ਕਹਿੰਦਾ ਸਾਰਾ ਏਰੀਆ ਜਿੱਥੇ ਮੁਸਲਮਾਨ ਮੈਜੋਰਟੀ ਹੈ, ਏਰੀਆ ਸਾਡਾ ਹੋਊਗਾ। ਉਹਨਾਂ ਦੀ ਮੁਲਾਕਾਤ ਹੋਈ ਮੁਹੰਮਦ ਅਲੀ ਜਿੰਨਾ ਨਾਲ। ਮੁਹੰਮਦ ਅਲੀ ਜਿੰਨਾ ਨੂੰ ਜਦੋਂ ਪਾਕਿਸਤਾਨ ਦਾ ਆਈਡੀਆ ਠੀਕ ਲੱਗਿਆ, ਤਾਂ ਜਿਹੜਾ ਵਰਡ ਹੈ ਨਾ ਪਾਕਿਸਤਾਨ, ਇਹ ਕੁਆਇਨ ਕੀਤਾ ਸੀਗਾ। ਕੁਆਇਨ ਮਤਲਬ ਹੁੰਦਾ ਇਜਾਦ ਕਰਨਾ। ਚੌਧਰੀ ਰਹਿਮਤ ਅਲੀ ਨੇ, ਬਿਲਕੁਲ ਠੀਕ ਆਨਸਰ, ਇੱਥੇ ਦੋਨੇ ਸਟੇਟਮੈਂਟ ਸਹੀ ਨੇ ਜੀ। ਸੋ ਇਹ ਜਰਨਲ ਕੁਐਸਚਨ ਹੈ, ਇਹ ਤੁਹਾਨੂੰ ਨਾਰਮਲ ਬੁੱਕ ਵਿੱਚ ਮਿਲਦਾ, ਕਲਾਸ ਵਿੱਚ ਵੀ ਪੜ੍ਹਾਇਆ ਹੋਇਆ ਜੀ। ਇਹ ਮੁਹੰਮਦ ਇਕਬਾਲ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਮੁਹੰਮਦ ਇਕਬਾਲ ਅੱਗੇ ਚੱਲ ਕੇ ਇਹਨਾਂ ਨੇ ਮੁਸਲਿਮ ਲੀਗ ਜੁਆਇਨ ਕੀਤੀ, ਰਾਈਟਰ ਸੀਗੇ ਇਹ, ਔਰ ਇਹ ਬੰਦਾ ਪਾਕਿਸਤਾਨ ਜਾ ਕੇ ਬਸਿਆ, ਔਰ ਇਸੇ ਵਿਅਕਤੀ ਨੇ ਇੱਕ ਸੌਂਗ ਲਿਖਿਆ ਹੈ ਜੀ, ਸਾਰੇ ਜਹਾਂ ਸੇ ਅੱਛਾ ਪਾਕਿਸਤਾਨ ਹਮਾਰਾ। ਉਹ ਵੀ ਇੱਕ ਸੌਂਗ ਹੈ, ਗੂਗਲ 'ਤੇ ਚੈੱਕ ਕਰ ਲਿਓ, ਉਹ ਵੀ ਮੁਹੰਮਦ ਇਕਬਾਲ ਦਾ ਹੀ ਹੈ। ਸੋ ਇਹਨਾਂ ਨੇ ਨਾਰਥ ਵੈਸਟ ਮੁਸਲਿਮ ਸਟੇਟ ਦੀ ਗੱਲ ਕੀਤੀ, ਕਿਹੜਾ ਅੱਜ ਵਾਲਾ ਆਪਣਾ ਪੰਜਾਬ ਵਾਲਾ ਏਰੀਆ, ਨਾਰਥ ਵੈਸਟ ਏਰੀਆ ਜਿਹੜਾ। ਤਾਂ ਕਦੋਂ ਇਹਨਾਂ ਨੇ ਗੱਲ ਕੀਤੀ ਜੀ, ਇਹਨਾਂ ਨੇ ਗੱਲ ਕੀਤੀ 1930 ਦੇ ਵਿੱਚ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਸਮੇਂ। ਸੋ ਉਸ ਸਮੇਂ ਇਹਨਾਂ ਨੇ ਕਿਹਾ ਕਿ ਕਿਉਂਕਿ ਇਹਨਾਂ ਦਾ ਸੈਸ਼ਨ ਹੋਇਆ, ਉਹਦੀ ਪ੍ਰਧਾਨਗੀ ਐਕਚੁਅਲੀ ਜਿਹੜੀ ਮੁਸਲਿਮ ਲੀਗ ਦੇ ਵੀ ਐਨੂਅਲ ਸੈਸ਼ਨ ਹੁੰਦੇ ਸੀ, ਤਾਂ ਮੁਸਲਿਮ ਲੀਗ ਦਾ ਜਿਹੜਾ ਐਨੂਅਲ ਸੈਸ਼ਨ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਹਿਬ ਜਿਹੜਾ ਹੈ, ਜਿਹੜਾ ਨਾਰਥ, ਹਾਲਾਂਕਿ ਇਹਨਾਂ ਨੇ ਪਾਕਿਸਤਾਨ ਅਲੱਗ ਦੇਸ਼ ਦੀ ਡਿਮਾਂਡ ਨਹੀਂ ਕੀਤੀ, ਇਹ ਗੱਲ ਤੇ ਇੰਝ ਰੱਖਣੀ ਹੈ। ਦੇਸ਼ ਦੀ ਡਿਮਾਂਡ ਤਾਂ ਅੱਗੇ ਚੱਲ ਕੇ ਜਦੋਂ ਇਹਨਾਂ ਦਾ ਕਰਾਚੀ ਦੇ ਵਿੱਚ ਸੈਸ਼ਨ ਹੋਊਗਾ 23 ਮਾਰਚ 1940, ਕਰਾਚੀ ਹੋਊਗਾ ਜਾਂ ਲਾਹੌਰ ਹੋਊਗਾ, ਮੈਂ ਤੁਹਾਨੂੰ ਕਨਫਰਮ ਕਰ ਦਿੰਦਾ ਇਹ ਵੀ। ਸੋ ਇੱਕ ਸੈਕਿੰਡ ਜੀ, ਹਾਂਜੀ ਦੋਸਤੋ, ਲਾਹੌਰ ਸੈਸ਼ਨ 1940, ਸੋ ਲਾਹੌਰ ਦੇ ਵਿੱਚ ਹੀ ਹੋਇਆ ਸੀ, ਕਰਾਚੀ ਵਿੱਚ ਨਹੀਂ, ਮੈਂ ਕਨਫਰਮ ਕਰ ਲਿਆ। ਸੋ ਲਾਹੌਰ ਦੇ ਵਿੱਚ ਸੈਸ਼ਨ ਹੋਇਆ 1940 ਦੇ ਵਿੱਚ। ਸੋ ਉੱਥੇ ਇਹਨਾਂ ਨੇ, ਮੁਸਲਿਮ ਲੀਗ ਨੇ ਆਫੀਸ਼ੀਅਲ ਤੌਰ 'ਤੇ ਪਹਿਲੀ ਵਾਰ ਆਪਦੀ ਪਾਕਿਸਤਾਨ ਦੀ ਡਿਮਾਂਡ ਰੱਖੀ ਸੀਗੀ। ਸੋ ਇਸ ਕਰਕੇ ਉਹ ਤਾਂ ਅੱਗੇ ਆਊਗਾ, ਲੇਕਿਨ ਇਹਨਾਂ ਨੇ ਇੱਕ ਅਲੱਗ ਸਟੇਟ, ਕਿ ਮੁਸਲਮਾਨਾਂ ਵਾਸਤੇ ਅੱਡ ਸਟੇਟ ਹੋਣੀ ਚਾਹੀਦੀ। ਹੁਣ ਤੱਕ ਧਰਮ ਦੇ ਨਾਮ 'ਤੇ ਸਟੇਟ ਨਹੀਂ ਸੀਗੀ, ਇਹ ਗੱਲ ਸਮਝ ਲਓ। ਇਹ ਧਰਮ ਦੀ ਰਾਜਨੀਤੀ 1909 ਸੈਪਰੇਟ ਇਲੈਕਟੋਰਲ ਦੇ ਕੇ ਅੰਗਰੇਜ਼ਾਂ ਦੁਆਰਾ ਮੋਰਲੇ ਮਿੰਟੋ ਰਿਫਾਰਮਸ ਤੋਂ ਸ਼ੁਰੂ ਕੀਤੀ ਗਈ ਹੈ। ਸੰਪਰਦਾਇਕਤਾ, ਧਰਮ ਦਾ ਰਾਜਨੀਤਿਕ ਇਸਤੇਮਾਲ, ਧਰਮ ਦੇ ਨਾਮ 'ਤੇ ਰਾਜਨੀਤੀ ਕਰਨਾ, ਉਹਨੂੰ ਬੋਲਦੇ ਆ ਸੰਪਰਦਾਇਕਤਾ, ਕਮਿਊਨਲਿਜ਼ਮ। ਤਾਂ ਇਹਦੀ ਸ਼ੁਰੂਆਤ ਤਾਂ 1909 ਤੋਂ ਅੰਗਰੇਜ਼ਾਂ ਨੇ ਕੀਤੀ ਹੈ। ਸੋ ਮੈਨੂੰ ਉਮੀਦ ਹੈ ਕੁਐਸਚਨ ਤੁਹਾਨੂੰ ਸਮਝ ਆ ਗਿਆ, ਠੀਕ ਹੈ। 1930 ਆਨਸਰ ਆਊਗਾ ਜੀ। ਫਿਰ ਵਿਚ ਵਨ ਆਫ ਦਾ ਫੋਲੋਇੰਗ ਇਜ਼ ਕਰੈਕਟ ਕੰਟੈਕਸਟ ਆਫ ਗਰੋਥ ਆਫ ਸੋਸ਼ਲਿਸਟ ਆਈਡੀਆ ਔਨ ਕਾਂਗਰਸ। ਦੇਖੋ ਸੋਸ਼ਲਿਜ਼ਮ ਲੈਫਟ ਵਿੰਗ, ਤੁਹਾਨੂੰ ਮੈਂ ਦੱਸਿਆ ਕਿ ਸਮਾਜ ਦੇ ਸਾਰੇ ਸੰਸਾਧਨ
ਆਮ ਜਨਤਾ ਦੇ ਓਨਰਸ਼ਿਪ 'ਚ ਹੋਣੇ ਚਾਹੀਦੇ ਨੇ, ਆਮ ਲੋਕਾਂ 'ਚ ਬਰਾਬਰ ਵੰਡਣੇ ਚਾਹੀਦੇ ਹੈ। 1934 ਵਿੱਚ ਕਾਂਗਰਸ ਸੋਸ਼ਲਿਸਟ ਪਾਰਟੀ ਬਣੀ ਸੀਗੀ, ਜਿਹਨੂੰ ਕਿ ਖਾਸ ਤੌਰ 'ਤੇ ਉਸ ਸਮੇਂ ਆਚਾर्य ਨਰਿੰਦਰ ਦੇਵ ਔਰ ਜਿਹੜੇ ਸੀਗੇ ਆਪਣੇ ਜੈ ਪ੍ਰਕਾਸ਼ ਨਾਰਾਇਣ ਉਹਦੇ ਸੈਕਟਰੀ ਦੇ ਤੌਰ 'ਤੇ, ਆਚਾर्य ਨਰਿੰਦਰ ਦੇਵ ਪ੍ਰਧਾਨ ਸੀਗੇ। 1934 ਇਹਨਾਂ ਨੇ ਬਣਾਈ ਸੀ। ਠੀਕ ਹੈ, ਉਹ ਕਹਿੰਦੇ ਕੀ ਸਟੇਟਮੈਂਟ ਸਹੀ ਹੈ? ਤਾਂ ਕਾਂਗਰਸ ਸੋਸ਼ਲਿਸਟ ਪਾਰਟੀ ਬਣੀ 1934, ਠੀਕ ਹੈ। ਯਾਰ ਜਵਾਹਰ ਲਾਲ ਨਹਿਰੂ ਉਹਦੇ ਫਾਊਂਡਿੰਗ ਮੈਂਬਰ ਨਹੀਂ ਸੀਗੇ, ਜਮਾਂ ਵੀ ਨਹੀਂ ਸੀਗੇ। ਜਵਾਹਰ ਲਾਲ ਨਹਿਰੂ ਨਹੀਂ ਸੀਗੇ ਉਸਦੇ। ਜੈ ਪ੍ਰਕਾਸ਼ ਨਾਰਾਇਣ ਵਾਜ਼ ਨਾਟ ਐਸੋਸੀਏਟ, ਇਹ ਵੀ ਗਲਤ ਹੈ। ਇਹ ਤਾਂ ਹੈਗੇ ਸੀ, ਬਲਕਿ ਜੈ ਪ੍ਰਕਾਸ਼ ਨਾਰਾਇਣ ਉਸਦੇ ਸੈਕਟਰੀ ਬਣੇ ਸੀਗੇ। ਸੋ ਇੱਥੇ ਸਟੇਟਮੈਂਟ ਗਲਤ ਹੋ ਗਈ। ਇਹਨਾਂ ਨੇ ਪੁੱਛਿਆ ਕੀ ਹੈ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਕਰੈਕਟ ਪੁੱਛਿਆ, ਤਾਂ ਕਰੈਕਟ ਸਟੇਟਮੈਂਟ ਪਹਿਲੀ ਹੈ ਜੀ, ਪਹਿਲੀ ਕਰੈਕਟ ਹੈ। ਇਹਨੂੰ ਧਿਆਨ 'ਚ ਰੱਖਣਾ ਹੈ ਕਿ ਕਾਂਗਰਸ ਸੋਸ਼ਲਿਸਟ ਪਾਰਟੀ ਇਸ ਸਮੇਂ 1934 'ਚ ਬਣੀ ਹੈ। ਨੋਟ ਕਰ ਲਿਓ, ਆਚਾर्य ਨਰਿੰਦਰ ਦੇਵ, ਹਾਲਾਂਕਿ ਹੋਰ ਵੀ ਬਹੁਤ ਸਾਰੇ ਲੋਕ ਸੀ, ਪਰ ਆਚਾर्य ਨਰਿੰਦਰ ਦੇਵ ਔਰ ਜੈ ਪ੍ਰਕਾਸ਼ ਨਾਰਾਇਣ ਇਹ ਇਹਨਾਂ ਦੇ ਫਾਊਂਡਿੰਗ ਮੈਂਬਰ ਰਹੇ ਹੈ। ਤੁਹਾਨੂੰ ਬੁੱਕ ਵਿੱਚ ਇਹ ਡਿਟੇਲ ਮਿਲ ਜੂਗੀ, ਔਰ ਇਹਨਾਂ ਦੇ ਹੋਰ ਵੀ ਕਈ ਪ੍ਰੋਮੀਨੈਂਟ ਉਸ ਸਮੇਂ ਵਿਅਕਤੀ ਇਹਨਾਂ ਦੇ ਮੈਂਬਰ ਰਹੇ ਹੈ ਜੀ। ਨੌਜਵਾਨ ਸਭਾ, ਪੰਜਾਬ ਨੌਜਵਾਨ ਸਭਾ, ਇਹ ਆਪਣੇ ਭਗਤ ਸਿੰਘ ਹੋਣਾ ਨੇ 1926 ਦੇ ਵਿੱਚ ਬਣਾਈ। ਅੱਗੇ ਚੱਲ ਕੇ ਜਿਹੜੇ ਆਪਣੇ ਚੰਦਰ ਸ਼ੇਖਰ ਆਜ਼ਾਦ, ਉਹ ਜਦੋਂ ਉੱਤਰ ਪ੍ਰਦੇਸ਼ ਤੋਂ ਦਿੱਲੀ ਆਏ, ਫਿਰੋਜ਼ਸ਼ਾਹ ਕੋਟਲਾ ਮੈਦਾਨ ਇਹਨਾਂ ਦੀ ਮੁਲਾਕਾਤ ਹੁੰਦੀ ਆ। ਉੱਥੇ ਜਾ ਕੇ HSRA, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਉਹ ਬਣਾਉਣਗੇ। ਸੈਂਡਰਸ ਦੀ ਹੱਤਿਆ ਹੋਊਗੀ, ਅਸੈਂਬਲੀ ਵਿੱਚ ਬੰਬ ਸਿੱਟਿਆ ਜਾਊਗਾ, ਉਹ ਭਗਤ ਸਿੰਘ ਗ੍ਰਿਫਤਾਰੀ ਦੇਣਗੇ, ਔਰ ਲਾਹੌਰ ਕੌਂਸਪੀਰੈਂਸੀ ਦੇ ਤਹਿਤ ਇਹਨਾਂ ਨੂੰ ਫਾਂਸੀ ਹੋਊਗੀ। ਪੂਰੀ ਸਟੋਰੀਜ਼ ਨੇ। ਅੱਗੇ ਚੱਲ ਕੇ ਮੈਂ ਪੂਰਾ ਇੱਕ ਟੈਸਟ ਹੀ ਅਲੱਗ ਤੋਂ ਰੱਖਤਾ ਜੀ, ਜਿਹੜੇ ਕਿ ਰੈਵੋਲੂਸ਼ਨਰੀ ਐਕਟੀਵਿਟੀਜ਼ ਨਾਲ ਰਿਲੇਟਿਡ ਆ। ਉਹਦੇ ਵਿੱਚ ਪੂਰੀ ਡਿਟੇਲ ਤੁਹਾਨੂੰ ਸਟੋਰੀ ਮੈਂ ਇੱਕ ਵਾਰੀ ਦੱਸ ਦੂੰਗਾ। ਸੋ ਇੱਥੇ ਆਪਣਾ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਵਿਦ ਰੈਫਰੈਂਸ ਟੂ ਪੰਜਾਬ ਨੌਜਵਾਨ ਸਭਾ 1926 'ਚ ਬਣੀ। ਕਹਿੰਦੇ ਮਹਾਤਮਾ ਗਾਂਧੀ, ਯਾਰ ਮਹਾਤਮਾ ਗਾਂਧੀ ਪੀਸ ਦੀ ਗੱਲ ਕਰਦੇ ਸੀਗੇ, ਉਹ ਨੌਨ ਵਾਇਲੈਂਸ ਦੀ ਗੱਲ ਕਰਦੇ ਨੇ, ਉਹ ਕਿੱਥੋਂ ਇਹਦੇ 'ਚ ਆ ਜਾਣਗੇ? ਕ੍ਰਾਂਤੀਕਾਰੀਆਂ ਦਾ ਗਰੁੱਪ ਸੀਗਾ ਇਹ, ਭਗਤ ਸਿੰਘ ਹੋਣਾ ਨੇ ਬਣਾਈ ਸੀ, ਇਸ ਕਰਕੇ ਧਿਆਨ 'ਚ ਰੱਖਣਾ ਹੈ। ਸੋ ਇਹਦੀ ਕਰੈਕਟ ਸਟੇਟਮੈਂਟ ਪੁੱਛੀ ਹੈ, ਤਾਂ ਨੋਟ ਕਰ ਲਿਓ, ਭਗਤ ਸਿੰਘ ਦੀ ਸੀ 1926 ਵਿੱਚ। ਕੀ ਪੁੱਛਿਆ? ਕਰੈਕਟ ਪੁੱਛਿਆ, ਤਾਂ 1926 ਕਰੈਕਟ ਭਗਤ ਸਿੰਘ ਦਾ ਆਨਸਰ ਆਊਗਾ, ਇਹਨੂੰ ਧਿਆਨ 'ਚ ਰੱਖ ਲਿਓ। ਲੋ ਵੀ ਦੋਸਤੋ, ਮੇਰੇ ਵੱਲੋਂ ਇਹ ਜਿਹੜਾ ਇੱਕ ਟੈਸਟ ਤੁਹਾਨੂੰ ਦਿੱਤਾ, ਦੇਖੋ ਸਾਰੇ ਟੈਸਟਾਂ ਦੀ ਡਿਸਕਸ਼ਨ ਚੱਲੂਗੀ, ਐਂ ਚੱਲੂਗੀ। ਇਹ ਤਾਂ ਹੁਣ ਚਲੋ ਇੱਕ ਵਾਰ ਸਟਾਰਟਿੰਗ ਹੋਈ ਹੈ। ਮੈਨੂੰ ਉਮੀਦ ਹੈ ਅੱਜ ਦੀ ਵੀਡੀਓ ਦੇ ਵਿੱਚੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ, ਔਰ ਇਹ ਅਸੀਂ ਇੱਕ ਤਰੀਕੇ ਦਾ ਇਹਨੂੰ ਫ੍ਰੀ ਦੇ ਵਿੱਚ ਹੀ ਰੱਖਿਆ। ਫ੍ਰੀ ਦਾ ਮਤਲਬ ਇਹ ਹੈ ਕਿ ਟੈਸਟ ਦਾ ਇਸ ਤਰੀਕੇ ਨਾਲ ਡਿਸਕਸ ਹੋਣੇ ਆ ਇਕੱਲੇ, ਔਰ ਇਹਨੂੰ ਮੈਂ YouTube 'ਤੇ ਵੀ ਤੁਸੀਂ ਹੋ ਸਕਦਾ ਵੀਡੀਓ ਦੇਖ ਰਹੇ ਹੋ, ਔਰ ਤੁਸੀਂ ਇਸ ਨੂੰ ਆਪਦੇ ਸਾਡੀ ਸਮਿਤ ਬੰਸਲ ਅਕੈਡਮੀ ਜਿਹੜੀ ਐਪ ਹੈ ਉਹਦੇ ਉੱਤੇ ਵੀ ਦੇਖ ਰਹੇ ਹੋ। ਇਹਦੀ ਫੀਡਬੈਕ ਮੈਨੂੰ ਜ਼ਰੂਰ ਦਿਓ ਦੋਸਤੋ। ਤੁਹਾਨੂੰ ਮੈਂ ਦੱਸਿਆ, ਮੇਰਾ ਨਾਮ ਸਮਿਤ ਬੰਸਲ, GK ਅਕੈਡਮੀ, ਅਜੀਤ ਰੋਡ 'ਤੇ ਆਪਣਾ ਸੈਂਟਰ ਹੈ। 9023236687 ਮੇਰਾ ਆਪਦਾ ਕੰਟੈਕਟ ਨੰਬਰ ਹੈ ਜੀ। ਤੁਸੀਂ ਮੈਨੂੰ WhatsApp ਵਗੈਰਾ ਕਰੋ, ਕੁਝ ਵੀ ਫੀਡਬੈਕ ਦੇਣੀ ਹੈ 3 ਵਜੇ ਤੋਂ ਬਾਅਦ ਕਾਲ ਕਰੋ। ਕੁਝ ਵੀ ਪੁੱਛਣਾ ਹੈ GK ਦੇ ਰਿਗਾਰਡਿੰਗ, ਕਿਹੜੀਆਂ ਬੁੱਕਸ ਵਗੈਰਾ ਫੋਲੋ ਕਰੀਏ, ਕਿਵੇਂ ਕਰੀਏ, ਜਦੋਂ ਮਰਜ਼ੀ ਤੁਸੀਂ ਕਾਲ ਕਰੋ 3 ਵਜੇ ਤੋਂ ਬਾਅਦ। ਡੈਫੀਨੇਟਲੀ ਤੁਹਾਨੂੰ ਮੈਂ ਅਟੈਂਡ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਅੱਜ ਵਾਸਤੇ ਇੰਨਾ ਠੀਕ ਹੈ ਜੀ। ਥੈਂਕ ਯੂ।